ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA ਟੀਵੀ। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਸ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਆषाढ़ ਤਪੰਦਾ ਤਿਸ ਲੱਗੇ ਹਰਨਾ ਜਿੰਨਾ ਪਾਸ, ਇਹ ਗੁਰਬਾਣੀ ਦਾ ਸ਼ਬਦ ਹੈ 12 ਮਾਹ ਚੋਂ ਗੁਰੂ ਅਰਜਨ ਦੇਵ ਜੀ ਦੀ ਲਿਖੀ ਬਾਣੀ। ਪਿਆਰੇ ਦਰਸ਼ਕੋ, ਅੱਜ ਹਾੜ ਦਾ ਮਹੀਨਾ ਹੈ ਤੇ ਅੱਜ ਸੰਗਰਾਂਦ ਹੈ ਔਰ ਇਸ ਸ਼ੁਭ ਦਿਹਾੜੇ ਤੇ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ। ਔਰ ਪਿਆਰੇ ਦਰਸ਼ਕੋ, ਅੱਜ ਤੁਹਾਡੇ ਲਈ ਇੱਕ ਹੋਰ ਵੀ ਖੁਸ਼ਖਬਰੀ ਹੈ। ਉਹ ਖੁਸ਼ਖਬਰੀ ਇਹ ਹੈ ਕਿ ਜਲੰਧਰ ਤੋਂ ਅੱਜ ਵਾਲਵੋ ਬੱਸਾਂ ਰਵਾਨਾ ਹੋ ਰਹੀਆਂ ਨੇ ਦਿੱਲੀ ਏਅਰਪੋਰਟ ਲਈ, ਜਿੱਥੇ ਇਹ ਬੱਸਾਂ ਬਹੁਤ ਦੇਰ ਤੋਂ ਲਟਕ ਰਿਹਾ ਸੀ ਮਾਮਲਾ ਔਰ ਇਹ ਮਾਨ ਸਰਕਾਰ ਨੇ ਅੱਜ ਸ਼ੁਰੂ ਕਰ ਦਿੱਤਾ, ਜਿਹਦੇ ਵਿੱਚ ਕੇਜਰੀਵਾਲ ਸਾਹਿਬ ਵੀ ਆਏ ਨੇ ਔਰ ਇਹ ਬੱਸਾਂ ਹੁਣ ਅੱਜ ਤੋਂ ਸ਼ੁਰੂ ਹੋ ਜਾਣਗੀਆਂ ਚੱਲਣੀਆਂ। ਤੇ ਅਸੀਂ ਇਹਨੂੰ ਵਿਸਥਾਰ ਤਹਿਤ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ, ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਫਾਇਦਾ ਹੋ ਗਿਆ। ਕਿਉਂਕਿ ਇਹ ਜਿਹੜੀ ਹੱਬ ਹੈ, ਸੈਂਟਰਲ ਹੱਬ ਹੈ ਸਾਡੇ NRI ਵੀਰਾਂ ਦੀ ਜਲੰਧਰ, ਔਰ ਇੱਥੋਂ ਖਾਸ ਤੌਰ ਤੇ ਬਹੁਤ ਲੋਕ ਬਾਹਰਲੇ ਦੇਸ਼ਾਂ ਜਾਂਦੇ ਆ, ਸਟੂਡੈਂਟ ਵੀ ਜਾਂਦੇ ਆ ਔਰ ਉਹਨਾਂ ਦੇ ਮਾਪੇ ਵੀ ਜਾਂਦੇ, ਬਹੁਤ ਲੋਕ ਜਾਂਦੇ ਆ। ਔਰ ਮੇਰਾ ਖਿਆਲ ਹੈ ਕਿ ਅਸੀਂ ਇਸ ਗੱਲ ਤੋਂ ਵੀ ਸ਼ੁਰੂ ਕਰਾਂਗੇ ਔਰ ਵੀ ਹੋਰ ਵੀ ਮਸਲੇ ਨੇ, ਜਿਹੜੇ ਮਸਲੇ ਅੱਜ ਅਸੀਂ ਪੰਜਾਬ ਫੋਕਸ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ। ਤੇ ਮੇਰੇ ਨਾਲ ਬੈਠੇ ਨੇ ਸੰਜੀਵ ਖੰਨਾ ਜੀ। ਤੇ ਸੰਜੀਵ ਖੰਨਾ ਜੀ, ਅੱਜ ਕਿਸ ਤਰ੍ਹਾਂ ਦੇ ਮਸਲੇ ਨੇ ਜਿਹੜੇ ਅਸੀਂ ਅੱਜ ਗੱਲਾਂ ਕਰਨੀਆਂ? ਪਹਿਲੀ ਗੱਲ ਤਾਂ ਇਹੀ ਹੈ ਕਿ ਸਭ ਦੇ ਵਾਸਤੇ ਖੁਸ਼ਖਬਰੀ ਹੈ ਵੋਲਵੋ ਦੀ, ਜਿਹੜਾ ਤੁਸੀਂ ਜ਼ਿਕਰ ਕੀਤਾ ਜੀ। ਤੇ ਕੇਜਰੀਵਾਲ ਸਾਹਿਬ ਵੀ ਆ ਰਹੇ ਨੇ ਜਲੰਧਰ, ਕਿਉਂਕਿ ਜਲੰਧਰ ਤੋਂ ਸ਼ੁਰੂ ਹੋਣੀਆਂ ਨੇ, ਨਾਲ ਮਾਨ ਸਾਹਿਬ ਹੋਣਗੇ, ਸਾਡੇ CM ਸਾਹਿਬ। ਪਰ ਇੱਥੇ ਇੱਕ ਘਟਨਾ ਵਾਪਰਦੀ ਪਈ ਹੈ ਕਿ ਇੱਕ ਧਾਰਮਿਕ ਸਥਾਨ ਦੇ ਉੱਤੇ ਇਹ ਲਿਖਿਆ ਹੋਇਆ ਮਿਲਿਆ, ਖਾਲਿਸਤਾਨ ਜ਼ਿੰਦਾਬਾਦ। ਸੋ ਸਾਰੀਆਂ ਨਿਊਜ਼ ਏਜੰਸੀਆਂ ਵੀ, ਸਾਰੀਆਂ ਇੰਟੈਲੀਜੈਂਸ ਏਜੰਸੀਆਂ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਪੰਜਾਬ ਦੇ ਮਾਹੌਲ ਨੂੰ, ਜਾਂ ਐਵੇਂ ਕਹੋ ਕਿ ਜਲੰਧਰ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼, ਕਿਉਂਕਿ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇਹ ਕੌਣ ਉਹ ਸ਼ਰਾਰਤੀ ਲੋਕ ਨੇ ਜੋ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਨੇ? ਕਿਸ ਤਰ੍ਹਾਂ ਦੀ ਸੋਚ ਦੇ ਨਾਲ ਉਹ ਇਸ ਚੀਜ਼ ਨੂੰ ਪ੍ਰੋਜੈਕਟ ਕਰ ਰਹੇ ਨੇ? ਇਹ ਅੱਜ ਦਾ ਮਸਲਾ ਨਹੀਂ, ਇਹ ਮਸਲਾ ਕਾਫੀ ਦੇਰ ਤੋਂ ਸਰਗਰਮ ਹੈ ਮਸਲਾ, ਕਿਉਂਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ 'ਚ ਵੀ ਇਹ ਹੋਇਆ ਸੀਗਾ, ਉੱਥੇ ਵਿਧਾਨ ਸਭਾ ਦੇ ਸਾਹਮਣੇ, ਔਰ ਉਦੋਂ ਬਾਅਦ ਧਰਮਸ਼ਾਲਾ, ਕਈ ਜਗ੍ਹਾ ਤੇ ਇਹ ਲਿਖੇ ਮਿਲੇ ਨੇ ਸ਼ਬਦ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਅਰੇ ਨੇ। ਔਰ ਇਹਦੇ ਵਿੱਚ ਕੁਝ ਜਿਹੜੀਆਂ ਏਜੰਸੀਆਂ ਦੇ ਪਿੱਛੇ ਹੈ, ਜਿਸ ਤਰ੍ਹਾਂ ਪਹਿਲਾਂ ਨਾਂ ਲੱਗ ਰਿਹਾ ਸੀ ਇੰਗਲੈਂਡ ਤੋਂ ਗੁਰਪਤਵੰਤ ਸਿੰਘ ਪੰਨੂ ਹੋਰਾਂ ਦਾ, ਔਰ ਉਹਨਾਂ ਦਾ ਇੱਕ ਬਹੁਤ ਵੱਡਾ ਏਜੰਸੀ ਆ, ਉਹਦੇ ਵਿੱਚ ਬਹੁਤ ਲੋਕ ਸ਼ਾਮਲ ਵੀ ਆ। ਔਰ ਮੇਰਾ ਖਿਆਲ ਹੈ ਕਿ ਕਈ ਚੀਜ਼ਾਂ ਜਿਹੜੀਆਂ ਲੋਕ ਸ਼ਾਂਤੀ ਨਾਲ ਰਹਿ ਰਹੇ ਨੇ ਔਰ ਉਹਨਾਂ ਨੂੰ ਦੁਬਾਰਾ ਅਸੀਂ ਸੁਰਜੀਤ ਕਰਕੇ ਦੁਬਾਰਾ ਲੋਕਾਂ ਤੱਕ ਪਹੁੰਚਾ ਕੇ, ਜਿਹੜੇ ਯੂਥ ਆ ਪੰਜਾਬ 'ਚ, ਤਾਂ ਅੱਗੇ ਵੀ ਕੋਈ ਇਸ ਤਰ੍ਹਾਂ ਦੀ ਸ਼ਾਂਤੀ ਬਹਾਲ ਨਹੀਂ ਹੋਈ, ਔਰ ਇਸ ਤਰ੍ਹਾਂ ਦੇ ਮਸਲਿਆਂ ਨੂੰ ਦੁਬਾਰਾ ਲਿਆ ਕੇ ਲੋਕਾਂ ਦੇ ਨਜ਼ਰਾਂ ਵਿੱਚ ਲਿਆ ਕੇ ਫਿਰ ਜਿਹੜੀ ਆ ਲੋਕਾਂ 'ਚ ਹਿੰਸਾ ਜਿਹੜੀ ਉਹ ਦੁਬਾਰਾ ਪ੍ਰਫੁੱਲਤ ਹੋਏਗੀ। ਮੇਰਾ ਖਿਆਲ ਹੈ ਕਿ ਇਹ ਜੇ ਸ਼ੁਰੂਆਤ ਹੋਈ ਹੈ ਔਰ ਇਹਦੇ ਵਿੱਚ ਜਿਹੜੇ ਯੂਥ ਹੈ ਉਹਨੂੰ ਇਨਵੋਲਵ ਕਰਨਗੇ, ਕਿਉਂਕਿ ਅੱਗੇ ਵੀ ਇਹਦਾ ਸਿੱਟਾ ਬਹੁਤ ਮਾੜਾ ਨਿਕਲਿਆ। ਪੰਜਾਬ 'ਚ ਜਿੰਨਾ ਯੂਥ ਸੀ ਉਹ ਤਬਾਹ ਹੋ ਗਿਆ, ਨੁਕਸਾਨ ਹੋ ਗਿਆ ਲੋਕਾਂ ਨੂੰ, ਔਰ ਪੈਸਾ ਵੀ ਬਰਬਾਦ ਹੋ ਗਿਆ, ਜਵਾਨੀ ਵੀ ਬਰਬਾਦ ਹੋ ਗਈ, ਜ਼ਮੀਨਾਂ ਲੋਕਾਂ ਦੀਆਂ ਗਹਿਣੇ ਪੈ ਗਈਆਂ, ਕਈ ਕੁਛ ਹੋ ਗਿਆ, ਔਰ ਇੱਜ਼ਤਾਂ ਵੀ ਬੇਪੱਤੀ ਹੋਈਆਂ ਲੋਕਾਂ ਦੀ। ਔਰ ਇਸ ਤਰ੍ਹਾਂ ਦੇ ਧਾਰਮਿਕ ਜਿਹੜੇ ਸਥਾਨ ਆ, ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਉੱਥੇ ਤੇ ਸਾਡੀ ਆਸਥਾ, ਉੱਥੇ ਅਸੀਂ ਸ਼ਾਂਤੀ ਲੈਣ ਜਾਂਦੇ ਹਾਂ, ਉੱਥੇ ਅਸੀਂ ਲੋਕਾਂ ਦਾ ਭਲਾ ਮੰਗਣ ਜਾਂਦੇ ਹਾਂ। ਪਰ ਜੇ ਅਸੀਂ ਇਸ ਤਰ੍ਹਾਂ ਦੇ ਨਾਅਰੇ ਉੱਥੇ ਪੜਾਂਗੇ ਜਾ ਕੇ, ਤਾਂ ਸਾਡੀ ਆਸਥਾ ਵਿੱਚ ਬੜਾ ਵਿਘਨ ਪਏਗਾ। ਔਰ ਮੇਰਾ ਖਿਆਲ ਹੈ ਕਿ ਜੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਜਾਂ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ, ਜੇ ਕਿ ਪੰਜਾਬ ਸਰਕਾਰ ਤਾਂ ਇਹਦੇ ਲਈ ਕੁਛ ਨਾ ਕੁਛ ਯਤਨ ਕਰੇਗੀ। ਜੇ ਲੋਕ ਇੱਕ ਮੁੱਠ ਹੋ ਜਾਣ, ਜਿਹਦੇ ਵਿੱਚ ਯੂਥ ਆ, ਜਿਹਦੇ ਵਿੱਚ ਵਿਦਿਆਰਥੀ ਆ, ਜਿਹਦੇ ਵਿੱਚ ਲੋਕ ਇੰਪਲਾਈ ਆ, ਜਿਹਦੇ ਵਿੱਚ ਜਿਹਨਾਂ ਔਰਤਾਂ ਵੀ ਨੇ, ਜਥੇਬੰਦੀਆਂ ਨੇ, ਉਹਨਾਂ ਨੂੰ ਇੱਕ ਮੁੱਠ ਹੋ ਕੇ, ਇਕੱਠੇ ਹੋ ਕੇ, ਏਕਤਾ ਨਾਲ ਇਹਦੇ 'ਤੇ ਸਕੰਜਾ ਕੱਸਣਾ ਚਾਹੀਦਾ, ਕਿਉਂਕਿ ਇਹਦਾ ਜਿਹੜਾ ਸਿੱਟਾ ਮਾੜਾ ਨਿਕਲੇਗਾ। ਕਿਉਂਕਿ ਅਸੀਂ ਅੱਗੇ ਪੰਜਾਬੀ ਸੂਬੇ ਦੀ ਗੱਲ ਕੀਤੀ ਸੀ, ਉਦੋਂ ਬਾਅਦ ਪੰਜਾਬ ਛੋਟਾ ਜਿਹਾ ਕਰ ਲਿਆ। ਫਿਰ ਜੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਹੋਰ ਕਰਦੇ ਹਾਂ, ਇਹਦੇ ਨਾਲ ਬਾਹਰੀ ਤਾਕਤਾਂ ਤਾਂ ਇਹਦੇ 'ਤੇ ਅਸਰ ਕਰਦੀਆਂ, ਲੋਕ ਤਮਾਸ਼ਾ ਵੇਖਦੇ ਹੀ ਆ। ਜਦੋਂ ਕਿਸੇ ਦੇ ਘਰ ਵਿੱਚ ਲੜਾਈ ਪੈਂਦੀ ਹੈ ਨਾ ਖੰਨਾ ਜੀ, ਉਹਦਾ ਤਮਾਸ਼ਾ ਲੋਕਾਂ ਲਈ ਹੁੰਦਾ, ਪਰ ਉਹੀ ਤਮਾਸ਼ਾ ਜੇ ਉਹਨਾਂ ਦੇ ਘਰ 'ਚ ਚੱਲ ਜਾਂਦਾ ਤਾਂ ਫਿਰ ਆਂਦੇ ਨਹੀਂ ਇਹ ਲੜਾਈ ਆ। ਜਿਸ ਤਰ੍ਹਾਂ ਅਸੀਂ ਆਨੇ ਵੀ ਜਦੋਂ ਕਿਸੇ ਦੇ ਘਰ ਅੱਗ ਲੱਗੀ ਤਾਂ ਉਹਨੂੰ ਅੱਗ ਨਹੀਂ ਕਹਿੰਦੇ, ਫਿਰ ਉਹਨੂੰ ਹੋਰ ਕੁਝ ਕਹਿ ਦਿੰਦੇ ਆ। ਅਤੇ ਜੇ ਉਹਨਾਂ ਦੇ ਘਰ 'ਚ ਦੂਜੇ ਦੇ ਘਰ 'ਚ ਅੱਗ ਲੱਗੀ ਹੈ ਅਤੇ ਫਿਰ ਅਸੀਂ ਸਮਝਦੇ ਹਾਂ ਵੀ ਯਾਰ ਇਹ ਕੋਈ ਨਹੀਂ, ਤਮਾਸ਼ਾ ਹੀ ਹੈ। ਪਰ ਸਾਰਿਆਂ ਨੂੰ ਤਰੀਕੇ ਨਾਲ ਸੋਚਣਾ ਚਾਹੀਦਾ, ਔਰ ਅਜਿਹੀਆਂ ਜਿਹੜੀਆਂ ਹੋ ਰਹੀਆਂ ਕਰਤੂਤਾਂ ਇਹਨਾਂ ਨੂੰ ਕਹਿ ਲਾਂਗੇ, ਇਹ ਮਾੜੀਆਂ, ਔਰ ਸਾਡੇ ਜਵਾਨ ਇਹਦੇ 'ਚ ਫਿਰ ਉਸੇ ਦਲਦਲ 'ਚ ਫਸ ਜਾਣਗੇ। ਔਰ ਹੋਰ ਤੁਸੀਂ ਅੱਗੇ ਕੁਝ ਕਹਿਣਾ ਚਾਹੋ? ਬਸ ਤੁਸੀਂ ਸਭ ਕੁਝ ਕਹਿ ਲਿਆ, ਮੈਂ ਸਾਰਾ ਕੁਝ ਕਿਹਾ, ਤੁਸੀਂ ਵੀ ਕਹਿ ਸਕਦੇ ਜੀ, ਕੁਝ ਨਹੀਂ। ਸਾਡੇ ਦਰਸ਼ਕ ਸਮਝਦਾਰ ਨੇ, ਕਿਉਂਕਿ ਇਸ ਮਾਮਲੇ ਨੂੰ ਜਿੰਨਾ ਜ਼ਿਆਦਾ ਅਸੀਂ ਖਿੱਚਾਂਗੇ ਨਾ, ਉਹ ਠੀਕ ਨਹੀਂ ਹੋਏਗਾ, ਕਿਉਂਕਿ ਇਹ ਮਾਮਲੇ ਹੈ ਹੀ ਨਹੀਂ। ਜਾਣਬੁੱਝ ਕੇ ਖਲੇਰਾ ਪਾਉਣ ਵਾਲੀ ਗੱਲ ਹੈ, ਜਿਵੇਂ ਕਿਰਨ ਬੇਦੀ ਵੀ ਖਲੇਰਾ ਪਾ ਕੇ ਗਏ ਔਰ ਆਪਣੀ ਕਿਤਾਬ ਦਾ
ਵਿਮੋਚਨ ਕਰਨ ਆਏ ਨੇ, ਰਿਲੀਜ਼ ਕਰਨ ਆਏ ਨੇ ਆਪਣੀ ਕਿਤਾਬ ਨੂੰ, ਤੇ ਇਹ ਇੱਕ ਅਲੱਗ ਤਰ੍ਹਾਂ ਦਾ ਇੱਕ ਸਟੇਟਮੈਂਟ ਦੇ ਕੇ ਚਲੇ ਗਏ ਨੇ ਕਿ 12 ਵਜੇ ਦੀ ਗੱਲ ਕਰਕੇ ਚਲੇ ਗਏ ਨੇ, ਜਦੋਂ ਕਿ ਉਹ ਸਿੱਖ ਇਤਿਹਾਸ ਨੂੰ ਨਹੀਂ ਜਾਣਦੇ, ਕੋਈ ਕੰਪੈਰੀਟਿਵ ਸਟੱਡੀ ਨਹੀਂ। ਕਿੰਨੀ ਕੁ ਡੀਪ ਨੌਲੇਜ ਹੈ ਤੁਹਾਨੂੰ? ਤੁਸੀਂ ਆਪਣੀ ਗੱਲ ਨੂੰ ਖੁਦ ਜਸਟੀਫਾਈ ਨਹੀਂ ਕਰ ਸਕਦੇ ਪਏ ਹੋ, ਕਿਉਂਕਿ ਤੁਸੀਂ ਜਾਣਦੇ ਨਹੀਂ ਤੁਸੀਂ ਕੀ ਬੋਲ ਰਹੇ ਹੋ। ਤੋ ਇਹ ਸਭ ਗੱਲਾਂ ਜਿਹੜੀਆਂ ਨੇ ਇਹ ਕਿਸੇ ਵੀ ਐਂਗਲ ਦੇ ਨਾਲ ਫੈਡਰਲ ਸਟਰਕਚਰ ਹੈ ਜੋ ਸਾਡਾ ਜੋ ਸੰਘੀ ਢਾਂਚਾ ਹੈ ਸਾਡੇ ਮੁਲਕ ਦਾ, ਉਹਨੂੰ ਸੂਟ ਨਹੀਂ ਕਰਦੇ। ਸਾਡੇ ਸੰਵਿਧਾਨ ਦੇ ਮੁਤਾਬਿਕ ਇਹ ਗਲਤ ਗੱਲ ਹੈ। ਔਰ ਤੁਸੀਂ ਬੀਇੰਗ ਅ ਪੁਲਿਸ ਆਫੀਸਰ, ਤੁਸੀਂ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਰਹੇ ਹੋ, ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਬਾਵਜੂਦ ਤੁਸੀਂ ਇੱਕ ਖਲੇਰਾ ਪਾ ਰਹੇ ਹੋ। ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਹੁਣੇ ਜਿਸ ਤਰ੍ਹਾਂ ਪੂਰਾ ਹਿੰਦੁਸਤਾਨ 'ਚ ਨਹੀਂ, ਹਿੰਦੁਸਤਾਨ 'ਚ ਵੀ ਇਹ ਗੜਬੜ ਹੋ ਗਈ ਆ, ਤਾਂ ਬਾਹਰਲੇ ਪੂਰੇ ਵਿਸ਼ਵ ਦਾ ਇੱਕ ਇਸ਼ੂ ਬਣ ਚੁੱਕਿਆ ਜਦੋਂ ਮੁਹੰਮਦ ਸਾਹਿਬ ਦੇ ਬਾਰੇ ਟਿੱਪਣੀ ਹੋਈ ਆ ਨੂਪੂ ਸ਼ਰਮਾ ਤੇ ਨਵੀਨ ਜੰਦਲ ਹੋਰਾਂ ਨੇ। ਔਰ ਦੇਖੋ ਫਿਰ ਪੰਜਾਬ 'ਚ ਕਿ ਨਹੀਂ, ਪੂਰੇ ਹਿੰਦੁਸਤਾਨ 'ਚ ਫਿਰ ਇਹ ਮਸਲਾ ਦੁਬਾਰਾ ਖੜਾ ਕਰ ਦਿੱਤਾ। ਉਹ ਕਿਰਨ ਬੇਦੀ ਜੀ IPS ਆ, ਖਿਡਾਰੀ ਨੇ ਔਰ ਬੜੀ ਅੱਛੀ ਪੋਸਟ 'ਤੇ ਰਹੇ ਆ ਔਰ ਗਵਰਨਰ ਵੀ ਰਹੇ ਆ ਪਾਂਡੀਚੇਰੀ ਦੇ। ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੋਭਦੀਆਂ ਨਹੀਂ, ਕਿਉਂਕਿ ਉਹ ਪੰਜਾਬ ਨੂੰ ਆਪ ਖੁਦ ਬਿਲੋਂਗ ਕਰਦੇ ਆ, ਅੰਮ੍ਰਿਤਸਰ ਦੇ ਨੇ। ਪਰ ਜੇ ਇਸ ਤਰ੍ਹਾਂ ਦੀਆਂ ਗੱਲਾਂ 'ਤੇ ਕੋਈ ਧਾਰਮਿਕ ਏਜੰਸੀਆਂ ਜਾਂ ਲੋਕ ਪੰਜਾਬ ਦੇ ਨਾਰਾਜ਼ਗੀ ਮਹਿਸੂਸ ਕਰਨਗੇ ਜਾਂ ਲੋਕ ਰੌਲਾ ਪਾਉਣਗੇ, ਤੇ ਇਹ ਵੀ ਗੱਲ ਜਿਹੜੀ ਆ ਉਹ ਨੁਕਸਾਨਦੇਹ ਹੋਏਗੀ। ਜਦੋਂ ਕਿ ਕਿਸੇ ਧਰਮ ਦੇ ਬਾਰੇ 'ਚ ਇਸ ਤਰ੍ਹਾਂ ਦਾ ਟਿੱਪਣੀ ਕਰਨੀ, ਜਿਹੜੀ ਟਿੱਪਣੀ ਜਿਹੜੀ ਆ ਲੋਕਾਂ ਨੂੰ ਜਿਹੜੀ ਆ ਬਹੁਤ ਨਾਰਾਜ਼ ਕਰੇ, ਉਹ ਨਹੀਂ ਕਰਨੀ ਚਾਹੀਦੀ। ਕਿਉਂਕਿ ਜਿਹੜਾ ਆਪ ਕਲਚਰ ਨੂੰ ਜਾਣਦਾ, ਪੰਜਾਬ ਨੂੰ ਖੁਦ ਜਾਣਦੇ ਆ, ਔਰ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਇਸ ਤੋਂ ਪਹਿਲਾਂ ਭਾਰਤੀ ਨੇ ਵੀ ਕਿਹਾ ਸੀਗਾ, ਉਹ ਵੀ ਮੁੱਦਾ ਬੜਾ ਖਿੰਡ ਗਿਆ ਸੀਗਾ। ਉਹਨਾਂ ਨੇ ਵੀ ਕਿਹਾ ਸੀ, ਦਾੜੀ ਮੁੱਛ 'ਤੇ ਗੱਲ ਕੀਤੀ। ਕਮੇਡੀ 'ਚ ਹਾਸਾ ਹੋਰ ਚੀਜ਼ ਹੈਗੀ ਹੈ, ਧਰਮ ਨੂੰ ਇਨਵੋਲਵ ਕਰਨਾ, ਲੋਕਾਂ ਦੇ ਜਿਹੜੇ ਉਹਨਾਂ ਦੇ ਧਾਰਮਿਕ ਅਕੀਦੇ ਆ ਉਹਨਾਂ ਨੂੰ ਇਹਦੇ ਵਿੱਚ ਲਿਆਉਣਾ, ਸ਼ਾਮਲ ਕਰਨਾ ਬੜੀ ਮਾੜੀ ਗੱਲ ਆ। ਪਰ ਕਈ ਵਾਰੀ ਜਿਹੜਾ ਉਹ ਹਾਦਸੇ ਦਾ ਮੜਾਸਾ ਬਣ ਜਾਂਦਾ, ਕਹਿੰਦੇ ਨੇ ਕੋਈ ਹਾਦਸੇ ਦਾ ਮੜਾਸਾ ਬਣ ਗਿਆ, ਔਰ ਉਹ ਕਈ ਵਾਰੀ ਬੜਾ ਨੁਕਸਾਨਦੇਹ ਹੁੰਦਾ ਵਾ। ਕਿਉਂਕਿ ਧਰਮ ਦੇ ਨਾਂ 'ਤੇ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਟੋਲਰੇਟ ਨਹੀਂ ਕਰੂਗਾ, ਕੋਈ ਵੀ ਨਹੀਂ ਸਹਾਰੂਗਾ। ਔਰ ਇਹ ਜੇ ਹੁਣੇ ਨਵੀਂ ਗੱਲ ਕੀਤੀ ਆ, ਅਜੇ ਤਾਂ ਚਲੋ ਲੋਕ ਸ਼ਾਂਤ ਨੇ, ਸ਼ਾਂਤ ਹੀ ਰਹਿਣ ਤੇ ਅੱਛੀ ਗੱਲ ਆ। ਤੇ ਇਹ ਗੱਲਾਂ ਜਿਹੜੀਆਂ ਕਰ ਦੇਣੀਆਂ ਬੁਰੀਆਂ ਨੇ, ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਵੀ ਮੈਂ ਜੇ ਗੱਲ ਕਰ ਰਿਹਾ, ਹੁਣ ਆਪਾਂ ਬੋਲ ਰਹੇ ਹਾਂ, ਜਾਂ ਆਪਾਂ ਕਿਸੇ ਧਰਮ ਦੇ ਲਈ ਜਾਂ ਕਿਸੇ ਲੋਕਾਂ ਦੇ ਲਈ, ਕਿਸੇ ਬੱਚਿਆਂ ਦੇ ਲਈ ਜਾਂ ਔਰਤ ਲਈ ਅਸੀਂ ਬੁਰਾ ਬੋਲਾਂਗੇ, ਇਹ ਮੀਡੀਆ ਵਾ, ਮੀਡੀਆ ਲੋਕਾਂ ਤੱਕ ਡੋਰ ਟੂ ਡੋਰ ਜਾਂਦਾ, ਲੋਕ ਇਹਨੂੰ ਸਮਝਦੇ ਆ, ਗੱਲਾਂ ਸੁਣਦੇ ਵੀ ਆ। ਸਾਡੇ ਪਿਆਰੇ ਦਰਸ਼ਕ ਇਸ ਗੱਲ ਦੇ ਨਾਲ ਜੁੜ ਜਾਂਦੇ ਨੇ, ਔਰ ਜਿਹੜੇ ਸਾਡੇ ਪ੍ਰੋਗਰਾਮ ਉਹਨਾਂ ਤੱਕ ਜਾਂਦੇ ਨੇ, ਉਹਦੀ ਬੜੀ ਅੱਛੀ ਪ੍ਰਤੀਕਿਰਿਆ ਆਉਂਦੀ ਹੈ। ਕਿਉਂਕਿ ਅਸੀਂ ਬੈਲੈਂਸ ਗੱਲ ਕਰਾਂਗੇ ਤਾਂ ਦੀ ਗੱਲ ਹੈਗੀ। ਜੇ ਅਸੀਂ ਇੱਕ ਪਾਸੇ ਬਾਇਸ ਹੋ ਜਾਵਾਂਗੇ, ਧਰਮ ਦੇ ਬਾਰੇ ਉਲਟਾ ਬੋਲਾਂਗੇ, ਜਿਹੜੀ ਆ ਇਮਾਨਦਾਰੀ ਉਹਦੇ ਬਾਰੇ ਨਹੀਂ ਚੰਗਾ ਬੋਲਾਂਗੇ, ਲੋਕਾਂ ਦੇ ਦਿਆਨਤਦਾਰੀ ਬਾਰੇ ਨਹੀਂ ਬੋਲਾਂਗੇ, ਧਰਮਾਂ ਬਾਰੇ ਨਹੀਂ ਅੱਛਾ ਬੋਲਾਂਗੇ, ਤੇ ਲੋਕ ਸਾਨੂੰ ਵੀ ਖੜਾ ਕਰ ਲੈਣਗੇ ਚੁਰਾਹੇ 'ਚ। ਇਹ ਹੈਗਾ, ਤੁਸੀਂ ਜੇ ਬੋਲਣਾ ਤਾਂ ਸੋਚ ਕੇ ਬੋਲੋ। ਇਹ ਜਿਹੜੀ ਗੱਲ ਉਹਨਾਂ ਕਿਰਨ ਬੇਦੀ ਜੀ ਨੇ ਗੱਲ ਕੀਤੀ ਹੈ, ਉਹ ਬੜੀ ਲੋਕਾਂ ਨੇ ਉਹਦਾ ਨਾਰਾਜ਼ਗੀ ਮਹਿਸੂਸ ਕੀਤੀ ਹੈ। ਕੇਵਲ ਇੱਕ ਬੰਦੇ ਨੇ, ਅਜੇ ਤਾਂ ਧਾਰਮਿਕ ਏਜੰਸੀਆਂ ਵੀ ਸ਼ਾਇਦ ਆਉਣਗੀਆਂ, ਪਰ ਇਹਦੇ 'ਚ ਜਿਹੜੇ ਆਪ ਦੇ ਲੀਡਰ ਨੇ, ਕਿਉਂਕਿ ਉਹ ਮੌਕੇ ਦੀ ਇਸ ਵੇਲੇ ਉਹਨਾਂ ਦੀ ਹਕੂਮਤ ਆ, ਉਹਨਾਂ ਨੇ ਉਹਦੇ 'ਤੇ ਵਿਰੋਧਤਾ ਜਤਾਈ ਹੈ। ਇਹ 'ਚ ਜਰਨੈਲ ਸਿੰਘ ਹੋਰੀ ਨੇ, ਔਰ ਇਹਦੇ 'ਚ ਮੰਤਰੀ ਨੇ ਬੈਂਸ ਜੀ, ਔਰ ਹੋਰ ਵੀ ਮੰਤਰੀ ਨੇ, ਉਹਨਾਂ ਨੇ ਵੀ ਕੀਤੀ ਹੈ। ਇਸ ਕਰਕੇ ਕੀਤੀ ਹੈ ਕਿ ਇਸ ਵੇਲੇ ਉਹਨਾਂ ਦੀ ਮੌਜੂਦਾ ਸਰਕਾਰ ਹੈ, ਕਿਸੇ ਵੇਲੇ ਕੋਈ ਹੰਗਾਮਾ ਹੋ ਗਿਆ ਤਾਂ ਫਿਰ ਉਹਨਾਂ ਨੂੰ ਕੰਟਰੋਲ ਕਰਨਾ ਹੈਗਾ, ਉਹੀ ਕੰਟਰੋਲ ਕਰਨਗੇ। ਕਿਉਂਕਿ ਦੂਜੇ ਪਾਸੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਉਹ ਕਹਿੰਦੀਆਂ ਨੇ ਕਿ ਪੰਜਾਬ 'ਚ ਇਸ ਵੇਲੇ ਰੌਲਾ ਜ਼ਿਆਦਾ ਪੈ ਰਿਹਾ, ਕਾਨੂੰਨ ਕਾਇਦਾ ਨਹੀਂ ਕੋਈ ਹੈਗਾ, ਹੈ ਨਾ। ਉਹਦੇ 'ਚ ਲੋਕ ਕਹਿ ਰਹੇ ਆ ਕਿ ਵੱਢ ਫੱਟ ਜ਼ਿਆਦਾ ਹੋ ਰਹੀ ਆ, ਮਰਨ ਮਰਾਉਣ ਜ਼ਿਆਦਾ ਹੋ ਰਿਹਾ, ਗੋਲੀ ਜ਼ਿਆਦਾ ਚੱਲ ਰਹੀ ਹੈ। ਪਰ ਫਿਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ, ਉਹ ਫਿਰ ਉਸੇ ਪਾਸੇ ਆਪਾਂ ਆ ਜਾਂਦੇ, ਉਸੇ ਤੱਕੜੀ ਦੇ ਛਾਬੇ 'ਚ ਫਿਰ ਬੈਠ ਜਾਂਦੇ, ਅਤੇ ਚੰਗੀ ਗੱਲ ਨਹੀਂ। ਕਿਉਂਕਿ ਜੇ ਪੰਜਾਬ 'ਚ ਸ਼ਾਂਤੀ ਰੱਖਣੀ ਤਾਂ ਚੱਜ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ, ਨਾ ਕਿ ਉਲਟੀਆਂ ਗੱਲਾਂ ਜਿਨ੍ਹਾਂ ਨਾਲ ਲੋਕ ਫਿਰ ਗੁੱਸੇ 'ਚ ਆਉਣਗੇ, ਲੋਕ ਲੜਾਈ ਕਰਨਗੇ, ਡਾਂਗ ਸੋਟਾ ਹੋਊਗਾ, ਜਿਹੜੇ ਬਾਹਰਲੇ ਸੂਬਿਆਂ 'ਚ ਬੜੀ ਜਲਦੀ ਹੁੰਦਾ। ਪੰਜਾਬ ਦੇ ਲੋਕਾਂ ਕੋਲ ਫਿਰ ਵੀ ਸਹਾਰਨ ਸ਼ਕਤੀ ਹੈ। ਜੇ ਲੜਦੇ ਆ ਤਾਂ ਬਹੁਤ ਲੜਦੇ, ਨਹੀਂ ਲੜਦੇ ਤਾਂ ਬਿਲਕੁਲ ਗੱਲ ਸਹਾਰ ਲੈਂਦੇ ਆ, ਪਿਆਰ ਨਾਲ ਲੋਕਾਂ ਦੇ ਪੇਸ਼ ਆਉਂਦੇ ਆ। ਪਰ ਜੇ ਇਹ ਜਿਹੀਆਂ ਗੱਲਾਂ ਹੋਣਗੀਆਂ ਤੇ ਗਲਤ ਗੱਲਾਂ, ਇਸ ਵੇਲੇ ਅੱਗੇ ਪੂਰੇ ਹਿੰਦੁਸਤਾਨ 'ਚ ਜਿਹੜੀ ਗੱਲ ਵਾਪਰੀ ਆ, ਜਿਹਦੇ 'ਚ ਉਹਨਾਂ ਨੇ ਮੁਹੰਮਦ ਸਾਹਿਬ ਬਾਰੇ ਟਿੱਪਣੀ ਕੀਤੀ, ਅਜੇ ਤੱਕ ਕੰਟਰੋਲ ਨਹੀਂ ਹੋ ਰਿਹਾ, ਜਿਹਦੇ 'ਚ ਮੁਸਲਮਾਨ ਕੰਟਰੀ ਸਾਰੀਆਂ ਜਿਹੜੀਆਂ ਇਸ ਵੇਲੇ ਇਕਜੁੱਟ ਹੋ ਗਏ ਨੇ। ਹਿੰਦੁਸਤਾਨ 'ਚ ਵੀ ਇਹ ਹੋ ਗਿਆ, ਹਿੰਦੁਸਤਾਨ 'ਚ ਵੀ ਬੜੀ ਵੱਟ ਫੱਟ ਹੋਈ ਆ, ਬੜਾ ਕੁਛ ਹੋਇਆ, FIR ਲੌਜ ਹੋਈਆਂ, ਨੁਕਸਾਨ ਹੋਇਆ, ਬਲਡੋਜ਼ਰ ਚੱਲੇ, ਕਈ ਕੁਛ ਹੈਗਾ, ਸ਼ੁਰੇਬਾਜ਼ੀ ਵੀ ਹੁੰਦੀ ਹੈ। ਪਰ ਜਦੋਂ ਖੂਨ ਖਰਾਬਾ ਨੂੰ ਤੋਂ ਬਚਾਉਣਾ ਹੋਵੇ ਲੋਕਾਂ ਨੂੰ, ਤੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਠੀਕ ਹੈ ਨਾ ਜੀ ਖੰਨਾ ਜੀ? ਬਿਲਕੁਲ ਠੀਕ ਹੈ ਸਰ, ਇਦਾਂ ਦੀਆਂ ਗੱਲਾਂ ਬਿਲਕੁਲ ਸ਼ੋਭਾ ਹੀ ਨਹੀਂ ਦਿੰਦੀ ਹੈ ਕਿ ਤੁਹਾਡੀ ਕਿੱਦਾਂ ਦੀ ਮਾਨਸਿਕਤਾ ਹੈ, ਤੁਸੀਂ ਇਹ ਗੱਲਾਂ ਕਿਉਂ ਕਰਨਾ ਚਾਹੁੰਦੇ ਹੋ, ਕਿਸੇ ਨੂੰ ਸਮਝ ਨਹੀਂ ਆਉਂਦਾ। ਜੋ ਬੰਦਾ ਸਮਝਦਾਰ ਹੈ, ਜੋ ਬੰਦਾ ਆਪਣੇ ਦੇਸ਼ ਦੇ, ਆਪਣੀ ਕੌਮ ਦੇ ਹੱਕ ਵਿੱਚ ਸੋਚਦਾ, ਇਨਸਾਨੀਅਤ ਦੇ ਹੱਕ ਵਿੱਚ ਸੋਚਦਾ, ਉਹ ਹਮੇਸ਼ਾ ਇਸ ਗੱਲ ਨੂੰ ਗਲਤ ਕਹੇਗਾ ਕਿ ਤੁਸੀਂ ਇਹ ਕਰਦੇ ਕੀ ਪਏ। ਜ਼ਰੂਰ। ਸੋ ਅਗਲੀ ਗੱਲ ਆਪਾਂ ਜ਼ਿਲ੍ਹਿਆਂ ਵਾਲੇ ਬਾਗ ਤੋਂ ਲੈਣੀ, ਕਿਉਂਕਿ ਤਿੰਨੋਂ ਚੀਜ਼ਾਂ ਇੱਕੋ ਤਰ੍ਹਾਂ ਦੀਆਂ ਨੇ। ਜ਼ਿਲ੍ਹਿਆਂ ਵਾਲਾ ਬਾਗ
ਸਾਡੀ ਆਜ਼ਾਦੀ ਦੀ ਲੜਾਈ ਨਾਲ ਜੁੜਿਆ ਹੋਇਆ ਹੈ, ਸਾਡੇ ਸੰਸਕਾਰਾਂ ਨਾਲ ਜੁੜਿਆ ਹੋਇਆ ਸਾਂਝਾ ਮਸਲਾ ਲੋਕਾਂ ਦਾ ਸਾਂਝਾ ਮਸਲਾ ਹੈ। ਹੁਣ ਉਹਦੇ ਉੱਤੇ ਟਿਕਟ ਲਗਾਉਣ ਦੀ ਜਿਹੜੀ ਗੱਲ ਹੈ, ਕਈ ਤਾਂ ਲੋਕ ਕਹਿੰਦੇ ਨੇ ਕਿ ਚਲੋ ਠੀਕ ਹੈ ਕਿ ਪੈਸਾ ਆਏਗਾ ਤੇ ਹੋਰ ਉਹਦੀ ਬਿਹਤਰੀ ਵਾਸਤੇ ਖਰਚ ਹੋਏਗਾ, ਪਰ ਦੂਜੀ ਗੱਲ ਇਹ ਵੀ ਹੈ ਕਿ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ, ਪਰ ਤੀਜੀ ਗੱਲ ਇਹ ਹੈ ਕਿ ਟਿਕਟ ਦਾ ਮੁੱਲ ਕਿੰਨਾ ਹੋਏਗਾ। ਸੋ ਇਸ ਕਈ ਮਸਲੇ ਨੇ। ਤਾਂ ਇੱਕ ਚੀਜ਼ ਇਹ ਵੀ ਸਾਹਮਣੇ ਆਈ ਸੀ ਕਿ ਜਿਸ ਤਰ੍ਹਾਂ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ, ਕਿਉਂਕਿ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਹੀ ਜ਼ਿਲ੍ਹਿਆਂਵਾਲਾ ਬਾਗ ਹੈ, ਤੇ ਉੱਥੇ ਜਿੱਦਾਂ ਪਵਿੱਤਰ ਸਥਾਨਾਂ ਦੇ ਉੱਤੇ ਗੋਲਕ ਰੱਖੀ ਹੁੰਦੀ ਹੈ ਕਿ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਉਹਦੇ 'ਚ ਪਾ ਦਿਓ, ਉਵੇਂ ਹੀ ਜ਼ਿਲ੍ਹਿਆਂਵਾਲੇ ਬਾਗ ਦੇ ਅੰਦਰ ਵੀ ਹੋਣਾ ਚਾਹੀਦਾ ਹੈ। ਆਪਣੀ ਮਰਜ਼ੀ ਦੇ ਮੁਤਾਬਿਕ ਜੋ ਪਾਣਾ ਹੈ ਪਾ ਦਿਓ, ਟਿਕਟ ਨਹੀਂ ਹੋਣੀ ਚਾਹੀਦੀ। ਕਈ ਲੋਕ ਇਸ ਰਾਏ ਦੇ ਵੀ ਹੈਗੇ ਨੇ। ਹਾਂ, ਗੱਲ ਤਾਂ ਠੀਕ ਆ ਕਿ ਜਿਸ ਤਰ੍ਹਾਂ ਇਹ ਗੱਲ ਕੀਤੀ ਹੈ ਇਸ ਵੇਲੇ ਸਾਰੇ ਪ੍ਰਿੰਟ ਮੀਡੀਆ 'ਚ ਉਛਲ ਆਈ ਗੱਲ ਕਿ ਕੱਲ੍ਹ ਦੀ ਇਹ ਰੌਲਾ ਪੈ ਰਿਹਾ ਕਿ ਜਲਿਆਂਵਾਲਾ ਬਾਗ ਦੇ ਵਿੱਚ ਐਂਟਰੀ ਜਿਹੜੀ ਉਹ ਟਿਕਟ ਹੋਊਗੀ, ਟਿਕਟ ਨਾਲ ਲੋਕਾਂ ਨੂੰ ਵੇਖਣ ਦਾ ਮੌਕਾ ਦਿੱਤਾ ਜਾਊਗਾ। ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਜੇ ਕੋਈ ਫਿਲਮ ਹੋਵੇ, ਜਿਸ ਤਰ੍ਹਾਂ ਕੋਈ ਸਮਾਰਕ ਹੈ ਕਰਤਾਰਪੁਰ ਸਾਹਿਬ, ਕਰਤਾਰਪੁਰ ਦੇ ਵਿੱਚ ਇੱਕ ਸ਼ਹੀਦਾਂ ਦਾ ਸਮਾਰਕ ਬਣੀ ਹੈ, ਉਹਦੇ 'ਚ ਕੋਈ ਇਸ ਤਰ੍ਹਾਂ ਦੀ ਇੱਕ ਫਿਲਮ ਬਣਾਈ ਹੈ ਜਿਹਦੇ 'ਚ ਸਾਰੇ ਸ਼ਹੀਦਾਂ ਦਾ ਜਿਹੜੀ ਜੀਵਨੀ ਆ, ਉਹਨਾਂ ਦਾ ਪੂਰੀ ਲਾਈਫ ਆ, ਉਹਨਾਂ ਦੀ ਅਚੀਵਮੈਂਟ ਆ, ਉਹ ਸਾਰਾ ਕੁਝ ਹੈਗਾ। ਔਰ ਉਹ ਦੇਖਦੇ ਆ, ਉਹਦੇ ਵਿੱਚ ਹੋ ਸਕਦਾ ਟਿਕਟ ਹੋਵੇ ਤਾਂ ਲੋਕ ਦੇਣਗੇ ਟਿਕਟ। ਪਰ ਜੇ ਅਸੀਂ ਜਿੱਥੇ ਸਾਡਾ ਸਮਾਰਕ ਆ, ਜਿੱਥੇ ਸਾਡਾ ਸਾਰਾ ਕੁਝ ਵਾਪਰਿਆ ਵਾ, ਜਿੱਥੇ ਆਜ਼ਾਦੀ ਲਈ ਰੌਲਾ ਪਿਆ ਵਾ, ਉਹ ਸਾਰਾ ਕੁਝ ਹੈਗਾ, ਜੇ ਅਸੀਂ ਉਹਦੇ ਵਿੱਚ ਟਿਕਟ ਰੱਖਾਂਗੇ ਤਾਂ ਬੱਚੇ ਫਿਰ ਕੀ ਜਾਣਗੇ। ਸਕੂਲਾਂ ਦੇ ਬੱਚੇ ਆਮ ਜਾਂਦੇ ਆ, ਫਿਰ ਬੱਚੇ ਹੁਣ ਪੈਸੇ ਫਿਰ ਮਾਂ ਪਿਓ ਕੋ ਮੰਗਣਗੇ, ਫਿਰ ਪ੍ਰਿੰਸੀਪਲ ਜਿਹੜੇ ਹੈਡਮਾਸਟਰ ਆ ਜਾਂ ਉਹ ਜਿਹੜੇ ਟੀਚਰ ਆ ਉਹ ਵਿਚਾਰੇ ਆਪਣੀ ਗੱਡੀਆਂ ਲੈਣਗੇ, ਨਾਲ ਗੱਡੀਆਂ ਲੈ ਕੇ ਨਾਲ ਸਾਰਾ ਕੁਝ ਲੈ ਕੇ ਜਾਣਗੇ। ਉਹਨਾਂ ਲਈ ਖਾਣਾ ਵੀ ਉੱਥੇ ਹੈਗਾ। ਜਦੋਂ ਸਮਰ ਕੈਂਪ ਛੁੱਟੀਆਂ 'ਚ ਜਾਂਦੇ ਆ ਉਹ ਤੇ ਬੱਚੇ ਜਾਂਦੇ ਵੇਖਣ ਲਈ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਉਹਦੇ 'ਚ ਟਿਕਟ ਆ ਖਾਸ ਤੌਰ 'ਤੇ ਬੱਚਿਆਂ ਲਈ, ਵਿਦਿਆਰਥੀਆਂ ਲਈ, ਬਜ਼ੁਰਗਾਂ ਲਈ ਔਰ ਜਵਾਨਾਂ ਲਈ, ਜਿਨ੍ਹਾਂ ਨੇ ਦੇਸ਼ ਦੀ ਪੂਰੀ ਵਾਗਡੋਰ ਸੰਭਾਲਣੀ ਅੱਗੇ। ਔਰ ਦੂਜੀ ਗੱਲ ਇਹ ਰਹੀ ਕਿ ਜਿਸ ਤਰ੍ਹਾਂ ਉਹਨਾਂ ਨੇ ਉਹਦੇ ਵਿੱਚ ਪੂਰੀਆਂ ਜਿਹੜੀਆਂ ਨਿਸ਼ਾਨ, ਪੁਰਾਣੇ ਨਿਸ਼ਾਨ ਨੇ ਉਹ ਵੀ ਮਿਟਾ ਦਿੱਤੇ। ਜਿਸ ਤਰ੍ਹਾਂ ਖੂਹ ਦੇ ਵਿੱਚ ਪਿੱਲਰ ਸੀਗਾ ਉਹ ਨਜ਼ਰ ਨਹੀਂ ਆ ਰਹੇ, ਜਿਹਦੇ ਵਿੱਚ ਜਿੱਥੇ ਗੋਲੀਆਂ ਲੱਗੀਆਂ ਉਹ ਘੱਟ ਨਜ਼ਰ ਆ ਰਹੇ ਆ, ਜਿਹਦੇ ਵਿੱਚ ਪੁਰਾਣੀਆਂ ਜਿਹੜਾ ਇਮਾਰਤੀ ਹੁਨਰ ਸੀ ਉਹ ਨਜ਼ਰ ਨਹੀਂ ਆ ਰਿਹਾ। ਉਹਦੇ ਵਿੱਚ ਇਹ ਚੀਜ਼ਾਂ ਤੋਂ ਲੋਕ ਅਜੇ ਬਹੁਤ ਗੁੱਸੇ 'ਚ ਨੇ। ਲੋਕ ਚਾਹੁੰਦੇ ਨੇ ਹੁਣ ਤੀਜਾ ਇਸ਼ੂ ਫਿਰ ਇਹ ਬਣਾਉਣਾ, ਕਿਉਂਕਿ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਵੇਖਣਾ, ਉਹਨਾਂ ਦੀ ਸਮਾਰਕ ਨੂੰ ਵੇਖਣਾ ਲੋਕਾਂ ਦੇ ਬੜੀ ਵੱਡੀ ਇਹ ਚਾਹਤ ਹੁੰਦੀ ਹੈ। ਜਿਸ ਤਰ੍ਹਾਂ ਇੱਕ ਸ਼ੇਰ ਵੀ ਹੈਗਾ ਕਿ ਸ਼ਹੀदों की चिताओं पे, शहीदों की चिताओं पे लगेंगे हर बरस मेले, वतन पे मिटने वालों का बाकी यही निशान होगा। ਇਹ ਤਾਂ ਇੱਕੋ ਨਿਸ਼ਾਨ ਹੈ ਜਿਹੜੀ ਹਿਸਟਰੀ 'ਚ ਹੈ। ਜਿਹੜੇ ਸਮਾਰਕ ਨੇ ਜਿਨ੍ਹਾਂ ਨੂੰ ਵੇਖਣਾ ਆਰਕੀਓਲੋਜੀ ਡਿਪਾਰਟਮੈਂਟ ਕੋ ਹੁੰਦਾ ਹੈ, ਉਹ ਦੇਖ ਰੇਖ ਕਰ ਰਿਹਾ, ਉਹਦੇ 'ਚ ਭਾਰਤ ਸਰਕਾਰ ਹੈਗੀ ਹੈ। ਪਰ ਜੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਗੱਲਾਂ ਜਿਹੜੀਆਂ ਲੋਕਾਂ 'ਤੇ ਬਗੈਰ ਮਤਲਬ ਲਾਗੂ ਹੋਣਗੀਆਂ, ਉਹ ਲੋਕ ਨਹੀਂ ਮੰਨਣਗੇ। ਇਹਦੇ 'ਚ ਇਹ ਲੋਕ ਇਹ ਵੱਡਾ ਇਸ਼ੂ ਬਣੂਗਾ, ਕਿਉਂਕਿ ਜਿਹੜੇ ਫ੍ਰੀ ਆਫ ਕਾਸਟ ਜਾਣਾ ਚਾਹੀਦਾ, ਕਿਉਂਕਿ ਅੱਗੇ ਤਾਂ ਦਰਬਾਰ ਸਾਹਿਬ ਹੈ, ਗੋਲਡਨ ਟੈਂਪਲ ਲੋਕ ਸਜਦਾ ਕਰਨ ਜਾਂਦੇ ਆ, ਮੱਥਾ ਟੇਕਣ ਜਾਂਦੇ, ਨਾਲ ਫਿਰ ਸ਼ਹੀਦਾਂ ਨੂੰ ਪ੍ਰਣਾਮ ਵੀ ਕਰਦੇ ਆ, ਇੱਕ ਲਾਈਨ 'ਚ ਹੈਗੇ ਆ। ਔਰ ਉਹ ਏਰੀਆ ਇੰਨਾ ਸਾਫ਼ ਸੁਥਰਾ ਹੋ ਗਿਆ, ਇਹ ਬਾਦਲ ਸਰਕਾਰ ਦੇ ਟਾਈਮ ਦਾ। ਤੁਸੀਂ ਕਿਤੇ ਜਾਓ, ਤੁਸੀਂ ਚੱਲ ਕੇ ਦੇਖੋ, ਉੱਥੇ ਕੋਈ ਐਂਟਰੀ ਨਹੀਂ ਗੱਡੀ ਦੀ, ਕਿਸੇ ਬੱਸ ਦੀ, ਕਿਸੇ 4 ਵੀਲਰ ਦੀ, ਕਿਸੇ ਸਾਈਕਲ ਦੀ। ਲੋਕ ਔਨ ਫੁੱਟ ਯਾਤਰਾ ਕਰਦੇ ਆ, ਮੱਥਾ ਟੇਕਦੇ ਆ। ਔਰ ਬਾਹਰਲੇ ਦੇਸ਼ਾਂ 'ਚੋਂ, ਬਾਹਰਲੇ ਸੂਬਿਆਂ ਤੋਂ ਲੋਕ ਆਉਂਦੇ, ਮੱਥਾ ਟੇਕਦੇ ਆ। ਔਰ ਉਹ ਏਰੀਆ ਇੰਨਾ ਸਾਫ਼ ਸੁਥਰਾ ਹੋ ਗਿਆ। ਪਰ ਜੇ ਅਸੀਂ ਅੰਦਰ ਜਾ ਕੇ ਵੇਖਾਂਗੇ ਤਾਂ ਉਹਦੇ ਵਿੱਚ ਇਹਨਾਂ ਨੇ ਜਲਿਆਂਵਾਲੇ ਬਾਗ 'ਚੋਂ ਆ ਰਿਹਾ ਕਿ ਬਹੁਤ ਤੋੜ ਭੰਨ ਹੋ ਗਈ, ਬੜਾ ਕੁਝ ਕੀਤਾ। ਔਰ ਉਹਦੀ ਐਂਟਰੀਆਂ ਜਿਹੜੀਆਂ ਇੱਕ ਪਾਸੇ ਕਰ ਦਿੱਤੀਆਂ। ਇਹ ਮਸਲਾ ਬੜਾ ਲੰਬਾ ਹੈਗਾ ਔਰ ਮੈਂ ਇਹਦੇ 'ਤੇ ਸ਼ਾਇਦ ਜ਼ਿਆਦਾ ਇਸ ਕਰਕੇ ਬੋਲ ਰਿਹਾ, ਬੜਾ ਜਜ਼ਬਾਤ ਸਾਂਝੇ ਨੇ, ਭਾਵੁਕਤਾ ਵੀ ਹੈਗੀ ਹੈ ਸਾਡੀ ਇਹਦੇ 'ਚ। ਜੇ ਇਸ ਤਰ੍ਹਾਂ ਦੇ ਅਸੀਂ ਖਬਰ ਸੁਣਾਂਗੇ ਤਾਂ ਸਾਡੇ ਕੋਲ ਸਾਰ ਘੱਟ ਹੁੰਦੀ ਹੈ। ਗੱਲ ਇਹ ਹੈ ਨਾ ਕਿ ਸਾਡੇ ਸੰਸਕਾਰਾਂ ਨਾਲ ਜੁੜੀ ਹੋਈ ਗੱਲ ਹੈ, ਸਾਡੇ ਇਤਿਹਾਸ ਨਾਲ ਜੁੜੀ ਹੋਈ ਗੱਲ ਹੈ, ਆਜ਼ਾਦੀ ਦੇ ਅੰਦੋਲਨ ਨਾਲ ਜੁੜੀ ਹੋਈ ਗੱਲ ਹੈ। ਉਹਦੀ ਐਂਟਰੀ ਦੇ ਜਿੱਥੋਂ ਜਨਰਲ ਡਾਇਰ ਆਪਣਾ ਟੈਂਕ ਲੈ ਕੇ ਗਿਆ ਮਸ਼ੀਨ ਗਨ ਵਾਲਾ, ਤੇ ਉੱਥੇ ਹੀ ਜਿਹੜੀ ਉਹ ਸਾਈਡਾਂ ਦੇ ਉੱਤੇ ਚਿੱਤਰਕਾਰੀ ਕੀਤੀ, ਉਹ ਇਦਾਂ ਬਣਾ ਦਿੱਤਾ ਜਿਵੇਂ ਲੋਕ ਮੇਲੇ ਚੱਲੇ ਨੇ। ਠੀਕ ਹੈ, ਉਸ ਵਕਤ ਵਿਸਾਖੀ ਦਾ ਮਾਹੌਲ ਸੀ, ਸਾਰੇ ਜਾਣੇ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਏ ਹੋਏ ਸੀ, ਇੱਕ ਵਿਸਾਖੀ ਦਾ ਮੇਲਾ ਹੀ ਸੀ। ਲੇਕਿਨ ਜੋ ਦੁਖਦਾਈ ਚੀਜ਼ ਹੈ ਉਹ ਵੀ ਤਾਂ ਦਿਖਾਓ। ਫਿਰ ਦੂਜੀ ਗੱਲ, ਜਲਿਆਂਵਾਲਾ ਬਾਗ ਚਾਰੋਂ ਪਾਸਿਓਂ ਬੰਦ ਹੈ, ਸਿਰਫ ਇੱਕੋ ਹੀ ਰਸਤਾ ਸੀ ਜਿੱਥੇ ਉਹਨੇ ਮਸ਼ੀਨ ਗਨ ਲਗਾ ਦਿੱਤੀ ਸੀ, ਫਾਇਰਿੰਗ ਕੀਤੀ। ਇਹਨਾਂ ਨੇ ਭੰਨ ਕੇ ਦੂਜੇ ਪਾਸੇ ਇੱਕ ਰਸਤਾ ਕੱਢ ਦਿੱਤਾ, ਉਹ ਜਾ ਕੇ ਇੱਕ ਮਾਰਕੀਟ 'ਚ ਖੁੱਲਦਾ, ਬੜੀ ਪੌਸ਼ ਮਾਰਕੀਟ। ਹੁਣ ਦੇਖਣ ਵਾਲਿਆਂ ਨੂੰ ਇਤਿਹਾਸ ਤੇ ਪਤਾ ਹੀ ਨਹੀਂ ਲੱਗਾ, ਉਹ ਕਹਿਣਗੇ ਦੂਜਾ ਰਸਤਾ ਵੀ ਹੈਗਾ ਸੀ। ਔਰ ਉਹ ਪੌਸ਼ ਮਾਰਕੀਟ ਦੇ ਵਿੱਚ ਭਾਵਨਾ ਕਿੱਥੇ ਗਈ? ਮਤਲਬ ਤੁਸੀਂ ਉਹਨੂੰ ਜਲਿਆਂਵਾਲੇ ਬਾਗ ਨੂੰ ਸ਼ਹੀਦੀ ਸਮਾਰਕ ਦੀ ਥਾਂ ਤੇ ਇੱਕ ਪਿਕਨਿਕ ਸਪੌਟ ਬਣਾ ਕੇ ਰੱਖ ਦਿੱਤਾ। ਮਤਲਬ ਤੁਸੀਂ ਕੀ ਚਾਹੁੰਦੇ ਕੀ ਹੋ? ਇਤਿਹਾਸ ਭੁਲਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ? ਇਤਿਹਾਸ ਨੂੰ ਗੁੰਮ ਕਰ ਦੇਣਾ ਚਾਹੁੰਦੇ ਹੋ? ਤੁਸੀਂ ਇਤਿਹਾਸ ਦੇ ਨਾਲ ਪਛਾਣ ਨਹੀਂ ਹੋਣ ਦੇਣਾ ਚਾਹੁੰਦੇ ਨਵੀਂ ਪੀੜ੍ਹੀ ਦੀ? ਇਹ ਕੌਣ ਲੋਕ ਨੇ ਜੋ ਇਦਾਂ ਦਾ ਇਤਿਹਾਸ ਸਿਰਜਦੇ ਨੇ ਜਿਨ੍ਹਾਂ ਦਾ ਸੱਚਾਈ ਨਾਲ ਕੋਈ ਵਾਹ ਵਾਸਤਾ ਨਹੀਂ? ਜਿਹੜਾ ਸੱਚਾਈ ਦਾ ਇਤਿਹਾਸ ਹੈ ਸਾਡਾ ਜਲਿਆਂਵਾਲੇ ਬਾਗ ਦਾ, ਉਹ ਤੇ ਅਤਿਅੰਤ ਡਰਾਵਨਾ ਹੈ, ਉਹ ਤੇ ਅਤਿਅੰਤ ਦੁਖਦਾਈ ਹੈ। ਰੇਂਗ ਤੇ ਖੜੇ ਹੋ ਜਾਂਦੇ ਨੇ ਕਿ ਕਿੱਦਾਂ ਗੋਲੀਆਂ ਨਾਲ ਭੁੰਨ ਸੁੱਟਿਆ ਸੀ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਔਰਤਾਂ ਨੂੰ, ਜਵਾਨਾਂ ਨੂੰ।
ਜਿਵੇਂ ਦਾਣੇ ਭੁੰਨੀਦੇ ਨੇ, ਇਦਾਂ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਉਹ ਭਾਵਨਾ ਪੈਦਾ ਹੁੰਦੀ ਹੈ, ਲੋਕ ਉੱਥੇ ਕੋਲਡ ਡਰਿੰਕ ਪੀਂਦੇ ਤੁਰੇ ਫਿਰਦੇ ਨੇ, ਲੋਕ ਉੱਥੇ ਦੇ ਸ਼ਾਇਦ ਤੁਹਾਨੂੰ ਪਤਾ ਹੈਗਾ, ਤੁਸੀਂ ਦੇਖਿਆ ਹੋਊਗਾ, ਮਿੱਟੀ ਲੈ ਕੇ ਗਏ ਸੀ, ਮਿੱਟੀ ਇੱਥੋਂ ਲੈ ਕੇ ਗਿਆ, ਖੂਨ ਨਾਲ ਲੱਤਪੱਤ ਜਿਹੜੀ ਮਿੱਟੀ ਆ ਉਹਨਾਂ ਸ਼ੀਸ਼ੀ 'ਚ ਪਾ ਕੇ ਖਟਖਟ ਕਲਾਂ ਜੇ ਵੀ ਅਜਾਇਬ ਘਰ 'ਚ ਪਈ ਆ, ਉਹ ਦੇਖੋ ਉਹਨਾਂ ਨੂੰ ਉੱਥੋਂ ਇੰਨੀ ਜ਼ਿਆਦਾ ਜਿਹੜਾ ਮਨ 'ਚ ਇਹਨਾਂ ਦੁੱਖ ਹੋਇਆ, ਉਹਨਾਂ ਨੇ ਵੇਖਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਕੁਝ ਬਦਲਿਆ, ਬੜਾ ਕੁਝ ਬਦਲਿਆ ਇਹੋ ਜਿਹੀ ਜਿਹੜੇ ਸਮਾਰਕ ਨੂੰ ਦੇਖ ਕੇ, ਇਹੋ ਜਿਹੀ ਧਰਤੀ ਨੂੰ ਦੇਖ ਕੇ, ਔਰ ਉਹਨਾਂ ਦੇ ਵਿੱਚ ਇੰਨਾ ਬਦਲਾਅ ਆਇਆ। ਔਰ ਉਹ ਇਹ ਅਸੀਂ ਫਿਰ ਉਹਦੇ ਵਿੱਚ ਉਹਨੂੰ ਉਹਦੀ ਬਣਤਰ ਨੂੰ ਵਿਗੜਾ ਰਹੇ ਹਾਂ, ਉਹਦੇ ਇਮਾਰਤੀ ਹੁਨਰ ਨੂੰ ਵਿਗੜਾ ਰਹੇ ਹਾਂ। ਅਸੀਂ ਜਿਹੜੇ ਇਸ ਗੱਲ ਨੂੰ ਜਿੱਥੋਂ ਤੱਕ ਪਹੁੰਚਦੇ ਹਾਂ, ਇਤਿਹਾਸ ਦੇ ਜਿਹੜੇ ਅਧਿਆਇ ਜਿਹੜੇ ਉਹਨਾਂ ਨੂੰ ਸਾਫ਼ ਕਰ ਰਹੇ ਹਾਂ, ਬਸ ਉਹ ਜਿਹੜੇ ਲਿਖੇ ਅਧਿਆਇ। ਜਿਹੜੇ ਤੁਸੀਂ ਘਟਨਾਕ੍ਰਮ ਦੀ ਗੱਲ ਕੀਤੀ ਆ, ਭਗਤ ਸਿੰਘ ਆਪਣੇ ਸਕੂਲ ਜਾਣਾ ਸੀ, ਸਕੂਲ ਨਾ ਜਾ ਕੇ ਲਾਹੌਰ ਤੋਂ ਗੱਡੀ 'ਚ ਬਹਿ ਕੇ, ਟ੍ਰੇਨ 'ਚ ਬਹਿ ਕੇ, ਰੇਲ ਗੱਡੀ 'ਚ ਬਹਿ ਕੇ ਅੰਮ੍ਰਿਤਸਰ ਆਉਂਦੇ ਨੇ, ਮਿੱਟੀ ਲੈ ਕੇ ਫਿਰ ਵਾਪਸ ਲਾਹੌਰ ਜਾਂਦੇ ਨੇ। ਇੱਕ ਬਾਲ ਮਨ ਦੇ ਉੱਤੇ, ਛੋਟੇ ਜਿਹੇ ਬੱਚੇ ਦੇ ਮਨ ਦੇ ਉੱਤੇ ਇਸ ਘਟਨਾ ਦਾ ਅਸਰ ਹੈ, ਔਰ ਉਸ ਘਟਨਾ ਨੇ ਮੋਟੀਵੇਟ ਕੀਤਾ। ਉਸ ਤੋਂ ਬਾਅਦ ਉਹ ਆਜ਼ਾਦੀ ਦੀ ਲੜਾਈ ਦੇ ਵਿੱਚ ਆਉਂਦੇ ਨੇ, ਕਿਉਂਕਿ ਪਰਿਵਾਰ ਦੇ ਵਿੱਚ ਤਾਂ ਮਾਹੌਲ ਹੈਗਾ ਹੀ ਹੈ, ਚਾਚਾ ਜੀ, ਪਿਤਾ ਜੀ, ਸਾਰੇ ਮਾਹੌਲ, ਘਰ ਵਿੱਚ ਸਾਰੀਆਂ ਗੱਲਾਂ ਹੀ ਇਹ ਹੁੰਦੀਆਂ ਨੇ, ਨਾਲ ਇਹ ਘਟਨਾਵਾਂ, ਔਰ ਫਿਰ ਮੋਟੀਵੇਟ ਹੋਣਾ ਔਰ ਆਜ਼ਾਦੀ ਦੀ ਲੜਾਈ ਵਾਸਤੇ ਲੜਨਾ। ਤੁਸੀਂ ਸ਼ਹੀਦਾਂ ਨੂੰ ਤੁਸੀਂ ਕਿੱਥੇ, ਆ ਸਾਰਾ ਕੁਝ ਮਾਰਕੀਟ ਹੀ ਰਹਿ ਗਈ ਹੈ, ਮਲਟੀਨੈਸ਼ਨਲ ਕੰਪਨੀਆਂ ਰਹਿ ਗਈਆਂ ਨੇ, ਸਾਰਾ ਕੁਝ ਆਹੀ ਰਹਿ ਗਿਆ, ਸਾਰਾ ਦਿਨ ਬਹਿ ਕੇ ਇਹੀ ਗੱਲਾਂ ਕਰਨੀਆਂ ਨੇ। ਇਤਿਹਾਸ ਕਿੱਥੇ ਗਿਆ? ਉਹ ਲੋਕ ਕੌਣ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਫਾਂਸੀ ਦੇ ਰੱਸੇ ਆਪਣੇ ਗਲਾਂ 'ਚ ਪਾਏ, ਆਪਣੀਆਂ ਜਾਨਾਂ ਦਿੱਤੀਆਂ? ਕੌਣ ਨੇ ਉਹ ਲੋਕ? ਉਹਨਾਂ ਬਾਰੇ ਤੁਸੀਂ ਕੋਈ ਜਾਣ ਪਛਾਣ ਨਹੀਂ ਕਰਵਾਉਂਦੇ ਪਏ। ਔਰ ਰਾਜਨੀਤੀ ਨੂੰ ਔਰ ਆਪਣੇ ਆਪ ਨੂੰ, ਆਪਣੀ ਇਮੇਜ ਬਿਲਡਿੰਗ ਨੂੰ ਇਸ ਤਰ੍ਹਾਂ ਹਾਵੀ ਕੀਤਾ ਹੋਇਆ ਲੋਕਾਂ ਦੇ ਮਨਾਂ ਦੇ ਉੱਤੇ ਕਿ ਤੁਸੀਂ ਉਹਨਾਂ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਵਾਸ਼ ਕਰ ਦੇਣਾ ਚਾਹੁੰਦੇ ਹੋ, ਖਤਮ ਕਰ ਦੇਣਾ ਚਾਹੁੰਦੇ ਹੋ, ਕਿ ਜਿੱਥੇ ਦਿਖੋ ਤੁਸੀਂ ਦਿਖੋ, ਬਸ ਉਹਨਾਂ ਨੂੰ ਉੱਥੇ ਦਿਖਾਉਂਦੇ ਹੋ ਜਿੱਥੇ ਉਹਨਾਂ ਦੇ ਨਾਂ ਦੇ ਉੱਤੇ ਤੁਸੀਂ ਰਾਜਨੀਤੀ ਖੇਡਣੀ ਹੈ, ਵੋਟਾਂ ਲੈਣੀਆਂ ਨੇ, ਉੱਥੇ ਸਿਰਫ ਉਹਨਾਂ ਨੂੰ ਦਿਖਾਉਂਦੇ ਹੋ, ਬਾਕੀ ਥਾਵਾਂ ਤੇ ਤੁਸੀਂ ਦਿਖਣਾ ਚਾਹੁੰਦੇ ਹੋ। ਤੁਸੀਂ ਕੌਣ ਹੋ ਬਈ? ਇਹਨਾਂ ਨੂੰ ਨਹੀਂ ਸਮਝ ਆਏਗੀ, ਜੇ ਪਤਾ ਨਹੀਂ ਲੱਗਦਾ ਤੇ ਸਲਾਹ ਮਸ਼ਵਰਾ ਹੀ ਕਰ ਸਕਦੇ ਆ ਲੋਕ, ਬੜੇ ਸੂਝਵਾਨ ਆ, ਜਿੰਨੇ ਇਤਿਹਾਸਕਾਰ ਨੇ, ਜਿੰਨੇ ਹਿਸਟੋਰੀਅਨ ਨੇ, ਜਿੰਨੇ ਪ੍ਰੋਫੈਸਰ ਨੇ ਜਾਂ ਵਾਈਸ ਚਾਂਸਲਰ ਨੇ ਬੈਠੇ ਯੂਨੀਵਰਸਿਟੀਆਂ 'ਚ ਜਿਹੜੇ ਪੜ੍ਹਾ ਰਹੇ ਆ, ਉਹ ਦੱਸ ਸਕਦੇ ਆ ਕਿ ਪਿੱਛੇ ਇਤਿਹਾਸ ਦੇਖੋ, ਆਹ ਚੀਜ਼ ਹੈਗੀ ਆ, ਆਹ ਦੇਖੋ, ਆਹ ਜਿਹੜੇ ਇਮਾਰਤੀ ਹੁਨਰ ਆ ਹੈਗਾ, ਇਹਨੂੰ ਅਸੀਂ ਜੇ ਸਵਾਰ ਨਹੀਂ ਸਕਦੇ ਤੇ ਤੋੜੋ ਮਤ। ਸਵਾਰਨਾ ਤਾਂ ਚਾਹੀਦਾ ਨਹੀਂਗਾ, ਉਹਨੂੰ ਬਚਾਉਣਾ ਚਾਹੀਦਾ। ਜਿਹੜੀ ਆਰਕੀਓਲੋਜੀ ਡਿਪਾਰਟਮੈਂਟ ਆ, ਉਹਦਾ ਮਤਲਬ ਹੈਗਾ ਉਹਨੂੰ ਸੇਵ ਕਰਨਾ, ਬਚਾਉਣਾ, ਪ੍ਰੀਜ਼ਰਵ ਕਰਨਾ। ਜਿਹੜੀ ਸਿੰਧੂ ਘਾਟੀ ਦੀ ਸਭਿਅਤਾ ਸੀ, ਮਹੰਜੋਦੜੋ ਹੜੱਪਾ ਦਾ ਏਰੀਆ ਸੀਗਾ, ਉਹਨੂੰ ਇਹ ਸੱਚ ਵੇਖਿਆ, ਰੋਪੜ 'ਚੋਂ ਖੁਦਾਈ ਕੀਤੀ ਆ, ਉਹ ਇਹ ਸੱਚ ਨਿਕਲਿਆ। ਜੇ ਉਹਦੇ 'ਤੇ ਹਲ ਵਾਹ ਕੇ ਜ਼ਮੀਨ 'ਤੇ ਉੱਥੇ ਤੁਸੀਂ ਫਸਲਾਂ ਬੀਜ ਦਿੰਦੇ, ਉਹਦੇ 'ਚ ਰੋਖਾ ਗਾ ਦਿੰਦੇ, ਨਹੀਂ ਜੀ ਇਹਨੂੰ ਸਵਾਰ ਰਹੇ ਆ, ਚ ਕਲੋਨੀਆਂ ਬਣਾ ਰਹੇ ਆ, ਉਹ ਗੱਲ ਨਹੀਂ ਬਣਦੀ। ਗੱਲ ਤਾਂ ਹੈਗੀ ਅੱਜ ਦੁਨੀਆ ਯਾਦ ਕਰਦੀ ਆ, ਲੋਕ ਹਿਸਟਰੀ 'ਚ ਪੜ੍ਹਦੇ ਹੈਗੇ ਆ ਕਿ ਆਹ ਇਤਿਹਾਸ ਸੀਗਾ, ਬੋਲੀ ਸੀ, ਆਹ ਉਹਨਾਂ ਦਾ ਰਹਿਣ ਸਹਿਣ ਸੀਗਾ। ਜੇ ਅਸੀਂ ਤੋੜ ਭੰਨ ਲਾ ਦਾਂਗੇ ਤਾਂ ਕੀ ਲੱਭਾਂਗੇ? ਇਹੀ ਗੱਲ ਸਮਾਰਕਾਂ ਦੀ ਆ, ਇਹ ਸ਼ਹੀਦਾਂ ਦੀ ਜਿਹੜੀਆਂ ਯਾਦਾਂ ਨੇ, ਉਹਨਾਂ ਨੂੰ ਸੰਭਾਲ ਕੇ ਰੱਖਣ ਦਾ ਮਤਲਬ ਹੈਗਾ। ਜੇ ਇਹ ਨਹੀਂ ਸੰਭਾਲਣਗੇ ਤੇ ਫਿਰ ਨੇਤਾਗਿਰੀ ਰਹਿ ਗਈ। ਫਿਰ ਉਹਨਾਂ ਦੇ ਨਾਂ, ਤੁਹਾਡੀ ਗੱਲ ਸਹੀ ਹੈ ਕਿ ਜੇ ਬੋਲਣਾ ਉਦੋਂ ਸਟੇਜ ਤੋਂ ਸ਼ੁਰੂ ਕਰ ਦੇਣਾ ਤੇ ਅਸੀਂ ਇਨਕਲਾਬ ਦਾ ਨਾਅਰਾ ਲਾ ਰਹੇ ਹਾਂ, ਅਸੀਂ ਆ ਰਹੇ ਹਾਂ, ਅਸੀਂ ਉਹ ਪਗੜੀਆਂ ਬੰਨ ਰਹੇ ਹਾਂ, ਇਹ ਗੱਲਾਂ ਨਹੀਂ ਭਾਂਪਦੀਆਂ ਲੋਕਾਂ ਨੂੰ। ਗੱਲਾਂ ਉਹ ਭਾਂਪਦੀਆਂ, ਲੋਕ ਉਹ ਮਹਿਸੂਸ ਕਰਦੇ ਆ ਜਿਹੜੀਆਂ ਗੱਲਾਂ ਪ੍ਰੈਕਟੀਕਲ ਵਿਵਹਾਰਕ ਤੌਰ ਤੇ ਲੋਕਾਂ ਦੇ ਜ਼ਿਹਨ 'ਚ ਜਾਂਦੀਆਂ, ਉਹ ਗੱਲਾਂ ਨੂੰ ਲੋਕ ਸਮਝਦੇ। ਸਹੀ ਗੱਲ ਹੈ। ਮਤਲਬ ਤੁਸੀਂ ਲੋਕ ਕੌਣ ਹੁੰਦੇ ਹੋ? ਭਾਰਤ ਦੇ ਇਤਿਹਾਸ ਨਾਲ ਛੇੜਖਾਨੀ ਕਰਨ ਵਾਲੇ, ਭਾਰਤ ਦੇ ਇਤਿਹਾਸ ਨੂੰ ਚੇਂਜ ਕਰਨ ਵਾਲੇ ਕੌਣ ਹੁੰਦੇ ਹੋ? ਜ਼ੋਰ ਸ਼ੋਰ ਨਾਲ ਅਸੀਂ ਭਗਤ ਸਿੰਘ ਦੀ ਸੋਚ ਦੇ ਉੱਤੇ ਪਹਿਰਾ ਦੇਵਾਂਗੇ। ਤੁਸੀਂ ਕਦੀ ਭਗਤ ਸਿੰਘ ਨੂੰ ਪੜ੍ਹਿਆ? ਹਾਂ, ਤੁਹਾਨੂੰ ਪਤਾ ਭਗਤ ਸਿੰਘ ਦੀ ਸੋਚ ਕੀ ਹੈ? ਪਹਿਰਾ ਤਾਂ ਬਾਅਦ 'ਚ ਦਈਓ ਨਾ, ਪਹਿਲਾਂ ਤਾਂ ਇਹ ਦੱਸੋ ਉਹਦੀ ਸੋਚ ਕੀ ਹੈ। ਕਦੀ ਪੜ੍ਹਿਆ ਨਹੀਂ, ਕੋਈ ਪਛਾਣ ਨਹੀਂ ਤੁਹਾਡੀ ਭਗਤ ਸਿੰਘ ਨਾਲ, ਔਰ ਤੁਸੀਂ ਗੱਲਾਂ ਐਡੀਆਂ ਵੱਡੀਆਂ ਕਰਦੇ ਹੋ। ਖੈਰ, ਅਸੀਂ ਅੱਗੇ ਵਧੀਏ, ਕਿਉਂਕਿ ਇਹ ਤੇ ਅਸੀਂ ਕਹਾਂਗੇ ਕਿ ਵਾਹਿਗੁਰੂ ਹੀ ਮਾਲਕ ਹੈ, ਉਹ ਹੀ ਸੰਭਾਲੇ। ਆਪੇ ਸਮਝਣਗੇ ਤਾਂ ਠੀਕ ਹੈਗਾ, ਬਿਲਕੁਲ ਨਹੀਂ ਸਮਝਣਗੇ ਤੇ ਫਿਰ ਖਤਾ ਖਾਣਗੇ। ਔਰ ਖਤਾ ਖਾਣ ਵਾਲੇ ਦੇਖੋ ਜਿਹੜੇ ਹੁਣ ਇਹ ਨੌਜਵਾਨ ਨੇ, ਖਤਾ ਖਾਧੀ ਹੈ, ਜ਼ਿੰਦਗੀਆਂ ਪਤਾ ਨਹੀਂ ਕਿੱਥੇ ਕਿੱਥੇ ਬੀਤਦੀਆਂ ਪਈਆਂ। ਜੇਲ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਗੱਲ ਕਰੀਏ ਜੀ, ਤਾਂ ਤੁਸੀਂ ਦੇਖੋ ਹੁਣ 22 ਜੂਨ ਤੱਕ ਫਿਰ ਪੁਲਿਸ ਰਿਮਾਂਡ ਹੈ, ਤੇ 30-31 ਸਾਲਾਂ ਦਾ ਨੌਜਵਾਨ ਹੈ, ਤੇ ਦੇਖੋ ਲਾਅ ਗ੍ਰੈਜੂਏਟ ਆ। ਲਾਅ ਗ੍ਰੈਜੂਏਟ, ਇਹ ਦੇਖੋ ਹਾਲਤ ਕੀ ਬਣੀ ਪਈ। ਛੋਟੀ ਉਮਰ ਦਾ ਇਹ ਮੁੰਡਾ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਿਆ ਵੀ ਹੈਗਾ ਜੀ, ਔਰ ਲਾਅ ਸਟੂਡੈਂਟ ਆ, ਪੜ੍ਹਿਆ ਵੀ ਆ। ਉੱਥੇ ਇਲੈਕਸ਼ਨ ਸੀ, ਇਹਦੀ ਇਲੈਕਸ਼ਨ 'ਚ ਹਾਰ ਗਿਆ, ਇਹਨੂੰ ਗੁੱਸਾ ਆ ਗਿਆ, ਤੇ ਇਲੈਕਸ਼ਨ ਹਾਰਨ ਤੋਂ ਬਾਅਦ ਇਸ ਪਾਸੇ ਇਸ ਏਰੀਏ 'ਚ ਆ ਗਿਆ, ਔਰ ਇਸ ਆਉਣ ਕਰਕੇ ਇਹਨੇ ਬੜਾ ਕੁਝ ਕੀਤਾ। ਇੱਥੋਂ ਤੱਕ ਕਿਹਾ ਕਿ ਕਹਿੰਦੇ ਨੇ ਕਿ ਜੇਲ੍ਹ 'ਚ ਵੀ ਇਹਦਾ ਸਿੱਕਾ ਚੱਲਦਾ ਸੀ, ਜਿੱਥੇ ਤਿਹਾੜ ਜੇਲ੍ਹ ਸੀਗਾ ਜੀ। ਪਰ ਜਦੋਂ ਉਹ ਗ੍ਰਿਫਤਾਰੀ 'ਚ ਕੀਤਾ, ਪੰਜਾਬ ਗੌਰਮੈਂਟ ਨੂੰ ਮਿਲ ਗਏ ਇਹਦਾ, ਜਦੋਂ ਗ੍ਰਿਫਤਾਰੀ ਦੇ ਵਾਰੰਟ ਮਿਲ ਗਏ, ਔਰ ਇਹਨਾਂ ਨੇ ਉਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ 'ਤੇ ਬੜੀਆਂ ਕੰਡੀਸ਼ਨਾਂ ਰੱਖੀਆਂ ਜਦੋਂ ਲਿਆਉਣ ਲੱਗੇ, ਔਰ ਇਹਦੇ 'ਚ ਪੰਜਾਬ ਗੌਰਮੈਂਟ ਅਤੇ ਪੰਜਾਬ ਪੁਲਿਸ 'ਤੇ ਇਹ ਰੱਖਿਆ ਗਿਆ ਕਿ ਵੀਡੀਓਗ੍ਰਾਫੀ ਪਹਿਲਾਂ ਹੋਊਗੀ। 50 ਗੱਡੀਆਂ ਜਿਹੜੀਆਂ ਜਾ ਰਹੀਆਂ, ਬਖਤਰਬੰਦ ਗੱਡੀਆਂ ਵੱਡੀਆਂ ਹੈਗੀਆਂ, ਟੈਂਕ ਟਾਈਪ, ਉਹਦੇ 'ਚ ਬੈਠੇ ਆ,
ਉਹਦੇ 'ਚ ਇਹਨੂੰ ਡਬਲ ਹੱਥਕੜੀ ਵੀ ਲੱਗੀ ਹੈ। ਔਰ ਇਹਨੇ ਇਹ ਜਤਾਈ ਗੱਲ ਕਿ ਇਹ ਜਿਹੜਾ ਮੈਂ ਇਹਦੇ 'ਤੇ ਮੈਨੂੰ ਗ੍ਰਿਫਤਾਰ ਕੀਤਾ ਇਹ 'ਤੇ ਇਨਕਾਊਂਟਰ ਨਾ ਹੋ ਜਾਏ, ਕਿਉਂਕਿ ਕਈ ਵਾਰੀ ਹੁੰਦੇ ਵੀ ਆ, ਕਰਦੇ ਵੀ ਆ, ਪੁਲਿਸ ਦੇ ਵੀ ਕਈ ਚੀਜ਼ਾਂ ਲਕੂਨੇ ਹੈ ਇਹਦੇ ਵਿੱਚ। ਇਹ ਕਿਉਂਕਿ ਆਪ ਸਟੂਡੈਂਟ ਆ ਇਹਨੇ ਉਹਦੇ 'ਚ, ਪਰ ਹੁਣ ਜਦੋਂ ਇਹ ਆ ਗਏ 4 ਵਜੇ ਇੱਥੇ ਮਾਨਸਾ ਪਹੁੰਚੇ ਆ, ਔਰ ਉਦੋਂ ਬਾਅਦ ਉੱਥੇ ਜਿਹੜਾ ਸੀਆਈ ਸਟਾਫ ਦੇ ਵਿੱਚ ਆਏ ਆ, ਸੀਆਈ ਸਟਾਫ 'ਚ ਗ੍ਰਿਫਤਾਰ ਕਰਕੇ ਇਹਨਾਂ ਨੂੰ ਫਿਰ ਕੋਰਟ 'ਚ ਪੇਸ਼ ਕਰਨਗੇ। ਉਹਦੇ 'ਚ ਬੜੇ ਭੇਦ ਖੁੱਲ੍ਹ ਜਾਣੇ ਆ, ਔਰ ਜੋ ਇਹਨਾਂ ਦੀ ਪਲਾਨਿੰਗ ਆ ਜਾਂ ਜੋ ਕੁਝ ਹੋਇਆ ਉਹ ਜੁਡੀਸ਼ੀਅਲ ਰਿਮਾਂਡ ਵਿੱਚ ਬੜਾ ਕੁਝ ਮਿਲੇਗਾ ਉਹਨਾਂ ਨੂੰ, ਤਾਂ ਕਿ ਚਲੋ ਇੱਕ ਹੈਗਾ ਕਿ ਇਹਨਾਂ ਨੇ ਕੁਛ ਨਾ ਕੁਛ ਜੜ ਨੂੰ ਹੱਥ ਪਾ ਲਈ ਪੰਜਾਬ ਪੁਲਿਸ ਨੇ, ਔਰ ਦੇਰ ਬਾਅਦ ਬਹੁਤ ਦੇਰ ਹੋ ਗਈ ਆ, ਕਿਉਂਕਿ 29 ਮਈ ਨੂੰ ਸੀ ਇਹਨਾਂ ਦਾ ਕਤਲ ਹੋਇਆ, ਗੋਲੀਆਂ ਮਾਰੀਆਂ। ਤਾਂ ਅੱਜ ਤੋਂ ਦੇਖੋ ਕਿੰਨੀ ਤਰੀਕ ਹੋ ਗਈ ਹੁਣ, ਅੱਜ 15 ਹੋ ਗਿਆ ਹੈ। ਹਾਂ, ਤੇ ਇਹ ਕਾਫੀ ਅੱਧੇ ਮਹੀਨੇ ਤੋਂ ਉੱਪਰ ਚੱਲ ਗਿਆ ਕੰਮ, ਤੇ ਫਿਰ ਵੀ ਚਲੋ ਇਹਨਾਂ ਨੇ ਸਹੀ ਜਗ੍ਹਾ 'ਤੇ ਹੱਥ ਪਾਇਆ। ਜਿਹੜੇ ਸ਼ੱਕੀ ਬੰਦੇ ਉਹਨਾਂ ਨੂੰ ਨਹੀਂ ਘੜੀਸ ਕੇ ਲਿਆਂਦਾ, ਪਰ ਜਿਹਦੇ 'ਚ ਹੁਣ ਦੂਜਾ ਜਿਹੜਾ ਕੇਸ ਹੈਗਾ ਗੋਲਡੀ ਬਰਾੜ ਦੇ ਮਗਰ ਵੀ ਲੱਗੀ ਹੈ, ਔਰ ਉਹ ਕੈਨੇਡਾ ਬੈਠਾ, ਉੱਥੋਂ ਤੱਕ ਲਿਆਉਣਾ ਜਾਂ ਉੱਥੋਂ ਤੱਕ ਜਾ ਕੇ ਕੋਸ਼ਿਸ਼ ਕਰਨੀ, ਉਹ ਤਾਂ ਥੋੜ੍ਹਾ ਇਟ ਵਿਲ ਟੇਕ ਟਾਈਮ, ਉਹਦੇ ਵਿੱਚ ਤਾਂ ਸਮਾਂ ਲੱਗੂਗਾ। ਪਰ ਇਹਦੇ ਵਿੱਚ ਬਾਕੀ 8 ਮੁੰਡੇ ਵੀ ਇਹਨਾਂ ਲਿਆਂਦੇ ਆ ਫੜ ਕੇ, ਉਹਦੇ 'ਚ ਵੀ ਇਹਨਾਂ ਨੇ ਕੀਤਾ। ਇੱਕ ਤਾਂ ਇਹ ਜਿਹੜਾ ਬਿਸ਼ਨੋਈ ਹੈ, ਇਹ ਫਾਜ਼ਿਲਕਾ ਜ਼ਿਲ੍ਹੇ ਦਾ ਕੁਝ ਪਿੰਡ ਆ, ਉੱਥੋਂ ਦਾ ਇਹ ਪਿੰਡ, ਔਰ ਘਰੋਂ ਠੀਕ ਠਾਕ ਸੀਗਾ। ਪਰ ਜਦੋਂ ਮੁੰਡੇ ਜਵਾਨੀ ਹੈ, ਪਰ ਜਵਾਨੀ 'ਚ ਗਲਤ ਰਾਹ 'ਤੇ ਪੈ ਜਾਣ, ਉਹਦੇ 'ਚ ਆਪ ਤਾਂ ਇਹਨਾਂ ਨੂੰ ਦੁੱਖ ਸਹਿਣਾ, ਆਪ ਤਾਂ ਸੌਣਾ ਨਹੀਂ ਗਾ, ਨਾ ਚੱਜ ਨਾਲ ਰੋਟੀ ਖਾਣੀ ਹੈ। ਮਾਂ ਪਿਓ ਬੜਾ ਤੰਗ ਹੁੰਦਾ, ਜਿਨ੍ਹਾਂ ਦਾ ਬੱਚਾ ਮਰ ਗਿਆ ਉਹ ਬਹੁਤ ਵੱਡੇ ਵਕਤ ਵਿੱਚ ਹੈਗੇ, ਉਹਨਾਂ ਦਾ ਦਿਨ ਰਾਤ ਸੌਣਾ ਮਹਾਲ ਹੋ ਗਿਆ, ਨਹੀਂ ਸੌਂ ਸਕਦੇ, ਚੱਜ ਨਾਲ ਖਾ ਨਹੀਂ ਸਕਦੇ, ਉਹ ਤਾਂ ਚਿੰਤਾ 'ਚ ਗ੍ਰਸਤ ਨੇ ਇਹ ਵੇਲੇ। ਪਰ ਜਿਹੜੇ ਬੱਚੇ ਫੜੇ ਜਾਂਦੇ ਉਹਨਾਂ ਦਾ ਮਾਂ ਪਿਓ ਵੀ ਤਾਂ ਇਸ ਤਰ੍ਹਾਂ ਦਾ ਹੈਗਾ, ਕਿਉਂਕਿ ਇਹ ਹੁਕਮ ਤਾਂ ਮਾਂ ਪਿਓ ਦਾ ਮੰਨਦੇ ਨਹੀਂ ਹੋਣਗੇ, ਮੰਨਣ ਤੋਂ ਬਾਅਦ ਇਹ ਦੌੜ ਜਾਂਦੇ ਆ। ਜਿਸ ਤਰ੍ਹਾਂ ਹੁਣ ਜਗਰੂਪ ਸਿੰਘ ਹੈ, ਜੌੜਾ ਪਿੰਡ ਤਰਨਤਾਰਨ ਤੋਂ, ਉਹਦੇ ਦੇ ਲਈ ਉਹਨੂੰ ਗ੍ਰਿਫਤਾਰ ਕਰਨ ਲਈ ਗਏ ਸੀ ਉੱਥੇ, ਔਰ ਫੜਿਆ ਉਹਨਾਂ ਨੇ, ਔਰ ਉਹਦੇ 'ਚ ਉਹਦੇ ਮਾਂ ਪਿਓ ਨੂੰ ਪੁੱਛਿਆ, ਉਹਦੀ ਮਦਰ ਬੋਲ ਰਹੀ ਸੀਗੀ ਵੀ ਇਹ ਨਸ਼ਾ ਖਾਂਦਾ ਸੀਗਾ, ਉਹਦਾ ਵੀਡੀਓ ਆ ਵੀ ਉਹ ਨਸ਼ਾ ਖਾਂਦਾ ਸੀ, ਮੈਨੂੰ ਮਾਰਦਾ ਸੀ, ਮੇਰੇ ਕੋਲ ਲੈ ਜਾਂਦਾ ਪੈਸੇ, ਪਰ ਅਸੀਂ ਬੇਦਖਲ ਕਰ ਦਿੱਤਾ, ਉਹਨਾਂ ਨੇ ਚੁਪਕਾਇਆ ਆਪਣੇ ਡੋਰ 'ਤੇ, ਬਾਹਰਲੇ ਗੇਟ 'ਤੇ। ਔਰ ਉਹ ਦੇਖੋ ਅੱਛੇ ਘਰ ਸੀਗੇ, ਸਾਰਾ ਕੁਝ ਸੀਗਾ, ਕਮਾਈ ਨਹੀਂ ਕਰਨੀ, ਵਿਹਲੇ ਰਹਿਣਾ, ਨਸ਼ੇ ਖਾਣੇ ਆ। ਉਹਦੇ ਫਾਦਰ ਦੇ ਵੀ ਵੱਲੋਂ ਵੀ ਇਹੀ ਬਿਆਨ ਸੀਗਾ ਵੀ ਸਾਨੂੰ ਤੰਗ ਕਰਦਾ ਸੀਗਾ, ਤੁਸੀਂ ਜੋ ਕਰਨਾ ਕਰੋ, ਸਾਨੂੰ ਮਤਲਬ ਕੋਈ ਨਹੀਂ, ਅਸੀਂ ਇਹਦੇ ਪੈਰਵਾਈ ਨਹੀਂ ਕਰਾਂਗੇ। ਮਾਂ ਪਿਓ, ਮੇਰਾ ਮਤਲਬ ਕਹਿਣ ਦਾ ਹੈਗਾ ਕਿ ਮਾਂ ਪਿਓ ਵੀ ਪਿੱਛੇ ਕਿੰਨੇ ਤੰਗ, ਨਹੀਂ ਤੇ ਬੱਚਾ ਜਿਹੜਾ ਆਂਦਰਾਂ ਦੀ ਸਾਂਝ ਜਿਹਦੇ ਨਾਲ ਹੁੰਦੀ ਹੈ, ਜਿਹਨੇ ਬੱਚੇ ਨੂੰ ਪਾਲਿਆ, ਮਾਂ ਆਪਣੇ ਕੋਲੋਂ ਇਹ ਗੱਲ ਨਹੀਂ ਕਹਿ ਸਕਦੀ ਵੀ ਉਹਨੂੰ ਗੋਲੀ ਮਾਰ ਦਿਓ। ਅੱਕੀਆਂ ਮਾਵਾਂ ਕਹਿ ਰਹੀਆਂ ਜਿਨ੍ਹਾਂ ਨੂੰ ਸਤਾਇਆ, ਜਿਹੜੀਆਂ ਇਸ ਵੇਲੇ ਬਿਲਕੁਲ ਚਿੰਤਾ 'ਚ ਆ ਕਿ ਇਹਨਾਂ ਨੂੰ ਜੇ ਇਹ ਨਹੀਂ ਫੜੇ ਜਾਣਗੇ ਤਾਂ ਸਾਡੇ 'ਤੇ ਆ ਕੇ ਫਿਰ ਉਸੇ ਤਰ੍ਹਾਂ ਦਾ ਗੱਜ ਡਿੱਗੇਗੀ, ਸਾਡੇ 'ਤੇ ਤਲਵਾਰ ਲਹਿਰਾਈ ਜਾਊਗੀ, ਸਾਨੂੰ ਵੀ ਤੰਗ ਕੀਤਾ ਜਾਊਗਾ। ਔਰ ਇਹੋ ਜਿਹੀਆਂ ਗੱਲਾਂ ਮਾਪਿਆਂ ਨੂੰ ਬੜੀਆਂ ਚਿੰਤਾ 'ਚ ਡੋਬ ਦਿੰਦੀਆਂ। ਇਹੀ ਗੱਲ ਹੁਣ ਬਿਸ਼ਨੋਈ ਦੀ ਹੈ, ਜਿਹਨੂੰ ਫੜ ਕੇ ਲਿਆਂਦਾ ਇਹਨਾਂ ਨੇ। ਹੁਣ ਇਹਦੇ 'ਚ ਲਾਰੈਂਸ ਬਿਸ਼ਨੋਈ, ਵੇਖੋ ਨਾਮ ਹੀ ਦੇਖੋ ਕਿਸ ਤਰ੍ਹਾਂ ਦਾ ਹੈਗਾ, ਨਾਮ ਹੀ ਅੰਗਰੇਜ਼ਾਂ ਵਰਗਾ, ਲਾਰੈਂਸ ਹੈ ਕਿ ਨਹੀਂ। ਅਤੇ ਉਹ ਹੁਣ ਉਹਨੂੰ ਫੜ ਲਿਆ ਪੰਜਾਬ ਪੁਲਿਸ ਨੇ। ਹੁਣ ਇਹਦੇ 'ਚੋਂ ਬੜੇ ਭੇਦ ਖੁੱਲ੍ਹਣਗੇ, ਬੜਾ ਕੁਛ ਹੈਗਾ, ਅਤੇ ਇਸ ਕਰਕੇ ਇਹ ਜਿਹੜਾ ਹੁਣ ਇਹ ਮੁੰਡੇ ਅੱਗੇ ਫੜਾਏਗਾ, ਉਦੋਂ ਬਾਅਦ ਅੱਗੇ ਜਿਹੜੀ ਇੱਕ ਲਾਮ ਲਸ਼ਕਰ ਫੜਿਆ ਜਾਊਗਾ, ਕਿਉਂਕਿ ਦਿਨ ਦਿਹਾੜੇ 'ਤੇ ਕਤਲ ਹੋਇਆ। ਦਿਨ ਦਿਹਾੜੇ ਉਹਨੂੰ ਜਦੋਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ, ਉਹਦੇ 'ਚ ਜਿਹੜਾ ਜਵਾਰ ਕੇ ਪਿੰਡ, ਉਹਦੇ ਲੋਕਾਂ ਨੇ ਵੇਖਿਆ ਕਿ ਕੀ ਕੁਛ ਹੋਇਆ, ਕਿੰਨੇ ਮੁੰਡੇ ਆਏ, ਕਿੱਦਾਂ ਮਾਰਿਆ ਗਿਆ, ਅੱਖੀਂ ਵੇਖਿਆ ਲੋਕਾਂ ਨੇ ਪਿੰਡਾਂ 'ਚ। ਪਰ ਜਲਦੀ ਗੋਲੀ 'ਚ ਕੌਣ ਅੱਗੇ ਆਊਗਾ, ਜਦੋਂ ਵਿਛਾੜ ਹੋ ਰਹੀ ਗੋਲੀਆਂ ਦਾ ਮੀਂਹ ਵਰ ਰਿਹਾ, ਤਾਂ ਕੌਣ ਅੱਗੇ ਜਾਊਗਾ। ਕੋਈ ਆਪਣੀ ਮੌਤ ਨੂੰ ਕੋਈ ਇਹ ਨਹੀਂ ਬੁਲਾਉਂਦਾ, ਆਪ ਦੂਰ ਤਾਂ ਰਹੇ ਵਿਚਾਰੇ, ਪਰ ਅੱਖੀਂ ਵੇਖ ਕੇ ਵੇਖਿਆ ਵੀ ਦਿਨ ਦਿਹਾੜੇ ਹੋਇਆ। ਬੜਾ ਦੁਖਦਾਈ ਘਟਨਾ ਵਾਪਰੀ ਹੈ, ਜਿਹਦੇ 'ਚ ਇਕੱਲਾ ਪੰਜਾਬ ਨਹੀਂ, ਪੂਰਾ ਵਰਲਡ, ਵਿਸ਼ਵ, ਅੰਤਰਰਾਸ਼ਟਰੀ ਤੌਰ 'ਤੇ ਲੋਕ ਇਹਦੇ 'ਚ ਸ਼ਾਮਲ ਹੋਏ ਆ। ਪਾਕਿਸਤਾਨ 'ਚੋਂ ਵੀ ਲੋਕ ਆਏ ਬਹੁਤ, ਜਿਹੜੇ ਲੋਕ ਉਹਨਾਂ ਨੂੰ ਚਾਹੁੰਦੇ ਸੀਗੇ, ਇਹਦੇ ਗਾਣੇ ਸੁਣਦੇ ਸੀਗੇ, ਮੂਸਾਵਾਲ ਦੇ ਗਾਣੇ। ਔਰ ਉਹਦੇ 'ਚੋਂ ਬਾਕੀ ਸ਼੍ਰੀਲੰਕਾ ਤੱਕ ਕੀ ਹੈਗਾ, ਬੰਗਲਾਦੇਸ਼ ਤੱਕ ਵੀ ਲੋਕ, ਬੜੇ ਲੋਕਾਂ ਨੇ ਉੱਥੋਂ ਵੀਡੀਓ, ਕਿਉਂਕਿ ਵੀਡੀਓ ਤਾਂ ਅੱਜ ਕੱਲ੍ਹ ਪਤਾ ਲੱਗ ਜਾਂਦਾ ਵੀ ਕੌਣ ਦੁੱਖ ਪ੍ਰਗਟਾ ਰਿਹਾ, ਕੌਣ ਆ ਰਿਹਾ। ਔਰ ਦੇਖੋ ਕਿੰਨੀ ਦੁਖਦਾਈ ਘਟਨਾ ਹੋਈ ਆ, ਕੀਤੀ ਵੀ ਪੰਜਾਬ ਦੇ ਮੁੰਡਿਆਂ ਨੇ। ਬੜੀ ਮਾੜੀ ਗੱਲ ਹੈ, ਕਿਉਂਕਿ ਜੇ ਇਸੇ ਗੱਲ 'ਚ ਪੈ ਰਹਿਣਗੇ ਜਵਾਨ, ਤੇ ਫਿਰ ਅੱਗੇ ਕੀ ਜਾਣਗੇ, ਕੀ ਮਾਰਗਦਰਸ਼ਨ ਦੇਣਗੇ, ਕੀ ਲੋਕਾਂ ਤੱਕ ਜਾਣਗੇ, ਤੇ ਕੀ ਲੋਕਾਂ ਨੂੰ ਸਮਝਾਉਣਗੇ। ਇਹ ਬੜੀਆਂ ਮਾੜੀਆਂ ਗੱਲਾਂ ਪੰਜਾਬ 'ਚ ਵਾਪਰ ਰਹੀਆਂ। ਯੂਥ ਨੂੰ ਜਦੋਂ ਤੱਕ ਤੁਸੀਂ ਚੈਨਲਾਈਜ਼ ਨਹੀਂ ਕਰਦੇ, ਸਹੀ ਦਿਸ਼ਾ ਨਹੀਂ ਦਿੰਦੇ, ਉਹ ਕਿਸੇ ਪਾਸੇ ਵੀ ਜਾ ਸਕਦੀ ਹੈ। ਬਿਲਕੁਲ, ਸਾਡੇ ਸਾਹਮਣੇ ਭਗਤ ਸਿੰਘ ਵੀ ਹੈ, ਉਹ ਵੀ ਯੂਥ ਹੈ। ਉਹ ਕਿਸ ਪਾਸੇ ਗਿਆ ਤੇ ਆਜ਼ਾਦੀ ਵੱਲ ਵੱਧਦਾ ਹੈ, ਆਜ਼ਾਦੀ ਦੀ ਲੜਾਈ ਵੱਲ ਵੱਧਦਾ ਹੈ, ਤੇ ਆਜ਼ਾਦੀ ਮਿਲਦੀ ਹੈ ਐਸੇ ਨੌਜਵਾਨਾਂ ਦੀਆਂ ਕੁਰਬਾਨੀਆਂ ਸਦਕਾ। ਉਹਨਾਂ ਦਾ ਪਰਿਵਾਰ ਹੀ ਇਸ ਤਰ੍ਹਾਂ ਦਾ ਹੈ, ਔਰ ਇਹ ਵੀ ਯੂਥ ਹੈ,
ਹਾਂ ਇਹ ਯੂਥ ਗੈਂਗਸਟਰਸ ਬਣਦੇ ਨੇ, ਜੇਲ੍ਹਾਂ ਦੇ ਵਿੱਚ ਪਏ ਹੋਏ ਨੇ, ਔਰ ਇਹਨਾਂ ਦੇ ਨਾਂ ਦੇ ਉੱਤੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ, ਇਹਨਾਂ ਦੇ ਨਾਂ ਦੇ ਉੱਤੇ ਧਮਕੀਆਂ ਦਿੱਤੀਆਂ ਜਾ ਰਹੀਆਂ। ਬਿਲਕੁਲ। ਹੁਣ ਅਸਲੀਅਤ ਕੀ ਹੈ ਕਿ ਇਹ ਵਾਕਈ ਉਹਦੇ 'ਚ ਇਨਵੋਲਵ ਨੇ ਕਿ ਨਹੀਂ, ਇਹ ਤੇ ਤਹਿਕੀਕਾਤ ਦਾ ਵਿਸ਼ਾ। ਇਹਨਾਂ ਨੂੰ ਸ਼ਾਇਦ ਹੋ ਸਕਦਾ ਪਤਾ ਹੀ ਨਾ ਹੋਵੇ ਕਿ ਸਾਡੇ ਨਾਂ ਦੇ ਉੱਤੇ ਫਿਰੌਤੀਆਂ ਵੀ ਮੰਗਦੇ ਪਏ ਨੇ ਲੋਕ, ਧਮਕੀਆਂ ਵੀ। ਇਹ ਗੱਲ ਸਹੀ ਤੁਹਾਡੀ। ਕਈ ਵਾਰੀ ਜਿਹੜਾ ਨਾਂ ਜਿਹੜਾ ਲੋਕਾਂ 'ਚ ਚਲ ਜਾਂਦਾ ਨਾ, ਜਾਂ ਲੋਕਾਂ ਦੇ ਵਿੱਚ ਡਰ ਪੈਦਾ ਕਰ ਦਿੰਦਾ, ਦਹਿਸ਼ਤ ਪੈਦਾ ਕਰ ਦਿੰਦਾ, ਫਿਰ ਲੋਕ ਉਹਦੇ ਨਾਂ ਤੇ ਪੈਸਾ ਇਕੱਠਾ ਕਰਦੇ ਆ। ਜਦੋਂ ਕਿਤੇ ਲੜਦੇ ਆ ਤਾਂ ਕਹਿੰਦੇ ਤੈਨੂੰ ਪਤਾ ਨਹੀਂਗਾ ਮੈਂ ਫਲਾਣੇ ਦਾ ਹੈਗਾ ਬੰਦਾ ਹੈਗਾ, ਮੈਨੂੰ ਉਹਨੇ ਭੇਜਿਆ, ਮੈਂ ਉਹਦਾ ਭਤੀਜਾ ਵਾਂ, ਮੈਂ ਉਹਦਾ ਹੈ ਨਾ ਮਾਸੀ ਦਾ ਮੁੰਡਾ ਵਾਂ। ਇਸ ਤਰ੍ਹਾਂ ਦੀਆਂ ਗੱਲਾਂ ਬਣ ਜਾਂਦੀਆਂ। ਔਰ ਜਿਹੜਾ ਫਰੌਤੀਆਂ ਦਾ ਤੁਸੀਂ ਗੱਲ ਕੀਤੀ ਹੈ, ਇਸ ਵੇਲੇ ਇਹ ਵੀ ਬੜੀ ਵੱਡੀ ਚਰਚਾ ਹੋ ਰਹੀ ਹੈ। ਵਪਾਰੀਆਂ ਕੋਲੋਂ ਪੈਸਾ ਇਕੱਠਾ ਕੀਤਾ ਜਾ ਰਿਹਾ, ਧਮਕੀਆਂ ਵੀ ਆ ਰਹੀਆਂ ਉਹਨਾਂ ਨੂੰ, ਕਿਉਂਕਿ ਹੁਣ ਉਹ ਵਿਚਾਰੇ ਡਰੇ ਆ। ਜਦੋਂ ਦੀ ਸਿੱਧੂ ਮੂਸੇਵਾਲਾ ਦੀ ਡੈਥ ਹੋ ਗਈ ਆ, ਕਤਲਕਾਂਡ ਹੋਇਆ, ਲੋਕਾਂ ਦੇ ਯਾਰ ਅਸੀਂ ਨਾ ਕਿਤੇ ਮਾਰੇ ਜਾਈਏ, ਕਿਉਂਕਿ ਦਿਨ ਦਿਹਾੜੇ ਆ ਜਾਂਦੇ, ਕਹਿੰਦੇ ਨੇ ਉਹਨਾਂ ਨੂੰ ਠੋਕ ਦੇਾਂਗੇ। ਕਈਆਂ ਨੂੰ ਫੋਨ ਵੀ ਆਏ ਨੇ ਕਿ ਸਾਨੂੰ ਇੰਨਾ ਪੈਸਾ ਦੇ ਦਿਓ, ਪੁਲਿਸ ਕੋਲ ਜਾਓਗੇ ਤਾਂ ਵੀ ਠੋਕ ਦੇਾਂਗੇ, ਜੇ ਫੋਨ ਕੱਟ ਦਿਓਗੇ ਤਾਂ ਵੀ ਠੋਕ ਦੇਾਂਗੇ, ਜਿੱਥੋਂ ਮਿਲੋਗੇ ਉੱਥੋਂ ਠੋਕ ਦੇਾਂਗੇ, ਅਸੀਂ ਆਪਣੇ ਬੰਦੇ ਤੁਹਾਡੇ ਮਗਰ ਲਾਏ ਹੋਏ ਨੇ, ਉਹ ਤੁਹਾਡੀ ਹਰ ਗਤੀਵਿਧੀ ਦੇ ਉੱਤੇ ਨਜ਼ਰ ਰੱਖਦੇ ਪਏ ਨੇ। ਔਰ ਇਹ ਸਾਰੀਆਂ ਗੱਲਾਂ ਲੈ ਕੇ ਵਪਾਰੀ ਲੋਕ ਗਏ ਨੇ ਪੁਲਿਸ ਕੋਲ ਕਿ ਸਾਨੂੰ ਇਹ ਧਮਕੀਆਂ ਮਿਲਦੀਆਂ ਪਈਆਂ ਔਰ ਸਾਡੇ ਵਾਸਤੇ ਸਾਡਾ ਬਿਜ਼ਨਸ ਕਰਨਾ ਔਖਾ ਹੋ ਗਿਆ, ਸਾਡੇ ਪਰਿਵਾਰਾਂ ਦੀ ਸਿਕਿਉਰਿਟੀ, ਆਪਣੀ ਸਿਕਿਉਰਿਟੀ। ਇਹ ਮਾਹੌਲ ਜਿਹੜਾ ਹੈ ਨਾ, ਇਹ ਅਜੀਬ ਜਿਹਾ ਬਣਦਾ ਜਾ ਰਿਹਾ ਹੈ। ਇੱਦਾਂ ਲੱਗ ਰਿਹਾ ਜਿਵੇਂ ਕਿਓਸ, ਇੱਕ ਡਿਸਆਰਡਰ ਹੁੰਦਾ ਜਾ ਰਿਹਾ ਹੈ ਕਿ ਹੱਥੋਂ ਬਾਹਰ ਨਿਕਲਣ ਦੀ ਗੱਲ ਲੱਗ ਰਹੀ ਹੈ। ਪਰ ਲੱਗਦਾ ਨਹੀਂ ਕਿ ਮਾਨ ਸਾਹਿਬ ਔਰ ਭਗਵੰਤ ਮਾਨ ਦੀ ਜੋ ਸਰਕਾਰ ਹੈ ਇਸ ਗੱਲ ਨੂੰ ਕਾਬੂ ਤੋਂ ਬਾਹਰ ਹੋਣ ਦੇਗੀ, ਕੰਟਰੋਲ ਵਿੱਚ ਜ਼ਰੂਰ ਕਰਕੇ ਰੱਖਣਗੇ। ਪਰ ਇਹ ਜਿਹੜੇ ਮੁੰਡੇ ਕਰ ਰਹੇ ਆ ਨਾ, ਜਿਹੜੇ ਧਮਕੀਆਂ ਦੇ ਰਹੇ ਆ, ਇਹ ਸਾਰੇ ਜਿਹੜੇ ਆ ਨਾ ਵਿਹਲੜਾ, ਬੇਰੁਜ਼ਗਾਰ ਆ, ਨਖੱਟੂ ਆ, ਜਿਹਦੇ 'ਚ ਅਸੀਂ ਕਹਿ ਰਹੇ ਹਾਂ ਖੋਟੇ ਸਿੱਕੇ ਆ, ਜਿਹੜੇ ਚੱਲਣ ਵਾਲੇ ਨੇ, ਉਹ ਮੁੰਡੇ ਆ ਜਿਹੜੇ ਕੰਮ ਨਹੀਂ ਕਰ ਰਹੇ। ਉਹ ਵਪਾਰੀਆਂ ਨੂੰ ਕਿ ਜਿਨ੍ਹਾਂ ਕੋਲ 4 ਪੈਸੇ ਹੈਗੇ ਨਾ, ਇਹਨਾਂ ਨੂੰ ਪਤਾ ਯਾਰ ਇਹਦਾ ਗੱਲਾ ਭਰਿਆ ਵਾ, ਇਹਦਾ ਕੰਮ ਪਹਿਲਾਂ ਵੇਖਦੇ ਆ, ਉੱਥੇ ਰੈਕੀ ਕਰਦੇ, ਵੇਖਣ ਤੋਂ ਬਾਅਦ ਉਹਦਾ ਫੋਨ ਨੰਬਰ ਆਸੇ ਪਾਸੋਂ ਲੈ ਲੈਂਦੇ ਆ, ਫਿਰ ਕਮਿਊਨੀਕੇਟ ਕਰਨ ਲਈ ਉਹਨਾਂ ਨੂੰ ਧਮਕੀ ਦਿੰਦੇ ਆ। ਫਿਰ ਉਹ ਵਿਚਾਰੇ ਡਰ ਜਾਂਦੇ। ਉਹ ਤਾਂ ਵਿਚਾਰੇ ਕੰਮ ਕਰਨ ਵਾਲੇ, ਸ਼ਾਂਤੀ ਨਾਲ ਰਹਿਣ ਵਾਲੇ ਲੋਕ ਆ, ਉਹ ਤਾਂ ਵਿਚਾਰੇ ਇਸੇ ਗੱਲੋਂ ਡਰਦੇ ਯਾਰ ਸਾਡੇ ਪਾਸੇ ਨਾ ਕਿਤੇ ਇੱਦਾਂ ਦਾ ਆ ਜਾਏ। ਸਹੀ ਗੱਲ। ਕਿਉਂਕਿ ਦਿਨ ਦਿਹਾੜੇ ਤੱਕ ਕਤਲ ਹੁੰਦੇ, ਇਹ ਘਰੋਂ ਬਾਹਰ ਕੱਢੇ ਹੁੰਦੇ ਆ। ਇਹਨਾਂ ਨੂੰ ਗੁੱਸਾ ਤਾਂ ਇਹੀ ਹੁੰਦਾ ਵੀ ਯਾਰ ਅਸੀਂ ਵਿਹਲੜਾਂ, ਇਸ ਕਰਕੇ ਵੀ ਹੈਗਾ। ਬਹੁਤੇ ਮੁੰਡੇ ਨਸ਼ੇ ਵਾਲੇ ਵੀ ਹੈਗੇ, ਨਸ਼ੇੜੀ ਮੁੰਡੇ ਵੀ ਆ। ਜਿਸ ਤਰ੍ਹਾਂ ਕਾਕੜਾ ਮੁੰਡਾ ਉਹ ਫੜਿਆ ਨਾ, ਜਿਹੜਾ ਕੇਕੜਾ ਉਹ ਫੜਿਆ, ਉਹ ਵੀ ਉਹਦੀ ਮਾਂ ਨੇ ਕਹਿ ਦਿੱਤਾ ਵੀ ਇਹ ਨਸ਼ਾ ਖਾਂਦਾ ਸੀਗਾ, ਸਾਨੂੰ ਤਾਂ ਇਹਦਾ ਨਹੀਂ ਪਤਾ ਕਿ ਕੀ ਖਾਂਦਾ ਸੀ, ਕੀ ਕਰਦਾ ਹੈਗਾ, ਤੇ ਸਾਨੂੰ ਮਾਰਦਾ ਸੀਗਾ, ਸਾਡੇ ਕੋਲ ਪੈਸੇ ਲੈ ਜਾਂਦਾ ਹੈਗਾ। ਔਰ ਦੇਖੋ ਉਹਨੇ 15,000 ਰੁਪਏ ਲਈ ਸਾਰਾ ਕੁਝ ਕਰਕੇ, ਰੈਕੀ ਕਰਕੇ, ਇਹ ਕੇਸ ਜਿਹੜਾ ਉਹਨੂੰ ਬੜਾ ਦੁਖਦਾਈ ਘਟਨਾ ਹੋ ਗਈ ਸਾਡੇ ਪੰਜਾਬ 'ਚ। ਔਰ ਇਹ ਸਾਰੀ ਇਹਨਾਂ ਦੀ ਹੁੰਦੀ ਪੂਰੀ ਭੇਦ ਨਾਲ ਚੱਲਦੇ ਲੋਕ। ਇਹ ਰਾਤ ਨੂੰ ਤੁਰੇ ਫਿਰਦੇ, ਇੱਧਰ ਉੱਧਰ ਦਿਨੇ ਤੁਰੇ ਫਿਰਦੇ, ਲੋਕਾਂ ਨੂੰ ਨਹੀਂ ਪਤਾ। ਆਮ ਤਾਂ ਦੁਨੀਆ ਤੁਰੀ ਫਿਰਦੀ ਆ, ਆਪਣੀ ਪਾਪੂਲੇਸ਼ਨ ਵੀ ਇੰਨੀ ਹੈ। ਗਲੀ 'ਚ ਜਿਹੜਾ 10 ਵਾਰੀ ਲੰਘ ਰਿਹਾ, 15 ਵਾਰੀ ਲੰਘ ਰਿਹਾ, ਆਪਾਂ ਨੂੰ ਤਾਂ ਪਤਾ ਨਹੀਂ ਕੌਣ ਜਾ ਰਿਹਾ ਹੈ ਨਾ। ਉਹ ਦੁਕਾਨ 'ਤੇ ਵੀ ਬੈਠੂਗਾ ਹੈ ਨਾ, ਲੋਕਾਂ ਨਾਲ ਵੀ ਗੱਲਾਂ ਕਰੂਗਾ। ਹੁਣ ਉਹਦੇ 'ਤੇ ਕਿਹੜਾ ਪੁਆਇੰਟ ਕਰੂਗਾ? ਇਸ ਤਰ੍ਹਾਂ ਦੇ ਮੁੰਡੇ ਜਾ ਕੇ ਸਾਰਾ ਕੁਝ ਕਰਦੇ ਆ, ਭੇਤ ਲੈਂਦੇ ਆ। ਹੁਣ ਉਹੀ ਤਰੀਕੇ ਨਾਲ ਲੈ ਕੇ ਤੇ ਮੁੜ ਕੇ ਪੈਸਾ ਗੇਨ ਕਰ ਲੈਂਦੇ। 10,000 15,000 ਨਸ਼ਾ ਖਾਣ ਲਈ ਇਹ ਪੈਸਾ ਇਕੱਠਾ ਕਰਦੇ। ਬਿਲਕੁਲ ਜੀ, ਕਰਦੇ ਨੇ। ਹੁਣ ਅਗਲੀ ਗੱਲ ਆਪਾਂ ਕਰਦੇ ਹਾਂ, ਕਿਉਂਕਿ ਇਹ ਗੱਲਾਂ ਤੇ ਚੱਲਦੀਆਂ ਰਹਿਣਗੀਆਂ ਜਦੋਂ ਤੱਕ ਕੇਸ ਸੋਲਵ ਨਹੀਂ ਹੋ ਜਾਂਦਾ। ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਾਡੇ ਡਿਫੈਂਸ ਮਿਨਿਸਟਰ ਜੋ ਰਾਜਨਾਥ ਸਿੰਘ ਜੀ ਨੇ, ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਠੇਕੇ ਦੇ ਉੱਤੇ ਅਸੀਂ ਭਰਤੀ ਕਰਾਂਗੇ ਫੌਜ ਦੇ ਵਿੱਚ। ਹੁਣ ਦੱਸੋ, ਠੇਕੇ ਦੇ ਉੱਤੇ ਵੀ ਫੌਜ ਦੇ ਵਿੱਚ ਭਰਤੀ ਹੋਣ ਲੱਗ ਪਏ। ਇਹ ਕੋਈ ਪ੍ਰਾਈਵੇਟ ਕੰਪਨੀ ਹੈ ਜਾਂ ਜਿਹਦਾ ਠੇਕੇ ਦੇ ਉੱਤੇ ਟੀਚਰ ਰੱਖੇ ਜਾਂਦੇ ਨੇ? ਇਹ ਡਿਫੈਂਸ ਦਾ ਮਾਮਲਾ ਹੈ, ਫੌਜ ਦੀ ਸਿਕਿਉਰਿਟੀ ਦਾ ਮਾਮਲਾ ਹੈ। ਉਹਨਾਂ ਦੀ ਟ੍ਰੇਨਿੰਗ ਕਿੰਨੀ ਕੁ ਹੋਏਗੀ? ਫਿਰ ਉਸ ਤੋਂ ਬਾਅਦ ਉਹਨਾਂ ਕੋਲੋਂ ਕੀ ਕੰਮ ਲੈਣਾ ਤੇ ਕਦੋਂ ਉਹਨਾਂ ਨੂੰ ਰੁਖਸਤ ਕਰ ਦੇਣਾ ਆਰਮੀ ਦੇ ਵਿੱਚੋਂ, ਕਿਉਂਕਿ ਠੇਕੇ ਤੇ ਤੁਸੀਂ ਰੱਖਣਾ ਹੈ। ਤੁਹਾਨੂੰ ਲੱਗਦਾ ਇਹ ਡਿਫੈਂਸ ਇੱਕ ਇੱਦਾਂ ਦਾ ਖੇਤਰ ਹੈਗਾ ਜਿਹਦੇ ਵਿੱਚ ਠੇਕੇ ਤੇ ਭਰਤੀ ਹੋਣੀ ਚਾਹੀਦੀ, ਫੌਜੀਆਂ ਦੀ ਭਰਤੀ ਠੇਕੇ ਤੇ ਹੋਣੀ ਚਾਹੀਦੀ? ਤੁਹਾਨੂੰ ਲੱਗਦਾ ਇਹ ਸਟੈਪ ਸਹੀ ਹੈ? ਦੇਖੋ, ਪਤਾ ਕੀ ਹੈਗਾ, ਡਿਫੈਂਸ ਮਹਿਕਮਾ ਜਿਹੜਾ ਬੜਾ ਹਾਰਡ ਮਹਿਕਮਾ, ਔਰ ਇਹਦੇ 'ਚ ਸਿਕਿਉਰਿਟੀ ਆ, ਇਹਦੇ 'ਚ ਸਰਹੱਦਾਂ 'ਤੇ ਖੜੇ ਰਹਿਣਾ, ਵੈਪਨ ਜਿਹੜੇ ਆ, ਤੁਸੀਂ ਜਿਹੜੇ ਵੈਪਨ ਲੈਣੇ ਆ ਬੜੇ ਵੱਡੀ ਕੰਟਰੀ ਤੋਂ ਲੈ ਕੇ ਆਉਣੇ ਹੁੰਦੇ ਆ, ਤਾਂ ਕਿ ਤੁਹਾਡੇ ਲੋਕਾਂ ਤੱਕ ਜਦੋਂ ਬਾਹਰਲੇ ਦੇਸ਼ ਪੈਂਦੇ ਤੁਹਾਨੂੰ, ਉਦੋਂ ਤੁਸੀਂ ਉਸ ਹਮਲੇ ਨੂੰ ਕਿਸ ਤਰ੍ਹਾਂ ਰੋਕੋਗੇ। ਉਹਦੇ 'ਚ ਜਹਾਜ਼ ਜਿਹੜੇ ਲਿਆਉਣੇ ਆ ਉਹ ਵੀ ਅੱਛੇ ਹੋਣਗੇ, ਵੈਪਨ ਜਿਸ 'ਚ ਤੋਪਾਂ ਨੇ, ਮਿਜ਼ਾਈਲਾਂ ਨੇ, ਕਈ ਕੁਛ ਹੈਗਾ। ਔਰ ਉਹ ਸਾਰਾ ਕੁਛ ਬਜਟ ਇਹਦਾ ਜਦੋਂ ਪਾਸ ਹੁੰਦਾ, ਸਭ ਤੋਂ ਜ਼ਿਆਦਾ ਬਜਟ ਡਿਫੈਂਸ ਦਾ ਹੁੰਦਾ। ਪਰ ਜਦੋਂ ਮੁੰਡੇ ਲੜਦੇ ਉੱਥੇ 24 ਘੰਟੇ ਰਹਿੰਦੇ ਆ, ਜਿੱਥੇ ਸੈਚਨ ਗਲੇਸ਼ੀਅਰ ਵਰਗੇ ਏਰੀਆ ਨੇ, ਲੇਹ ਆ, ਇਸ ਜਗ੍ਹਾ 'ਤੇ ਰਹਿੰਦੇ ਆ। ਹੁਣ ਜਿਹੜੇ ਇਹ ਬੱਚਿਆਂ ਨੂੰ ਇਸ ਕਰਕੇ ਇਹਨਾਂ ਨੇ ਲੈ ਲਿਆ ਕਿ ਇਸ ਤਰ੍ਹਾਂ ਠੇਕੇ 'ਤੇ ਕਰ ਲਿਆ, ਕੰਟਰੈਕਟ 'ਤੇ ਲੈ ਲਿਆ, 4 ਸਾਲ ਦਾ ਠੇਕਾ ਉਹ ਲੈ ਲਿਆ ਕਿ ਇਹਦੇ ਵਿੱਚ ਨਾ ਪੈਨਸ਼ਨ ਦੇਣੀ ਪਊਗੀ, ਨਾ ਇਹਦੇ 'ਚ ਕੋਈ ਛੁੱਟੀ ਦੇਣੀ ਪਊਗੀ, ਨਾ ਮੈਡੀਕਲ ਦੇਣਾ ਪਊਗਾ, ਨਾ ਸਾਰਾ ਕੁਛ ਹੈ। ਵਰਦੀ ਦਿਓ, ਰੋਟੀ ਦਿਓ ਤੇ ਬਸ ਬੰਦਾ ਹਾਇਰ ਕਰ ਲਓ। ਇਹ ਹਾਇਰ ਕੀਤੇ ਲੋਕ ਨੇ। ਔਰ ਇਹ ਦੇਖੋ, ਇਹ ਨਾ ਇਹ ਚੱਜ ਨਾਲ ਪੂਰੀ ਦੇਸ਼ ਦੀ ਰਾਖੀ ਵੀ ਨਹੀਂ ਕਰਨਗੇ, ਕਿਉਂਕਿ ਇਹਨਾਂ ਨੂੰ ਪਤਾ ਹੈ 4 ਸਾਲ ਬਾਅਦ ਅਸੀਂ ਚਲੇ ਜਾਣਾ। ਔਰ 1 ਸਾਲ ਇਹਨਾਂ ਦੀ ਟ੍ਰੇਨਿੰਗ
ਤੁਸੀਂ ਅੱਗੇ ਗੱਲ ਕਰਦੇ ਸੀ ਟ੍ਰੇਨਿੰਗ ਜਿਹੜੀ ਹੈਗੀ ਆ, ਇਹਦੀ ਟ੍ਰੇਨਿੰਗ ਵੀ ਜਿਹੜੀ ਆ ਉਹ ਪੂਰੀ ਤਰ੍ਹਾਂ ਨਹੀਂ ਹੋਊਗੀ ਜਿਹੜੀ ਟ੍ਰੇਨਿੰਗ ਆਲਰੇਡੀ ਦਿੰਦੇ ਸੀਗੇ ਸਾਰਿਆਂ ਨੂੰ, ਔਰ ਘੱਟੋ ਘੱਟ 1 ਸਾਲ ਦੀ ਟ੍ਰੇਨਿੰਗ ਹੁੰਦੀ ਆ। ਜਿਹੜੇ ਆਫੀਸਰ ਨੇ ਉੱਥੇ ਉਹਨਾਂ ਨੂੰ ਪਤਾ, ਜਿਹੜੇ ਆਫੀਸਰ ਤੇ ਕਮਾਂਡ ਕਰਨਗੇ ਉਹਨਾਂ ਨੂੰ ਪਤਾ ਕਿ ਇਹ ਤਾਂ ਇਹਨਾਂ ਨੇ ਚਲੇ ਜਾਣਾ 4 ਸਾਲ ਬਾਅਦ, ਇਹਨਾਂ ਨੂੰ ਕਿਉਂ ਪੱਕੇ ਤੌਰ ਤੇ ਰਹਿਣਾ ਨਹੀਂਗਾ, ਫਿਰ ਨਵੇਂ ਕੈਂਡੀਡੇਟ ਹੋਰ ਆ ਜਾਣੇ। ਇਹ ਬੜੀ ਵੱਡੀ ਹਾਸੋਹੀਣੀ ਗੱਲ ਹੈ। ਦੇਸ਼ ਨੂੰ ਜਿਹੜਾ ਬਚਾਉਣ ਲਈ, ਜਿਹੜੇ ਸਿਕਿਉਰਿਟੀ ਦੇਣ ਲਈ ਡਿਫੈਂਸ ਦਾ ਬੜਾ ਵੱਡਾ ਰੋਲ ਹੁੰਦਾ। ਔਰ ਉਹਦੇ ਵਿੱਚ ਦੇਖ ਲਓ ਜਦੋਂ 71 ਦੀ ਲੜਾਈ ਲੱਗੀ ਆ, ਬੜੇ ਡਟ ਕੇ ਲੜੇ ਆ, ਪੰਜਾਬ ਦੇ ਮੁੰਡੇ ਲੜੇ ਆ, ਜਿਹਦੇ 'ਚ ਬਾਕੀ ਚਲੋ ਹਿੰਦੁਸਤਾਨ ਦੇ ਸਾਰੇ ਲੜੇ ਆ, ਪੰਜਾਬ ਦੇ ਮੁੰਡੇ ਵਿੱਚ ਲੜੇ ਆ। ਪਰ ਇਹਦੇ 'ਚ ਇਹ ਬ੍ਰਿਟਿਸ਼ ਜਿਹੜੀ ਗੌਰਮੈਂਟ ਆ ਉਸ ਟਾਈਮ ਦੀ ਸਾਰਾ ਕੁਛ ਹੈਗਾ। ਜੇ ਮੈਸ ਆ ਉਹ 'ਚ ਖਾਣ ਪੀਣ ਹੈਗਾ, ਉਹੀ ਪੈਟਰਨ ਆ, ਮੈਸ ਦਾ ਨਾਂ ਉਹ ਹੈਗਾ। ਰਿਕਰੂਟਮੈਂਟ ਹੈਗਾ, ਉਹਦੀ ਯੂਨੀਫਾਰਮ ਕਿਸ ਤਰ੍ਹਾਂ ਦੀ ਹੈਗੀ ਹੈ, ਕੈਮੋਫਲਾਈ ਕਿਸ ਤਰ੍ਹਾਂ ਕਰਦੇ ਆ, 'ਚ ਰਿਕਰੂਟਮੈਂਟ ਦੇ ਵਿੱਚ ਟ੍ਰੇਨਿੰਗ ਜਿਹੜੀ ਬੇਸਿਕ ਦਿੰਦੇ ਆ, ਟ੍ਰੇਨਿੰਗ ਸੈਂਟਰ ਉਸ ਵੇਲੇ ਦੇ ਹੈਗੇ। ਅਰਟਲਰੀ ਦਾ ਕਿਹੜਾ ਹੈਗਾ, ਜਿੱਥੇ ਤੋਪਾਂ ਚੱਲਦੀਆਂ ਹੈਗੀਆਂ, ਜਿਹਦੇ 'ਚ ਘੋੜਸਵਾਰੀ ਦੇ ਹੈਗਾ ਤੋਪਖਾਨਾ, ਉਹਦੇ 'ਚ ਹੈਗਾ ਕਵੈਲਰੀ, ਇਸ ਤਰ੍ਹਾਂ ਦੇ ਉਹਨਾਂ ਨੇ ਨਾਂ ਰੱਖੇ ਅੰਗਰੇਜ਼ਾਂ ਦੇ। ਪਰ ਜਿਹੜੀ ਟ੍ਰੇਨਿੰਗ ਦਿੰਦੇ ਬੜੀ ਟ੍ਰੇਨਿੰਗ ਹਾਰਡ ਹੁੰਦੀ ਆ, ਬਹੁਤ ਟਫ ਹੁੰਦੀ ਆ। ਖਾਣਾ ਪਲੇਟਾਂ ਜਾਂ ਜੇ ਉਸੇ ਤਰ੍ਹਾਂ ਦੀ ਹੈਗੀਆਂ, ਕੱਪ ਉਸੇ ਤਰ੍ਹਾਂ ਦੇਗਾ, ਡਰਿੰਕ ਉਸੇ ਤਰ੍ਹਾਂ ਦੇ, ਵਿਸਕੀ, ਰੰਮ, ਉੱਦਾਂ ਦੇ ਘੋੜਿਆਂ ਨੂੰ ਰੰਮ ਵੀ ਪਿਆਉਂਦੇ ਆ, ਉਹ ਵੀ ਉੱਪਰ ਚੜ੍ਹਦੇ ਆ ਤੋਪਾਂ ਲੈ ਕੇ, ਜਿੱਥੇ ਗੱਡੀ ਨਹੀਂ ਜਾਂਦੀ। ਇਹ ਪੈਟਰਨ ਉਹਨਾਂ ਨੇ ਬਣਾਇਆ ਸੀ, ਇਹਨਾਂ ਨੇ ਹੁਣ ਤੋੜ ਦਿੱਤਾ ਪੈਟਰਨ ਨੂੰ, ਜਿਹਦੇ ਵਿੱਚ ਰੈਜੀਮੈਂਟਾਂ ਦੇ ਨਾਂ ਹੁੰਦੇ ਸੀ, ਰਾਜਪੂਤ ਰੈਜੀਮੈਂਟ, ਜਾਟ ਰੈਜੀਮੈਂਟ, ਸਿੱਖ ਰੈਜੀਮੈਂਟ, ਮਰਾਠਾ ਰੈਜੀਮੈਂਟ, ਇਹ ਸਾਰੀਆਂ ਉਹ ਅੰਗਰੇਜ਼ਾਂ ਦੀ ਰੱਖੀਆਂ ਸੀ। ਪਰ ਇਹ ਤਨਦੇ ਹੀ ਨਾ ਲੜਦੇ ਸੀ ਕਿ ਯਾਰ ਇਸ ਵੇਲੇ ਸਾਡਾ ਨਾਂ ਹੈ, ਬੋਲੇ ਸੋ ਨਿਹਾਲ ਦੇ ਜੰਕਾਰੇ ਲਾ ਕੇ ਲੜਦੇ ਸੀਗੇ। ਔਰ ਪਾਕਿਸਤਾਨ ਦੀਆਂ ਬਲੋਚ, ਸਿੰਧੀ ਸਾਰੇ ਮੰਨਦੇ ਇਸ ਗੱਲ ਨੂੰ, ਸਾਰੇ ਇਸ ਗੱਲ ਨੂੰ ਮੰਨਦੇ ਆ ਕਿ ਪੰਜਾਬ ਦੇ ਲੋਕ ਲੜਾਕੂ ਹੈਗੇ ਆ। ਔਰ ਜਦੋਂ ਰਿਕਰੂਟਮੈਂਟ ਦਾ ਜਿਹੜਾ ਰੇਸ਼ੋ ਹੈ ਪੰਜਾਬ ਦੀ ਫਿਰ ਜ਼ਿਆਦਾ ਹੈਗੀ ਆ, ਪੰਜਾਬ ਦੀ ਜ਼ਿਆਦਾ ਰੇਸ਼ੋ ਹੈਗੀ, ਭਰਤੀ ਜ਼ਿਆਦਾ ਹੁੰਦੀ ਆ। ਪਰ ਹੁਣ ਜਦੋਂ ਇਹਨਾਂ ਨੇ ਇਹ ਨਾਅਰਾ ਦੇ ਦਿੱਤਾ, ਰਾਜਨਾਥ ਜੀ ਨੇ, ਡਿਫੈਂਸ ਮਿਨਿਸਟਰ ਨੇ, ਔਰ ਮਨੋਜ ਪਾਂਡੇ ਜੀ ਨੇ, ਕਿ ਤਿੰਨੇ ਜਲ, ਥਲ ਔਰ ਵਾਯੂ ਸੈਨਾ, ਜਿਹੜੀਆਂ ਤਿੰਨ ਸੈਨਾ ਦਾ ਜਿਹੜੇ ਹੈਗਾ ਠੇਕੇ 'ਤੇ ਰੱਖੇ ਜਾਣਗੇ। ਔਰ ਜਿਸ ਤਰ੍ਹਾਂ ਨਾਲ ਰੇਲਵੇ ਵਿੱਚ ਆ, ਰੇਲਵੇ 'ਚ ਟ੍ਰੇਨਾਂ ਵੇਚਤੀਆਂ, ਹੈ ਨਾ, ਰੇਲਵੇ ਸਟੇਸ਼ਨ ਵੇਚ ਦਿੱਤੇ ਆ, ਇਹ ਵੀ ਇਸ ਵੇਲੇ ਏਅਰਪੋਰਟ ਵੇਚਤੀ ਆ, ਖਾਣਾ ਵੀ ਬਾਹਰੋਂ ਆ ਰਿਹਾ। ਇਸੇ ਤਰ੍ਹਾਂ ਦਾ ਇਹ ਆਰਮੀ ਨੂੰ ਉਹੀ ਪੈਟਰਨ 'ਤੇ ਚਲਾ ਰਹੇ ਆ। ਪਰ ਜਦੋਂ ਕਿਤੇ ਹਮਲਾ ਹੋ ਗਿਆ, ਜਦੋਂ ਕਿਤੇ ਪਾਕਿਸਤਾਨ ਇੱਧਰ ਨੂੰ ਆ ਗਿਆ ਜਾਂ ਚਾਈਨਾ ਆ ਗਿਆ, ਫਿਰ ਇਹਨਾਂ ਨੂੰ ਉਦੋਂ ਪਤਾ ਲੱਗੂਗਾ ਕਿ ਹੁਣ ਲੜਾਈ ਕੀ ਆ ਔਰ ਆਰਮੀ ਕੀ ਆ, ਔਰ ਇਹਨਾਂ ਨੇ ਡਿਫੈਂਸ ਜਿਹੜੀ ਸ਼ੈਲਟਰ ਕਿਸ ਤਰ੍ਹਾਂ ਦੇ ਦੇਣੀ ਆ। ਇਹ ਇਹਨਾਂ ਕੋਲ ਪਤਾ ਨਹੀਂ ਕਿਸ ਤਰ੍ਹਾਂ ਦੇ ਡਿਸੀਜਨ ਹੁੰਦੇ ਆ। ਆਪਾਂ ਇਹ ਗੱਲ ਕਰਦੇ ਹਾਂ ਕਿਉਂਕਿ ਇੰਡੀਆ 'ਚ ਜੇ ਅਸੀਂ ਕੋਈ ਡਿਸੀਜਨ ਸੁਣਦੇ ਹਾਂ ਤਾਂ ਉਹ ਬੜਾ ਹੋਰ ਤਰ੍ਹਾਂ ਦਾ ਡਿਸੀਜਨ ਹੁੰਦਾ, ਜਿਹੜੇ ਲੋਕਾਂ ਨੂੰ ਹਜ਼ਮ ਨਹੀਂ ਹੁੰਦਾ। ਹੁਣ ਜਿਹੜਾ ਅਸੀਂ ਇਹ ਸੁਣਿਆ, ਸ਼ਾਇਦ ਇਹ 'ਚ ਨੌਜਵਾਨ ਗੁੱਸੇ 'ਚ ਆ ਗਏ ਨੇ ਸਾਰੇ, ਉਹਨਾਂ ਨੂੰ ਪਤਾ ਕਿ ਹੁਣ ਠੇਕੇ 'ਤੇ ਕੌਣ ਜਾਊਗਾ ਲੜਨ ਲਈ, ਮਰਨ ਲਈ। ਔਰ ਗਲੇਸ਼ੀਅਰ ਜਿੱਥੇ ਹੈਗਾ, ਇੱਕ ਬਰਫ਼ ਆ ਨਾ ਜਿੱਥੇ ਉੱਥੇ ਲੱਗਦੀ ਹੈ, ਤੁਹਾਡੇ ਸਰੀਰ ਨੂੰ ਕਿਤੇ ਵੀ ਬਰਫ਼ ਲੱਗ ਗਈ, ਲੇਹ ਲਦਾਖ ਕਿਤੇ ਵੀ ਲੱਗੀ ਬਰਫ਼, ਤਾਂ ਤੁਹਾਡਾ ਸਾਰਾ ਸਰੀਰ ਕੱਟਣਾ ਪਊਗਾ। ਔਰ ਉੱਥੇ 4 ਸਾਲ ਲਈ ਕੰਟਰੈਕਟ 'ਤੇ ਜਿਹੜਾ 25,000 ਜਾਂ 20,000 ਰੁਪਏ ਲੈਣ ਲਈ ਕੌਣ ਮੌਤ ਨੂੰ ਮਾਸੀ ਕਹੂਗਾ, ਕੌਣ ਜਾਊਗਾ ਉੱਥੇ? ਇਹ ਦੇਖੋ, ਬਾਕੀ ਕੰਮਾਂ ਲਈ ਜਾ ਸਕਦਾ, ਟੀਚਿੰਗ 'ਚ ਆ ਜਾਊਗਾ ਬੰਦਾ, ਹੈ ਨਾ। ਜੇ ਤੁਸੀਂ ਜਾਣਾ ਹੈਗਾ ਤਾਂ ਤੁਸੀਂ ਆਪਣੇ ਡਰਾਈਵਰ ਬਣ ਸਕੋਗੇ, ਉਹਦੇ 'ਚ ਡਰਾਈਵਰੀ ਗੱਡੀ ਚਲਾ ਸਕੋਗੇ। ਛੋਟੇ ਮੋਟੇ ਜਿਹੜੇ ਸਿਵਲ ਦੇ ਵਿੱਚ ਹੈਗਾ, ਡਿਫੈਂਸ ਜਾਣ ਲਈ ਇਹ ਔਖਾ ਹੋਊਗਾ, ਕਿਉਂਕਿ BSF ਜਿਹੜੀ ਹੈ ਉਹ ਸਰਹੱਦ 'ਤੇ ਰਹਿੰਦੀ ਹੈ। BSF ਹਾਂ, ਜਿਹਨੂੰ ਉਹਨਾਂ ਨੇ 50 ਕਿਲੋਮੀਟਰ ਪੰਜਾਬ ਦੇ ਅੰਦਰ ਹੀ ਵਾੜਤਾ, ਜਦੋਂ ਕਿ ਇੱਕ ਇਹ ਡਿਸੀਜਨ ਵੀ ਹੈਗਾ, ਉਹ 50 ਕਿਲੋਮੀਟਰ ਘਰਾਂ ਨੂੰ ਆ ਰਹੀ ਹੈ, ਜਦੋਂ ਕਿ ਉਹਦਾ ਏਰੀਆ ਹੈਗਾ ਡਿਫੈਂਸ ਦਾ ਸਰਹੱਦ, ਜਿੱਥੇ ਦੁਸ਼ਮਣ ਖੜਾ ਹੈਗਾ, ਜਿੱਥੇ ਰੇਂਜਰ ਖੜੇ ਆ ਪਾਕਿਸਤਾਨ ਦੇ, ਉਹ ਸਲਵਾਰ ਕੁੜਤੇ 'ਚ ਕਾਲੇ, ਕਦੀ ਦੇਖੋ ਵਰਦੀ ਉਹਨਾਂ ਦੀ ਬੜੀ ਲੰਬੀ ਉੱਚੀ ਹੁੰਦੀ ਹੈ। ਜਦੋਂ ਫਲੈਗ ਸੈਰਾਮਨੀ ਹੁੰਦੀ ਨਾ, ਫਲੈਗ ਡਾਊਨ ਹੁੰਦਾ ਵਾਹਗਾ ਬਾਰਡਰ 'ਤੇ, ਉਦੋਂ BSF ਵਾਲੇ 'ਤੇ ਇਕੱਠੇ ਹੁੰਦੇ, ਲੈਫਟ ਰਾਈਟ ਕਰਦੇ ਆ, ਔਰ ਜਦੋਂ ਪੈਰਾਂ ਦੀ ਥਾਪ ਦਿੰਦੇ ਆ ਔਰ ਸਲੂਟ ਮਾਰਦੇ ਆ। ਬੜੇ ਤਕੜੇ ਜਵਾਨ ਆ ਉਹ, ਬੜੇ ਲੰਬੇ ਉੱਚੇ ਬਲੋਚ ਆ, ਇਹ ਵੀ ਮੁੰਡੇ ਬੜੇ ਉੱਚੇ ਲੰਬੇ। ਪਰ ਹੁਣ ਜੇ ਇਹਨਾਂ ਨੇ ਪੈਟਰਨ ਤੋੜਿਆ ਤੇ ਇਹ ਸਰਹੱਦਾਂ ਖਾਲੀ ਹੋ ਜਾਣਗੀਆਂ, ਤੇ ਲੋਕ ਘਰਾਂ ਨੂੰ ਆ ਜਾਣਗੇ, ਤੇ ਦੁਸ਼ਮਣ ਫਿਰ ਘਰਾਂ ਨੂੰ ਆ ਗਿਆ, ਤੇ ਇਹਨਾਂ ਨੇ ਆਪਣੇ ਘਰਾਂ 'ਚ ਜਾ ਵੜਨਾ। ਨੇਤਾ ਵੀ ਕਿਹੜੀ ਲੱਭਣੇ ਆ, ਤੇ ਲੋਕ ਫਿਰ ਤੰਗ ਹੋਣਗੇ। ਕਿਉਂਕਿ ਜੋ ਮਾਹਿਰ ਨੇ ਨਾ, ਡਿਫੈਂਸ ਮਾਹਿਰ ਵੀ ਨੇ, ਉਹ ਵੀ ਇਹ ਗੱਲ ਸੋਚਦੇ ਨੇ ਇਹ ਕਿਸ ਤਰ੍ਹਾਂ ਦੀਆਂ ਪਲੈਨਿੰਗਸ ਨੇ, ਕਿਸ ਤਰ੍ਹਾਂ ਦੀਆਂ ਸਟ੍ਰੈਟਜੀ ਨੇ, ਕੌਣ ਸਲਾਹਕਾਰ ਨੇ ਜੋ ਇਦਾਂ ਦੀਆਂ ਸਲਾਹਾਂ ਦਿੰਦੇ ਪਏ ਨੇ। ਦੇਸ਼ ਦੀ ਸਿਕਿਉਰਿਟੀ, ਹਾਂ ਭਾਸ਼ਣਾਂ 'ਚ ਬਹੁਤ ਵੱਡੀਆਂ ਵੱਡੀਆਂ ਗੱਲਾਂ, ਇਮੋਸ਼ਨਲ ਗੱਲਾਂ, ਪਰ ਪ੍ਰੈਕਟੀਕਲੀ ਦੇਖੋ ਨਾ, ਦੇਸ਼ ਦੀ ਸਿਕਿਉਰਿਟੀ ਨੂੰ ਤੁਸੀਂ ਤਾਕ 'ਤੇ ਰੱਖ ਦਿੱਤਾ। ਵਾਕਈ ਤੁਹਾਡੀ ਗੱਲ ਸਹੀ ਹੈ ਕਿ 4 ਸਾਲਾਂ ਵਾਸਤੇ ਕੌਣ ਜਾਏਗਾ, ਔਰ ਉਹ ਕਿੰਨਾ ਕਾਬਿਲ ਹੋ ਸਕਦਾ, ਕਿੰਨਾ ਟ੍ਰੇਨ ਹੋ ਸਕਦਾ। ਹੁਣ ਤਾਂ ਪਤਾ ਮੈਂ 4 ਸਾਲਾਂ ਬਾਅਦ ਘਰ ਆ ਜਾਣਾ, ਪੈਨਸ਼ਨ ਵੀ ਨਹੀਂ ਮਿਲਣੀ। ਸੋ ਉਹ ਕੌਣ ਜਾਏਗਾ ਉੱਥੇ, ਔਰ ਜੋ ਜਾਏਗਾ ਨੈਚੁਰਲੀ ਉਹ ਕੀ ਕੰਮ ਕਰੇਗਾ, ਕੀ ਉਹਦੀ ਕਾਰਗੁਜ਼ਾਰੀ ਹੋਏਗੀ। ਸਾਡੀ ਜੋ ਆਰਮੀ ਹੈ ਵਰਲਡ ਵਿੱਚ ਜੋ ਟੌਪ 5 ਆਉਂਦੀਆਂ ਨੇ, ਉਹਨਾਂ 'ਚ ਇੱਕ ਆਉਂਦੀ ਹੈ। ਤਾਂ ਤੁਸੀਂ ਕਿਸ ਹਾਲਤ ਵਿੱਚ ਲੈ ਕੇ ਜਾ ਰਹੇ ਹੋ ਭਾਰਤ ਦੀ ਆਰਮੀ ਨੂੰ? ਮਤਲਬ ਵਪਾਰ ਤੋਂ ਇਲਾਵਾ ਹੋਰ ਕੁਝ ਨਹੀਂ ਸੁਝਦਾ ਤੁਹਾਨੂੰ? ਜਿਹੜੇ ਲੋਕ ਮਾਹਿਰ ਨੇ ਉਹ ਇਹ ਮੰਨਦੇ ਨੇ ਕਿ ਤੁਹਾਨੂੰ ਵਪਾਰ ਤੋਂ ਇਲਾਵਾ ਹੋਰ ਕੁਝ ਨਹੀਂ ਸੁਝਦਾ, ਕਿ ਹੋਰ ਵੀ ਤਾਂ ਕੋਈ ਗੱਲਾਂ ਨੇ ਸੋਚਣ ਵਾਲੀਆਂ, ਕਿ ਬਸ ਸਵੇਰ ਤੋਂ ਸ਼ਾਮ ਤੱਕ ਵਪਾਰ ਹੀ ਕਰਨਾ ਹੈ? ਨੋ, ਨਾਟ ਲਾਈਕ ਦਿਸ। ਅੱਜ ਕਹਿਤਾ ਇਹਨਾਂ ਨੇ ਕਿ 2 ਲੱਖ ਜਿਹੜੀ ਜੌਬ ਆ ਨਾ, ਫਿਰ ਅਸੀਂ ਦੇ ਰਹੇ ਹਾਂ। ਸੈਂਟਰ ਨੇ ਕਿਹਾ, ਮੋਦੀ ਸਾਹਿਬ ਦਾ ਇੱਕ ਬਿਆਨ ਹੈਗਾ ਕਿ 2 ਲੱਖ ਜਿਹੜੀ ਅਸੀਂ ਰਿਕਰੂਟਮੈਂਟ ਲਈ ਲੈ ਰਹੇ ਹਾਂ। ਦੂਜੇ ਪਾਸੇ ਇਹ ਠੇਕੇ 'ਤੇ ਦੇ ਦਿੱਤਾ,
ਕੰਟਰੈਕਟ ਤੇ ਦੇਤਾ। ਕੰਟਰੈਕਟ ਮੀਨ 4 ਸਾਲ ਦਾ ਕੰਟਰੈਕਟ ਦੇਤਾ। ਇੱਕ ਪਾਸੇ ਕਹਿੰਦੇ ਅਸੀਂ ਕੇਂਦਰ ਵੱਲੋਂ ਜਿਹੜੀਆਂ 2 ਲੱਖ ਦੀ ਪੋਸਟਾਂ ਫਿਰ ਐਡਵਰਟਾਈਜ਼ ਕਰ ਰਹੇ ਹਾਂ, ਔਰ ਉਹਦੇ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਜਿੱਥੇ ਤੁਸੀਂ 2 ਕਰੋੜ ਕਹਿੰਦੇ, ਹੁਣ 2 ਲੱਖ ਤੇ ਕਿੱਦਾਂ ਆ ਗਿਆ। ਪਹਿਲਾਂ ਇਹਨਾਂ ਦੇ ਮੈਨੀਫੈਸਟੋ 'ਚ 2 ਕਰੋੜ ਆ ਕਿ ਅਸੀਂ ਉਹਦੇ 'ਚ ਦੇਵਾਂਗੇ, ਸਾਰੇ ਬੱਚਿਆਂ ਨੂੰ ਜੌਬ ਦੇਵਾਂਗੇ, ਸਾਰਿਆਂ ਨੂੰ ਦੇਵਾਂਗੇ। ਔਰ ਕਹਿਣੀ ਕਥਨੀ ਦਾ ਕਿੰਨਾ ਅੰਤਰ ਹੁੰਦਾ। ਇੱਕ ਪਾਸੇ ਆਂਦੇ ਵੀ ਤੁਸੀਂ ਫ੍ਰੀ 'ਚ ਹੀ ਮਰ ਜਾਓ, ਹੈ ਨਾ, ਸਿੱਧੇ ਆ ਕੇ ਮਰ ਜਾਓ, ਸਿੱਧੇ ਆ ਕੇ ਸਰਹੱਦਾਂ 'ਤੇ ਆ ਕੇ ਤੋਪਾਂ 'ਤੇ ਅੱਗੇ ਆ ਜਾਓ, ਤੇ ਔਰ ਪੈਸਾ ਪੂਸਾ ਤੁਹਾਨੂੰ ਅਸੀਂ ਕੋਈ ਦੇਣਾ ਨਹੀਂਗਾ, ਦੇਸ਼ ਦੀ ਰਾਖੀ ਕਰਨੀ ਤੇ ਸਿੱਧੇ ਆ ਕੇ ਕਰੋ, ਅਸੀਂ ਰੋਟੀ ਪਾਣੀ ਦੇਵਾਂਗੇ ਤੁਹਾਨੂੰ, ਤੇ ਤੁਸੀਂ ਉੱਥੇ ਜਾ ਕੇ ਆਪਣਾ ਸ਼ਹੀਦੀਆਂ ਪ੍ਰਾਪਤ ਕਰ ਜਾਓ। ਦੂਜੇ ਪਾਸੇ ਇਹ ਕਹਿੰਦੇ ਆ ਕਿ ਅਸੀਂ ਸਾਰੇ ਪਾਸੇ ਨੌਕਰੀ ਦੇਵਾਂਗੇ, ਅਸੀਂ ਪੈਸਾ ਦੇਵਾਂਗੇ, ਅਸੀਂ ਸਕੀਮਾਂ ਦੇ ਰਹੇ ਹਾਂ, ਅਸੀਂ ਬੱਚਿਆਂ ਨੂੰ ਬੇਰੁਜ਼ਗਾਰੀ ਦੂਰ ਕਰ ਰਹੇ ਹਾਂ, ਉਹਨਾਂ ਦੀ ਨੌਜਵਾਨਾਂ ਨੂੰ ਅਸੀਂ ਸਿੱਧੇ ਰਸਤੇ ਪਾ ਰਹੇ ਹਾਂ। ਕਹਿਣਾ ਕੁਛ ਤੇ ਕਰਨਾ ਕੁਛ। ਗੱਲ ਇਹ ਹੈ ਕਿ ਦੇਖੋ ਨਾ, ਇਹ ਲੋਕ ਸਿਆਸਤ ਵੀ ਕਰਨ, ਇਹ ਲੋਕ ਸਰਕਾਰਾਂ ਵੀ ਚਲਾਉਣ, ਇਹ ਲੋਕ ਘਪਲੇ ਵੀ ਕਰਨ, ਇਹਨਾਂ ਦੇ ਜਿਹੜੇ ਨਾਲ ਲੱਗੇ ਹੋਏ ਲੋਕ ਨੇ ਉਹਨਾਂ ਨੂੰ ਵੀ ਫਾਇਦੇ ਹੋਣ, ਤੇ ਜਾਨ ਦੇਣ ਵਾਸਤੇ ਆਮ ਪਬਲਿਕ ਹੈਗੀ ਹੈ ਉਹ ਜਾਨ ਦੇਈ ਜਾਵੇ। ਠੀਕ ਹੈ, ਉਹ ਭਾਵੇਂ ਫੌਜੀਆਂ ਦੇ ਰੂਪ ਦੇ ਵਿੱਚ ਜਾਨ ਦਿੰਦੇ ਪਏ ਨੇ, ਫਿਰ ਉਹ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਉਹ ਦੇਸ਼ ਕੇ ਲਈ। ਹਾਂ ਬਈ, ਸੱਚੀ ਗੱਲ ਹੈ, ਦੇਸ਼ ਵਾਸਤੇ ਨੇ, ਪਰ ਤੁਸੀਂ ਕਿੰਨੀ ਕੁ ਕਦਰ ਕਰਦੇ ਪਏ ਹੋ ਜਿਹੜੇ ਦੇਸ਼ ਦੇ ਵਾਸਤੇ ਹੈਗੇ ਨੇ, ਜਿਹੜੇ ਦੇਸ਼ ਦੇ ਵਾਸਤੇ ਜਾਨ ਦਿੰਦੇ ਨੇ, ਉਹਨਾਂ ਵਾਸਤੇ ਕਿੰਨੀ ਕਦਰ ਕਰਦੇ ਹੋ? ਸਿਰਫ ਗੱਲਾਂ 'ਚ, ਭਾਸ਼ਣਾਂ 'ਚ ਪ੍ਰੈਕਟੀਕਲੀ ਤਾਂ ਕਿਤੇ ਨਜ਼ਰ ਆ ਨਹੀਂ ਰਹੀ ਕਿ ਤੁਸੀਂ ਉਹਨਾਂ ਦੀ ਕੋਈ ਕਦਰ ਕਰਦੇ ਪਏ ਹੋ। ਤੁਹਾਨੂੰ ਤੇ ਆਪਣੀ ਉਹ ਪਈ ਹੋਈ ਹੈ ਕਿ ਮੈਂ ਕਿੱਦਾਂ ਸਿਆਸਤ ਵਿੱਚ ਤੇ ਮੈਂ ਕਿੱਦਾਂ ਜੰਮ ਕੇ ਰਹਿਣਾ ਕੁਰਸੀ ਦੇ ਉੱਤੇ। ਤੁਸੀਂ ਤਾਂ ਆਪਣੀਆਂ ਕੁਰਸੀਆਂ ਨੂੰ ਸਾਂਭਣ ਤੇ ਲੱਗੇ ਹੋਏ ਹੋ, ਔਰ ਜਿਹੜਾ ਬੰਦਾ ਕੋਈ ਗੱਲ ਕਹਿੰਦਾ ਹੈ ਤੁਸੀਂ ਕਹਿੰਦੇ ਹੋ ਗਲਤ ਬੰਦਾ ਹੈ, ਉਹ ਬੰਦਾ ਸਹੀ ਗੱਲ ਨਹੀਂ ਕਰ ਰਿਹਾ। ਬਈ ਉਹ ਸਹੀ ਗੱਲ ਨਹੀਂ ਕਰ ਰਿਹਾ ਤੇ ਉਹਨੂੰ ਸਮਝਾਓ ਫਿਰ ਸਹੀ ਗੱਲ ਕਿਹੜੀ ਹੈ। ਉਹਨੂੰ ਸਹੀ ਗੱਲ ਸਮਝਾਉਣ ਵਾਸਤੇ ਜ਼ਰੂਰੀ ਹੈ ਉਹਦੇ ਉੱਤੇ ਕਾਨੂੰਨੀ ਸ਼ਿਕੰਜਾ ਕੱਸਣਾ। ਉਹਨੂੰ ਆਮ ਗੱਲ ਵੀ ਤਾਂ ਕਰ ਸਕਦੇ ਹੋ, ਆਮ ਤੌਰ ਤੇ ਵੀ ਉਹਨੂੰ ਸਮਝਾ ਸਕਦੇ ਹੋ। ਲੋਕਤੰਤਰ ਹੈ, ਲੋਕੀ ਹੀ ਤੁਹਾਨੂੰ ਵੋਟ ਦੇ ਕੇ ਇਸ ਪੋਜੀਸ਼ਨ ਤੇ ਪਹੁੰਚਾਉਂਦੇ ਨੇ, ਤੇ ਲੋਕਾਂ ਦੀ ਗੱਲ ਤੁਹਾਨੂੰ ਸੁਣਨੀ ਚਾਹੀਦੀ ਹੈ, ਲੋਕਾਂ ਦੀਆਂ ਸਵਾਲਾਂ ਦਾ, ਲੋਕਾਂ ਦੀਆਂ ਗੱਲਾਂ ਦਾ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ। ਸਾਡੇ ਪ੍ਰਾਈਮ ਮਿਨਿਸਟਰ ਸੀਗੇ ਜੋ ਲਾਲ ਬਹਾਦੁਰ ਸ਼ਾਸਤਰੀ, ਹਾਂ, ਨੰਬਰ 1 ਤੇ ਮੈਂ ਉਹਨਾਂ ਨੂੰ ਮੰਨਦਾ। ਉਹ ਮਤਲਬ ਵਿਰੋਧੀ ਧਿਰ ਵੀ ਉਹਨਾਂ ਦੀ ਤਾਰੀਫ ਕਰਦੇ ਸੀ, ਅੱਜ ਤੱਕ ਵੀ ਬੜੇ ਅੱਛੇ ਡਿਸੀਜਨ ਲਏ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਹੈ। ਔਰ ਸਿਰਫ ਇੱਕੋ ਹੀ ਪ੍ਰਾਈਮ ਮਿਨਿਸਟਰ ਨੇ ਭਾਰਤ ਦੇ, ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਉਹਨਾਂ ਦੇ ਉੱਤੇ ਕਰਜ਼ਾ ਹੈ, ਉਹਨਾਂ ਨੇ ਕਾਰ ਲਿੱਤੀ ਸੀ ਕਿਸ਼ਤਾਂ ਦੇ ਉੱਤੇ, ਲੋਨ ਬਾਕੀ ਸੀ, ਇੱਕੋ ਹੀ ਪ੍ਰਾਈਮ ਮਿਨਿਸਟਰ ਹੈ। ਸੋ ਕਿਉਂ ਨਹੀਂ ਤੁਸੀਂ ਉਹਨਾਂ ਵਰਗੇ ਬਣ ਕੇ ਦਿਖਾਉਂਦੇ, ਮਤਲਬ ਜਿਨ੍ਹਾਂ ਦੀ ਹਰ ਬੰਦਾ ਤਾਰੀਫ ਕਰਦਾ ਹੈ। ਸੋ ਇਦਾਂ ਦੇ ਬੰਦੇ ਸਾਨੂੰ ਚਾਹੀਦੇ ਨੇ ਜੋ ਭਾਰਤ ਵਾਸਤੇ ਕੰਮ ਕਰਨ, ਜੋ ਭਾਰਤ ਦੇ ਵੱਡੇ ਵੱਡੇ ਜੋ ਸਿਆਸਤਦਾਨ ਨੇ, ਵੱਡੇ ਵੱਡੇ ਲੀਡਰਸ ਨੇ, ਉਹਨਾਂ ਵਿੱਚ ਲਾਲ ਬਹਾਦੁਰ ਸ਼ਾਸਤਰੀ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਝਲਕਣੇ ਚਾਹੀਦੇ ਨੇ, ਦਿਖਾਈ ਦੇਣੇ ਚਾਹੀਦੇ ਨੇ। ਸਾਨੂੰ ਇਦਾਂ ਦੇ ਬੰਦੇ ਚਾਹੀਦੇ ਨੇ, ਜਾਨ ਦੇਣ ਵਾਲੇ ਦੇਸ਼ ਵਾਸਤੇ। ਸੋ ਦੇਸ਼ ਵਾਸਤੇ ਕੰਮ ਕਰਨ ਵਾਲੇ, ਇਹ ਨਹੀਂ ਕਿ ਆਪਣੀ ਹੀ ਰਾਜਨੀਤੀ ਨੂੰ ਚਮਕਾਉਣਾ ਕਿਵੇਂ ਹੈ ਔਰ ਇਮੇਜ ਬਿਲਡਿੰਗ ਕਿਵੇਂ ਕਰਨੀ, ਔਰ ਲੋਕਾਂ ਦੇ ਵਿਚਕਾਰ ਆਪਣੇ ਆਪ ਨੂੰ ਇਦਾਂ ਪ੍ਰੋਜੈਕਟ ਕਰਨਾ ਜਿਵੇਂ ਪਤਾ ਨਹੀਂ ਕੋਈ ਪਰਮਾਤਮਾ ਦਾ ਅਵਤਾਰ ਹੀ ਉਤਰਿਆ ਹੋਇਆ ਹੈ ਔਰ ਇਹੀ ਭਾਰਤ ਦਾ ਕਲਿਆਣ ਕਰ ਸਕਦਾ, ਹੋਰ ਕੋਈ ਭਾਰਤ ਦਾ ਕਲਿਆਣ ਕਰ ਹੀ ਨਹੀਂ ਸਕਦਾ। ਮਤਲਬ ਇਦਾਂ ਦੀਆਂ ਗੱਲਾਂ ਤੁਸੀਂ ਪ੍ਰੋਜੈਕਟ ਕਰੋਗੇ, ਲੋਕ ਸਭ ਸਮਝਦੇ ਨੇ ਕਿ ਕੀ ਹੋ ਰਿਹਾ, ਮਾਰਕੀਟਿੰਗ ਹੋ ਰਹੀ ਹੈ, ਇਮੇਜ ਬਿਲਡਿੰਗ ਹੋ ਰਹੀ ਹੈ, ਹੋਰ ਤੇ ਕੁਝ ਨਹੀਂ ਹੋ ਰਿਹਾ, ਖੂਬ ਪੈਸਾ ਖਰਚਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਰਾਜਨੀਤੀ ਖੇਡਣ ਵਾਸਤੇ। ਹਰ ਬੰਦਾ ਸਮਝਦਾ ਹੈ ਅਸੀਂ ਉਹੀ ਗੱਲਾਂ ਕਰਦੇ ਪਏ ਹਾਂ ਜੋ ਆਮ ਤੌਰ ਤੇ ਪਬਲਿਕ ਦੇ ਵਿੱਚ ਗੱਲਾਂ ਹੋ ਰਹੀਆਂ ਨੇ, ਜੋ ਐਕਸਪਰਟਸ ਗੱਲਾਂ ਕਰ ਰਹੇ ਨੇ, ਜੋ ਅਸੀਂ ਸਾਰੇ ਲੋਕ ਭਾਰਤ ਦੀ ਜਨਤਾ ਗੱਲ ਕਰ ਰਹੀ ਹੈ, ਉਹੀ ਗੱਲਾਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਮੇਰਾ ਖਿਆਲ ਹੈ ਕਿ ਇੱਕ ਗੱਲ ਇਹਨਾਂ 'ਚ ਇਹ ਵੀ ਹੈਗੀ ਹੈ ਕਿ ਜਦੋਂ ਨਾ ਸਨ 62 ਤੋਂ 1962, ਫਿਰ 65, ਫਿਰ 71, 3 ਲੜਾਈਆਂ, ਜ਼ਬਰਦਸਤ ਲੜਾਈਆਂ ਰਹੀਆਂ, ਜਿਸ 'ਚ 62 ਚਾਈਨਾ ਨਾਲ ਸੀਗੀ, 65 ਪਾਕਿਸਤਾਨ ਨਾਲ ਸੀ, 71 ਬੰਗਲਾਦੇਸ਼ ਜਦੋਂ ਵੱਖਰਾ ਹੋਇਆ, ਜਨਰਲ ਨਿਆਜੀ, ਜਨਰਲ ਜਗਜੀਤ ਸਿੰਘ ਅਰੋੜਾ ਇਕੱਠੇ ਸੀ ਜਦੋਂ ਉਹਨਾਂ ਨੇ ਲੜਾਈ ਉੱਥੇ ਕੀਤੀ। 71 'ਚ ਬੰਗਲਾਦੇਸ਼ ਵੱਖਰਾ ਹੋ ਗਿਆ ਪਾਕਿਸਤਾਨ ਨਾਲੋਂ। ਉਹਦੇ ਬਾਅਦ ਕੋਈ ਇਸ ਤਰ੍ਹਾਂ ਦੀ ਵੱਡੀ ਲੜਾਈ ਨਹੀਂ ਹੋਈ ਔਰ ਸ਼ਾਂਤੀ ਰਹੀ ਆ ਹਿੰਦੁਸਤਾਨ 'ਚ ਵੀ ਸ਼ਾਂਤੀ, ਪਾਕਿਸਤਾਨ ਵੀ ਠੀਕ ਰਿਹਾ, ਛੋਟੀਆਂ ਮੋਟੀਆਂ ਸਰਹੱਦਾਂ ਹੁੰਦੀਆਂ ਰਹੀਆਂ। ਪਰ ਉਹਦੇ ਬਾਅਦ ਲੱਗਦਾ ਕਿ ਡਿਫੈਂਸ ਮਿਨਿਸਟਰ ਜਿਹੜੇ ਹੈਗੇ ਆਪਣੇ ਇਸ ਵੇਲੇ ਮੌਜੂਦਾ, ਇਹਨਾਂ ਨੂੰ ਲੱਗਦਾ ਵੀ ਸ਼ਾਂਤੀ ਰਹਿਣੀ ਹਮੇਸ਼ਾ। ਅਸੀਂ ਕਿਉਂ ਪੈਨਸ਼ਨਾਂ ਦੇ ਰਹੇ ਹਾਂ, ਕਿਉਂ ਮੈਡੀਕਲ ਦੇ ਰਹੇ ਹਾਂ, ਕਿਉਂ ਇੰਨੀਆਂ ਛੁੱਟੀਆਂ ਲੰਬੀਆਂ ਦੇ ਰਹੇ ਹਾਂ, ਇੰਨੀਆਂ ਯੂਨੀਫਾਰਮ ਦੇ ਰਹੇ ਹਾਂ, ਇੰਨਾ ਪੈਸਾ ਖਰਚ ਰਹੇ ਹਾਂ, ਇੰਨਾ ਤੇਲ ਫੂਕ ਰਹੇ ਹਾਂ, ਔਰ ਕਿਉਂ ਨਾ ਸਾਨੂੰ ਤੇ ਕੰਟਰੈਕਟ 'ਤੇ ਰੱਖ ਲਿਆ ਜਾਵੇ। ਔਰ ਇਹ ਬੜਾ ਵੱਡਾ ਮਜ਼ਾਕ ਹੈ ਹਿੰਦੁਸਤਾਨ ਦੇ ਨੌਜਵਾਨਾਂ ਨਾਲ। ਇਸ ਕਰਕੇ ਮਜ਼ਾਕ ਹੈਗਾ ਕਿ ਡਿਫੈਂਸ ਇਜ਼ ਅ ਡਿਫੈਂਸ, ਸਿਕਿਉਰਿਟੀ ਸਿਕਿਉਰਿਟੀ। ਜੇ ਤੁਸੀਂ ਸਿਕਿਉਰ ਨਹੀਂ ਹੋਗੇ, ਤੁਹਾਡਾ ਕੰਟਰੀ ਸਿਕਿਉਰ ਨਹੀਂ ਹੈਗਾ, ਤਾਂ ਫਿਰ ਤੁਹਾਡਾ ਇਹ ਜਿਹੜਾ ਸਾਰਾ ਕੁਝ ਸੋਵਰਨਟੀ ਹੈ, ਸੋਵਰਨਟੀ ਇੱਕ ਪਾਵਰ ਹੁੰਦੀ ਹੈ ਜਿਹੜੀ ਸੂਬੇ ਦੀ ਔਰ ਦੇਸ਼ ਦੀ, ਉਹ ਤੁਹਾਡੀ ਤਦ ਸਿਕਿਉਰ ਰਹੇਗੀ ਜੇ ਤੁਹਾਡੀ ਡਿਫੈਂਸ ਅੱਗੇ ਹੈਗੀ। ਨਹੀਂ ਤਾਂ ਤੁਹਾਡੀ ਧਰਤੀ ਤਬਾਹ ਹੈਗੀ, ਤੁਹਾਡੇ ਲੋਕ ਤਬਾਹ ਹੈਗੇ। ਕਿਸੇ ਵੇਲੇ ਟੈਂਕ ਇੱਧਰ ਆ ਸਕਦੇ ਆ, ਕਿਸੇ ਵੇਲੇ ਏਰੋ ਅਟੈਕ ਹੋ ਸਕਦਾ, ਕਿਸੇ ਵੇਲੇ ਕਈ ਕੁਝ ਹੋ ਸਕਦਾ, ਕਿਉਂਕਿ ਜਿਹੜੇ ਵੀ ਮਨਸੂਬੇ ਬਣਾ ਕੇ ਦੁਸ਼ਮਣ ਤੁਹਾਡੇ ਦੁਸ਼ਮਣ ਹੀ ਰਹਿੰਦੇ ਆ, ਉਹ ਤੁਹਾਡੇ ਭਰਾ ਨਹੀਂ ਬਣ ਕੇ ਕਦੇ ਵੀ। ਕਿਉਂਕਿ ਜਦੋਂ ਦੇਸ਼ ਅਗਲੀਆਂ ਪਲਾਂਘਾਂ ਵੱਲ ਨੂੰ ਜਾਂਦਾ, ਅਗਲੇ ਵੱਡੇ ਕਦਮ ਪੁੱਟਦਾ, ਅਤੇ ਬਾਹਰਲੇ ਸੂਬੇ ਜਾਂ ਬਾਹਰਲੇ ਜਿਹੜੇ ਦੇਸ਼ ਆ ਇਹਨਾਂ ਤੋਂ ਡਰਦੇ ਵੀ ਆ, ਤਾਂ ਉਹ ਇੱਥੇ ਹੱਕ ਵੀ ਰੱਖਦੇ ਆ
ਕਿ ਕਿਉਂ ਨਾ ਇਹਨੂੰ ਤੂੰ ਥੋੜ੍ਹਾ ਜਿਹਾ ਪਿੱਛੇ ਇਹਨੂੰ ਹਟਾਈਏ। ਔਰ ਇਹ ਅੱਜ ਨਹੀਂ, ਪਹਿਲਾਂ ਵੀ ਰਿਹਾ, ਹਿਸਟਰੀ 'ਚ ਰਿਹਾ ਹੈਗਾ। ਵਰਲਡ ਵਾਰ ਲੱਗੀਆਂ, 2 ਵਰਲਡ ਵਾਰ 'ਚ ਕੀ ਕੁਛ ਹੋਇਆ, ਇਸੇ ਤਰ੍ਹਾਂ ਹੀ ਹੁਣ ਵੀ ਇਹ ਹੋਣ ਵਾਲਾ ਜੇ ਹੋਊਗਾ। ਹੁਣ ਦੇਖੋ ਜਿਹੜਾ ਰਸ਼ੀਆ ਦਾ ਜਿੰਨਾ ਰਾਸ਼ ਉੱਥੇ ਚੱਲ ਰਿਹਾ ਅਤੇ ਉਹਦੇ ਵਿੱਚ ਇੰਨੀ ਲੜਾਈ ਵੱਡੀ ਲੱਗੀ ਹੈ ਅਤੇ ਉਹਦੇ 'ਚ ਉਹ ਅਜੇ ਤੱਕ ਉਹਦਾ ਕੋਈ ਹੱਲ ਨਹੀਂ ਹੋਇਆ। ਔਰ ਉਹ ਵੀ ਜੇ ਕਹਿਣਗੇ ਕੰਟਰੈਕਟ 'ਤੇ ਲੜਨਗੇ ਉੱਧਰ ਬੰਦੇ ਜਾ ਕੇ, ਉੱਦਾਂ ਤਾਂ ਠੇਕੇ 'ਤੇ ਲੜ ਸਕਦੇ ਹੈ ਨਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਹਿੰਦੁਸਤਾਨ 'ਚ ਹੀ ਵਾਪਰਦੀਆਂ। ਬਾਹਰਲੀ ਕੰਟਰੀਆਂ ਵਾਲੇ ਲੋਕਾਂ ਦੀ ਸੋਚ ਅਸਾਰੂ ਸੋਚ ਹੈ, ਉਹ ਅਣਖੀਲੇ ਲੋਕ। ਪਹਿਲੀ ਵਾਰ ਵਾਪਰੀ ਹੈ ਭਾਰਤ ਵਿੱਚ ਨਹੀਂ ਵਾਪਰੀਆਂ, ਭਾਰਤ ਦੇ ਵਿੱਚ ਪਹਿਲੀ ਵਾਰ ਵਾਪਰ ਰਹੀ, ਪਹਿਲੀ ਵਾਰ ਵਾਪਰੀ ਆ। ਸੋ ਇੱਕ ਆਪਣੇ ਆਪ 'ਚ ਹੀ ਕਮਾਲ ਹੈ। ਹਾਂ ਸਹੀ ਗੱਲ। ਅੱਗੇ ਵਧੀਏ ਆਪਾਂ। ਇੱਧਰ ਦੇਖੋ ਨਾ ਇਕਨੋਮੀ ਦਾ ਹਾਲ, ਡਾਲਰ ਹੋਰ ਮਜ਼ਬੂਤ ਹੋ ਗਿਆ, ਰੁਪਈਆ ਹੋਰ ਟੁੱਟ ਗਿਆ, ਬਿਲਕੁਲ ਥੱਲੇ ਚੱਲ ਗਿਆ। ਇੱਧਰ ਵੀ ਤਾਂ ਸਾਂਭੋ ਨਾ। ਹੁਣ ਇੱਧਰ ਕਿਹਨੂੰ ਠੇਕੇ ਤੇ ਭਰਤੀ ਕਰਾਂਗੇ? ਇੱਧਰ ਆਪਾਂ ਤਾਂ ਕੋਈ ਸਾਂਭਣ ਨਹੀਂ, ਸਾਂਭਣ ਵਾਲੇ ਸਾਂਭ ਰਹੇ ਪੈਸਾ, ਸਾਂਭਣ ਵਾਲੇ ਕਿਹਨੂੰ ਗੱਲ ਕਰਾਂਗੇ? ਬਿਲਕੁਲ, ਡਾਲਰ ਜਿਨ੍ਹਾਂ ਦੇ ਜੇਬ 'ਚ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਉਹ ਠੇਕੇ ਤੇ ਤਾਂ ਡਿਫੈਂਸ ਵਿੱਚ ਭਰਤੀਆਂ ਕਰ ਲਈਆਂ, ਹੁਣ ਇੱਧਰ ਠੇਕੇ ਤੇ ਕੀ ਕੀਤਾ ਜਾਵੇ? ਕਿਹੜਾ ਰੁਪਈਆ ਮਜ਼ਬੂਤ ਕਰ ਲਓ ਡਾਲਰ ਦੇ ਮੁਕਾਬਲੇ। ਸਾਡੇ ਪ੍ਰਵਾਸੀ ਭਾਰਤੀ ਜਿਹੜੇ NRI ਆ ਉਹ ਤਾਂ ਵਧੀਆ ਰਹਿਣਗੇ ਉੱਥੇ, ਉਹ ਤਾਂ ਵਧੀਆ ਜਿਹੜੇ ਬੈਠੇ ਆ। ਜਦੋਂ ਇੱਥੇ ਵੀ ਲੈ ਕੇ ਡਾਲਰ ਆਉਣਗੇ ਤੇ ਇੱਥੇ ਬੜੀ ਜਾਇਦਾਦ ਬਣਾਉਣਗੇ, ਕਿਉਂਕਿ ਇਸ ਵੇਲੇ ਪੰਜਾਬ 'ਚ ਜਾਇਦਾਦ ਘੱਟ ਬਣਾ ਰਹੇ ਆ, ਪ੍ਰਾਪਰਟੀ ਵਾਲੇ ਪਾਸੇ ਇਹਨਾਂ ਦਾ ਘੱਟ ਖਿਆਲ ਪ੍ਰਵਾਸੀ ਭਾਰਤੀਆਂ ਦਾ। ਇਹਦੇ ਨਾਲ ਇਹਨਾਂ ਨੂੰ ਚੰਗੀ ਗੱਲ ਹੈ ਕਿ ਜੇ ਹੁਣ ਇਹ ਪੈਸਾ ਹੁਣ 78 ਤੋਂ ਉੱਪਰ ਚਲੇ ਗਿਆ, ਜਿਹੜਾ ਅਮਰੀਕਨ ਡਾਲਰ ਆ, ਅਮਰੀਕਾ ਤਾਂ ਵੈਸੇ ਸੁਪਰ ਰਹਿੰਦਾ ਔਰ ਚੱਲਦਾ ਵੀ ਹਰ ਜਗ੍ਹਾ ਜਿੱਥੇ ਮਰਜ਼ੀ ਚਲਾਓ। ਬਿਲਕੁਲ ਸਹੀ ਗੱਲ ਹੈ। ਹੋਰ ਇੱਥੇ ਹੁਣ ਕਿੱਦਾਂ ਮਜ਼ਬੂਤ ਕਰੇ ਸਾਡੀ ਸਰਕਾਰ ਆਪਣੇ ਰੁਪਈਏ ਨੂੰ, ਕਿਉਂਕਿ ਇੱਥੇ ਵੀ ਕੋਈ ਠੇਕੇ ਤੇ ਭਰਤੀ ਕਰਕੇ ਲੈ ਆਓ ਇਕਨੋਮਿਸਟ ਜੋ ਸ਼ਾਇਦ ਸਾਡੇ ਰੁਪਈਏ ਨੂੰ ਮਜ਼ਬੂਤ ਕਰ ਇਹਨਾਂ ਕਰਾ ਦਿੱਤਾ ਨੋਟਬੰਦੀ ਕਰਕੇ ਇਹਨਾਂ ਨੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਆ। ਉਦੋਂ ਬਾਅਦ ਦੇਖੋ 1000 ਦਾ ਜਿਹੜਾ ਸੀ ਰੁਪਈਆ ਗਿਆ, 500 ਵਾਲੇ ਉਦੋਂ ਗਏ, ਉਹ ਨੋਟ ਗਏ, ਉਦੋਂ ਬਾਅਦ ਫਿਰ ਨਵੇਂ ਨੋਟ ਆ ਗਏ, 2000 ਵਾਲਾ ਨੂੰ ਫਿਰ ਬੰਦ ਕਰ ਦਿੱਤਾ। ਔਰ ਬੰਦ ਕਰਨ ਵਾਲਾ ਇਸ ਵੇਲੇ ਬੈਂਕਾਂ 'ਚ ਜਿਹੜੀ ਸਾਰੀ ਜਿਹੜਾ ਰੇਟ ਆਫ ਇੰਟਰਸਟ ਆ ਉਹ ਬਹੁਤ ਅੱਗੇ ਉਹਨਾਂ ਦਾ ਚਲ ਗਿਆ, ਬੈਂਕਾਂ ਜਦੋਂ ਦਿੰਦੇ ਆ। ਪਰ ਜਦੋਂ ਅਸੀਂ ਪੈਸਾ ਜਮ੍ਹਾਂ ਕਰਾਵਾਂਗੇ ਸਾਨੂੰ ਉਹੀ 3.5% 2.5% ਹੀ ਮਿਲੂਗਾ। ਪਰ ਜਿਹੜੇ ਲੋਕ ਵੱਡੇ ਕਾਰਪੋਰੇਟ ਘਰਾਣੇ ਆ ਜਦੋਂ ਬੈਂਕ ਤੋਂ ਲੋਨ ਲੈਂਦੇ ਆ ਜਾਂ ਕਰਜ਼ਾ ਲੈ ਰਹੇ ਆ, ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਮਿਲ ਰਿਹਾ, ਨੋ ਡਾਕੂਮੈਂਟਸ, ਨਾ ਕੋਈ ਸਿਫਾਰਿਸ਼, ਨਾ ਕੁਛ ਹੈਗਾ। ਤੁਸੀਂ ਅਸੀਂ ਲੈਣਾ, ਪੈਸਾ ਲੈਣਾ, ਹਾਊਸ ਲੋਨ ਲੈਣਾ ਜਾਂ ਗੱਡੀ ਦਾ ਲੋਨ ਲੈਣਾ ਜਾਂ ਬੱਚਿਆਂ ਦੀ ਪੜ੍ਹਾਈ ਦਾ ਲੋਨ ਲੈਣਾ, ਫਿਰ ਤੁਹਾਨੂੰ ਇੰਟਰਸਟ ਸੁਣਾਏ ਜਾਣਗੇ, ਇੰਨੇ ਇੰਟਰਸਟ ਹੈ, ਇੰਨੇ ਡਾਕੂਮੈਂਟਸ ਹੈ, ਆਹ ਫਾਈਲ ਚਾਰਜ ਹੈਗਾ, ਆਹ ਸਾਰਾ ਡਾਕੂਮੈਂਟਸ ਲੈ ਕੇ ਆਓ, ਆਹ ਸਰਪੰਚ ਦੀ ਮੋਹਰ ਲੱਗਣੀ ਆ, ਮੇਅਰ ਦੀ ਮੋਹਰ ਲੱਗਣੀ, ਤੁਹਾਨੂੰ ਸਾਰੀ ਦਿਹਾੜੀ ਕਮਲੇ ਕਰ ਦੇਣਗੇ। ਇਹ ਹੈਗਾ ਸਾਡੇ ਡਾਲਰ ਵਧਾਉਣ ਦਾ ਵਧੀਆ ਫਾਰਮੂਲਾ। ਕਈ ਵਾਰ ਗੱਲਾਂ 'ਚ ਮੈਨੂੰ ਹਾਸਾ ਆ ਜਾਂਦਾ। ਹਾਸਾ ਕਿਸ ਗੱਲ ਤੇ ਆਉਂਦਾ? ਹਾਸਾ ਮੈਨੂੰ ਕਈ ਵਾਰ ਸੀਰੀਅਸ ਗੱਲ ਤੇ ਵੀ ਹਾਸਾ ਆ ਜਾਂਦਾ। ਹਾਸਾ ਕਿਸ ਗੱਲ ਤੇ ਆਉਂਦਾ ਕਿ ਮੇਰੇ ਸਾਹਮਣੇ ਭਾਰਤ ਦੇ ਆਮ ਲੋਕ ਆ ਜਾਂਦੇ ਨੇ, ਉਹ ਵਿਚਾਰੇ ਅਸੀਂ ਲੋਕ ਆਮ ਲੋਕ ਉੱਥੇ ਦੇ ਉੱਥੇ ਸੁਪਨੇ ਲੈ ਕੇ ਤੁਰੇ ਫਿਰਦੇ ਨੇ, ਸੁਪਨੇ ਲੈ ਕੇ ਵੋਟਾਂ ਪਾਉਂਦੇ ਨੇ। ਇਹਨਾਂ ਦੇ ਵੱਡੇ ਵੱਡੇ ਲੈਕਚਰ, ਵੱਡੀਆਂ ਗੱਲਾਂ ਸੁਣਨ ਤੋਂ ਬਾਅਦ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਨਿਕਲਣਾ ਕੀ ਵਿਚਾਰੇ ਆਮ ਲੋਕ ਉੱਥੇ ਦੇ ਉੱਥੇ ਉਹੀ ਘਾਈਆਂ ਨੇ ਤਾਂ ਘਾਹ ਹੀ ਖੋਦਣਾ। ਪਰ ਜੇ ਦੇਖੋ ਆਹ ਸਰਕਾਰ ਮੌਜੂਦਾ ਸਰਕਾਰ ਆ ਨਾ, ਜੇ ਪਹਿਲੀ ਸਰਕਾਰ ਹੁੰਦੀ ਮਨਮੋਹਨ ਸਿੰਘ ਸੀ ਨਾ, ਜਦੋਂ ਉਹ ਇਕਨੋਮਿਕਸ ਨੂੰ ਜਾਣਦੇ ਸੀ, ਆਰਥਿਕ ਵਿਵਸਥਾ ਨੂੰ ਜਾਣਦੇ ਸੀ ਹੁੰਦਾ, ਤਾਂ ਉਹਨਾਂ ਦਾ ਇੱਕ ਬਿਆਨ ਆਉਣਾ ਸੀਗਾ ਇਹਦੇ 'ਤੇ ਜਿਹੜਾ ਗਰੋਥ ਆ ਕਿੱਥੇ ਚਲੀ ਗਈ ਹੈ, ਕਿੰਨੀ ਡਾਊਨ ਚਲੀ ਗਈ ਹੈ। ਇਸ ਵੇਲੇ ਕੇਂਦਰ ਚੁੱਪ ਆ, ਇਸ ਵੇਲੇ ਸੀਤਾਰਮਨ ਜਿਹੜੇ ਫਾਈਨਾਂਸ ਮਿਨਿਸਟਰ ਚੁੱਪ ਆ, ਉਹਨਾਂ ਨੂੰ ਇਹ ਨਹੀਂ ਹੈਗਾ ਕਿ ਕਿੰਨਾ ਡਾਊਨ ਚਲੇ ਗਿਆ। ਇਸ ਵੇਲੇ ਜਿਹੜੇ ਬੱਚਿਆਂ ਦੀ ਫੀਸ ਦਿਓਗੇ ਨਾ, ਇਹ ਬਿਲਕੁਲ ਵੱਡਾ ਸੱਚ ਹੈਗਾ। ਜਿਹੜੇ ਬੱਚੇ ਸਟੱਡੀ ਲਈ ਜਾ ਰਹੇ ਆ, ਸਟੱਡੀ ਵੀਜ਼ੇ 'ਤੇ ਪਹੁੰਚ ਰਹੇ ਆ, ਪਹਿਲੀ ਗੱਲ ਤਾਂ ਟ੍ਰੇਨ ਜਿਹੜੀਆਂ ਹੈਗੀਆਂ ਨਾ, ਫਲਾਈਟ ਹੈ ਹੀ ਨਹੀਂ ਗੀਆਂ, ਕੈਨੇਡਾ ਨੂੰ ਘੱਟ ਆ, ਵਾਇਆ ਕੁਵੈਤ, ਵਾਇਆ ਇੰਗਲੈਂਡ, ਹੀਥਰੋ ਏਅਰਪੋਰਟ ਵੱਲ ਦੀ ਜਾਓਗੇ, ਬਾਕੀ ਉੱਧਰ ਦੀ ਜਾਓਗੇ, ਉੱਥੇ ਲੱਖ ਦਾ 2 ਲੱਖ ਰੁਪਏ ਲੱਗੂਗਾ। ਇਹ ਪੈਸੇ ਦੇ ਲੱਗੇ ਤੁਹਾਡੇ ਜਾਣ ਦੇ ਟਿਕਟ 'ਤੇ। ਦੂਜੀ ਰਹਿ ਗਈ ਗੱਲ, ਜਦੋਂ ਪੈਸੇ ਅਸੀਂ ਜਮ੍ਹਾਂ ਕਰਾਉਂਦੇ ਆ ਨਾ, ਜਦੋਂ ਵੀਜ਼ਾ ਲੱਗਦਾ ਨਾ ਕੈਨੇਡਾ ਦਾ, ਉਹਦੇ 'ਚ ਪਹਿਲਾਂ ਫੀਸ ਜਮ੍ਹਾਂ ਕਰਾਉਣੀ ਪਊਗੀ ਤੁਹਾਨੂੰ, ਜਿੱਥੇ ਤੁਸੀਂ ਪੜ੍ਹਨ ਜਾਣਾ, ਉਹ ਡਾਲਰਾਂ 'ਚ ਜਾਊਗੀ। ਡਾਲਰ ਮੌਜੂਦਾ ਜੋ ਰੇਟ ਹੈਗਾ ਉਹ ਪਹਿਲਾਂ ਜਾਊਗੀ, ਉਦੋਂ ਬਾਅਦ ਤੁਹਾਡਾ ਵੀਜ਼ਾ ਲੱਗਦਾ ਨਹੀਂ ਲੱਗਦਾ, ਫੀਸ ਪਹਿਲਾਂ ਜਮ੍ਹਾਂ ਕਰਾਉਣੀ ਪਊਗੀ। ਹੁਣ ਉਦੋਂ ਬਾਅਦ ਇਸ ਵੇਲੇ ਜੇ 78 ਆ, ਚਲੋ ਕੈਨੇਡਾ ਦਾ 68 ਦੇ ਕਰੀਬ ਤਾਂ ਹੋਊਗਾ ਹੀ, ਉਹ ਜੇ ਉੱਥੇ ਹੈਗਾ। ਪਰ ਜਿੱਦਣ ਤੁਸੀਂ ਜੇ ਬੱਚੇ ਦਾ ਵੀਜ਼ਾ ਨਹੀਂ ਲੱਗਿਆ, ਜਦੋਂ ਲੈਣੀ ਆ, ਉਦੋਂ ਜੇ 60 ਨੂੰ ਗਿਆ ਤਾਂ ਫਿਰ ਤੁਹਾਡਾ ਪੈਸਾ ਫਿਰ ਗਰਕ ਹੋ ਗਿਆ, ਫਿਰ ਪੈਸਾ ਵਾਪਸ ਦੇਣ ਲਈ ਪੈਸਾ ਕੋਈ ਡੇਟ ਹੈਗਾ, ਜਾਣ ਲਈ ਕੋਈ ਹੈਗੇ ਆ। ਇਹ ਚੀਜ਼ਾਂ ਮਾਂ ਪਿਓ ਵਿਚਾਰਾ ਇਹ 'ਚ ਲੁੱਟਿਆ ਜਾਂਦਾ। ਪਹਿਲਾਂ ਜ਼ਮੀਨ ਵੇਚਣਗੇ, ਪਲਾਟ ਵੇਚਣਗੇ, ਹੈ ਨਾ, ਗਹਿਣੇ ਪਾਉਣਗੇ, ਆਪਣੇ ਸੋਨਾ ਗਹਿਣੇ ਪਾਉਣਗੇ, ਫਿਰ ਬੱਚੇ ਦੀ ਜ਼ਿੰਦਗੀ ਬਣਾਉਣਗੇ। ਔਰ ਉਹਦੇ ਵਿੱਚ ਇਹ ਲਕੂਨੇ ਜਿਹੜੇ ਰੱਖੇ ਆ ਗੌਰਮੈਂਟ ਨੇ, ਸਾਰਾ ਕੁਝ ਇਹ ਉਹਨਾਂ ਦੀ ਸਮਝ ਨਹੀਂ ਆਉਂਦੀ ਵੀ ਇਸ ਵੇਲੇ ਜੇ ਡਾਲਰ ਚਲੇ ਗਿਆ, ਦੂਰ ਚਲੇ ਗਿਆ, ਇਹਦੇ 'ਤੇ ਕੋਈ ਨਾ ਕੋਈ ਨੁਕਤਾ ਦੱਸੋ ਜਾਂ ਉਹਨਾਂ ਨਾਲ ਹਮਦਰਦੀ ਜ਼ਾਹਰ ਕਰੋ ਵੀ ਆਹ ਗੱਲ ਹੈਗੀ ਆ, ਅਸੀਂ ਫਲਾਈਟ ਸਿੱਧੀਆਂ ਲਾਵਾਂਗੇ, ਅੰਮ੍ਰਿਤਸਰ ਤੋਂ ਲਾ ਦਾਂਗੇ। ਪੰਜਾਬ ਤੋਂ ਮੁੰਡੇ ਬਹੁਤ ਜਾ ਰਹੇ ਆ, ਇੱਥੋਂ ਸ਼ੁਰੂ ਹੀ ਨਹੀਂ ਹੋਈ, ਜਿਹਦੇ 'ਚ ਭਗਵੰਤ ਮਾਨ ਨੇ ਇਹਦੇ 'ਚ ਕੋਸ਼ਿਸ਼ ਕੀਤੀ। ਇਹਨਾਂ ਨੇ ਜਹਾਜ਼ਰਾਨੀ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ, ਉਹਨਾਂ ਨੂੰ ਕਿਹਾ ਵੀ ਇਹ ਚੰਡੀਗੜ੍ਹ ਤੋਂ ਅਤੇ ਅੰਮ੍ਰਿਤਸਰ ਤੋਂ ਫਲਾਈਟ ਸ਼ੁਰੂ ਕਰ ਦਿਓ, ਨਹੀਂ ਕੀਤੀਆਂ ਗਈਆਂ, ਕਿਉਂਕਿ ਹੁਣ ਸਟੇਟ ਦੇ ਜਿਹੜੇ ਆ ਮੰਤਰੀ ਜਾਂ ਮੁੱਖ ਮੰਤਰੀ, ਉਹਨਾਂ ਨੇ ਕਹਿੰਦੇ ਸੁਣਨੀ, ਉਹ ਸੈਂਟਰ ਆ
ਔਰ ਕਈ ਵਾਰੀ ਤੁਹਾਡੇ ਜਿਹੜੇ ਤੀਰ ਚਲਾਏ ਆ ਇਹ ਇੱਧਰ ਉੱਧਰ ਚੱਲ ਜਾਂਦੇ ਆ, ਇਹ ਮਾਰਗਦਰਸ਼ਨ ਪੂਰੇ ਤੇ ਨਹੀਂ ਆਉਂਦੇ। ਬਿਲਕੁਲ ਸਹੀ ਗੱਲ ਆ। ਹੁਣ ਇਹ ਜੇ ਸਾਰਾ ਐਨਾਲਿਸਿਸ ਕਰਨ ਬੈਠੋ ਤਾਂ ਗੱਲਾਂ ਕੁਝ ਨਿਕਲਣਗੀਆਂ, ਲੈਕਚਰ ਕੁਝ ਨਿਕਲਣਗੇ, ਵਾਅਦੇ ਕੁਝ ਨਿਕਲਣਗੇ, ਮੈਨੀਫੈਸਟੋ ਕੁਝ ਨਿਕਲੇਗਾ ਤੇ ਨਤੀਜਾ ਪਤਾ ਨਹੀਂ ਕੀ ਨਿਕਲੇਗਾ। ਸੋ ਇਸ ਕਰਕੇ ਇਹ ਹੈ ਕਿ ਜਿਹੜੀ ਪਬਲਿਕ ਹੈ ਨਾ ਉਹ ਚੱਕਰ 'ਚ ਹੀ ਪਈ ਰਹਿੰਦੀ ਹੈ ਕਿ ਸਾਡਾ ਕੀ ਬਣਨਾ ਤੇ ਕੀ ਨਹੀਂ ਬਣਨਾ, ਹੈ ਨਾ। ਉਹ ਉਸੇ ਤਰ੍ਹਾਂ ਹੀ ਵਿਚਾਰੀ ਸੋਚਾਂ 'ਚ ਪਈ। ਪਰ ਆਪਾਂ ਮੰਤਰੀਆਂ 'ਚ ਨਹੀਂ ਨਾ, ਆਪਾਂ ਪਬਲਿਕ 'ਚੋਂ, ਆਪਾਂ ਨੂੰ ਪਤਾ ਵੀ ਆਪਾਂ ਕੀ ਨਿਪਟਾ ਰਹੇ ਹਾਂ, ਕੀ ਦੇਖ ਰਹੇ ਹਾਂ, ਜੋ ਵੇਖ ਰਹੇ ਹਾਂ ਉਹੀ ਆਪਾਂ ਸਾਰਾ ਕੁਝ ਵਰਤ ਰਹੇ ਹਾਂ, ਜੋ ਵਰਤਾਰਾ ਹੈਗਾ ਪੰਜਾਬ ਦਾ। ਹੁਣ ਉਹੀ ਆਪਾਂ ਗੱਲ ਕੀਤੀ ਹੈ ਕਿ ਮਾਂ ਪਿਓ ਤੇ ਵਿਚਾਰੇ ਦੁਖੀ ਰਹਿਣਗੇ। ਇੱਕ ਪਾਸੇ ਨਸ਼ਾ ਖਾ ਰਹੇ ਮੁੰਡੇ ਜਵਾਨ ਲੁੱਟੇ ਜਾ ਰਹੇ, ਇੱਕ ਪਾਸੇ ਧਮਕੀਆਂ ਆ ਰਹੀਆਂ, ਹੈ ਨਾ। ਇੱਕ ਪਾਸੇ ਇਹ ਅੱਜ ਦੀ ਨਹੀਂ ਗੱਲ ਵੀ ਆਪਾਂ ਕਹੀ ਕਿ ਮਾਨ ਸਰਕਾਰ ਦੇ ਵੇਲੇ ਦੀ, ਇਹ ਪਹਿਲਾਂ ਵੀ ਇੱਦਾਂ ਹੀ ਹੁੰਦਾ ਰਿਹਾ, ਕਤਲ ਵੀ ਪਹਿਲਾਂ ਹੁੰਦੇ ਰਹੇ, ਪਹਿਲਾਂ ਵੀ ਬਲੱਡ ਸ਼ੈੱਡ ਹੋਇਆ, ਜ਼ਮੀਨਾਂ ਵੰਡਣ 'ਤੇ ਮੌਤਾਂ ਹੁੰਦੀਆਂ ਰਹੀਆਂ, ਇਹ ਕੋਈ ਨਹੀਂ ਰੋਕ ਸਕਿਆ। ਸਰ ਜ਼ੋਰੂ ਤੇ ਜ਼ਮੀਨ ਇਹਦਾ ਝਗੜਾ ਰਿਹਾ। ਜਦੋਂ ਵੀ ਹੈ ਨਾ ਕਚਹਿਰੀਆਂ 'ਚ ਉਹ ਗਾਣੇ ਹੈਗੇ ਨਾ, ਕਚਹਿਰੀਆਂ 'ਚ ਮੇਲੇ ਲੱਗਦੇ, ਇਹ ਮੇਲੇ ਲੱਗਦੇ ਇਸੇ ਕਰਕੇ ਆ, ਕਿਸੇ ਨੇ ਉਹਦਾ ਕਤਲ ਕਰਤਾ, ਉਹਨੇ ਇਹਦਾ ਕਰਤਾ। ਪੰਜਾਬ 'ਚ ਇਹ ਕਤਲੋਗਾਰਤ ਅੱਜ ਨਹੀਂ, ਪਹਿਲੀ ਪੁਰਾਣੀ ਕਹਾਣੀ ਹੈ, ਔਰ ਇਹਨੂੰ ਰੋਕਣਾ ਔਖਾ ਵੀ ਹੈ। ਜਿਹੜੇ ਸਿਆਣੇ ਨੇ ਨਾ ਸਾਡੇ ਭਾਰਤ ਦੇ ਅੰਦਰ, ਸਿਆਣੇ ਲੋਕ ਮੌਜੂਦ ਨੇ, ਉਹ ਕੀ ਕਹਿੰਦੇ ਨੇ ਕਿ ਇੱਕ ਤੇ ਹੋ ਗਏ ਰਾਜਨੀਤੀ ਖੇਡਣ ਵਾਲੇ, ਜਿਹੜੇ ਰਾਜਨੀਤੀ ਦੀਆਂ ਖੇਡਾਂ ਖੇਡਦੇ ਨੇ ਜ਼ਰੂਰ। ਇੱਕ ਹੋ ਗਏ ਜਿਹੜੇ ਵੱਡੇ ਵੱਡੇ ਪੈਸੇ ਵਾਲੇ, ਬਿਜ਼ਨਸ ਵਾਲੇ, ਧਨਾੜ ਲੋਕ, ਕਾਰਪੋਰੇਟਸ ਹੋ ਗਏ, ਜਿੱਦਾਂ ਵੀ ਉਹਨਾਂ ਦਾ ਨਾਂ ਆਪਾਂ ਲੈਂਦੇ ਆ, ਵੱਡੇ ਵੱਡੇ ਪੈਸੇ ਵਾਲੇ ਲੋਕ ਹੋ ਗਏ ਜਿਹੜੇ ਬਿਜ਼ਨਸ ਖੇਡਦੇ ਨੇ, ਬਿਜ਼ਨਸ ਦੀਆਂ ਖੇਡਾਂ ਖੇਡਦੇ ਨੇ, ਚਾਲਾਂ ਖੇਡਦੇ ਨੇ। ਤੇ ਇੱਕ ਹੋ ਗਏ ਵੱਡੇ ਵੱਡੇ ਅਫਸਰ, ਬਿਊਰੋਕ੍ਰੇਸੀ, ਅਫਸਰਸ਼ਾਹੀ, ਤਾਨਾਸ਼ਾਹੀ, ਲਾਲ ਫੀਤਾਸ਼ਾਹੀ। ਉਹ ਤਾਨਾਸ਼ਾਹੀ ਮੈਂ ਤਾਂ ਕਹਿ ਰਿਹਾ ਜਿੱਦਾਂ ਸਿਆਣੇ ਸਾਨੂੰ ਸਮਝਾਉਂਦੇ ਨੇ ਕਿ ਲੁਕੀ ਹੋਈ ਗੇਮ ਤਾਨਾਸ਼ਾਹੀ ਦੀ ਹੋਈ ਹੈ। ਬਿਲਕੁਲ। ਉੱਤੋਂ ਬੇਸ਼ੱਕ ਲੋਕਤੰਤਰ ਦੀ ਗੱਲ ਹੁੰਦੀ ਹੈ, ਕਿਉਂਕਿ ਤਾਨਾਸ਼ਾਹੀ ਦੀ ਗੇਮ ਕਿੱਦਾਂ, ਪਾਲਿਸੀਆਂ ਉਹ ਬਣਦੀਆਂ ਨੇ ਜਿਹੜੀਆਂ ਇਹਨਾਂ ਤਿੰਨਾਂ ਦੇ ਹੱਕ ਦੇ ਵਿੱਚ ਹੋਣ, ਰਾਜਨੀਤੀ ਦੀਆਂ ਖੇਡਾਂ ਖੇਡਣ ਵਾਲਿਆਂ ਦੇ ਹੱਕ ਦੇ ਵਿੱਚ, ਬਿਜ਼ਨਸ ਦੀਆਂ ਖੇਡਾਂ ਖੇਡਣ ਵਾਲਿਆਂ ਦੇ ਹੱਕ ਦੇ ਵਿੱਚ, ਤੇ ਅਫਸਰਸ਼ਾਹੀ ਦੀਆਂ ਖੇਡਾਂ ਖੇਡਣ ਵਾਲਿਆਂ ਦੇ ਹੱਕ ਦੇ ਵਿੱਚ ਜਿਹੜੀਆਂ ਪਾਲਿਸੀਆਂ ਹੋਣ ਉਹੀ ਬਣਨੀਆਂ ਨੇ। ਉਹਨਾਂ ਨੇ ਆਪਣੀ ਮਰਜ਼ੀ ਦੇ ਮੁਤਾਬਿਕ ਹੀ ਚੱਲਣਾ ਹੈ, ਹੋ ਗਈ ਨਾ ਤਾਨਾਸ਼ਾਹੀ। ਬਿਲਕੁਲ। ਉੱਤੋਂ ਕੱਪੜੇ ਜ਼ਰੂਰ ਪਾਏ ਹੋਏ ਨੇ ਲੋਕਤੰਤਰ ਦੇ, ਪਰ ਅੰਦਰ ਤਾਨਾਸ਼ਾਹੀ ਹੈ। ਔਰ ਲੋਕਾਂ ਨੂੰ ਵਾਅਦੇ ਜ਼ਰੂਰ ਕਰਨੇ ਨੇ, ਮਤਲਬ ਝੂਠ ਬੋਲਣਾ, ਕੋਰਾ ਝੂਠ, ਸਫੇਦ ਝੂਠ ਲੋਕਾਂ ਨੂੰ ਬੋਲਣਾ, ਔਰ ਵਿੱਚੋਂ ਆਪਣੀ ਗੇਮ ਖੇਡਣੀ ਹੈ, ਵਿੱਚੋਂ ਆਪਣੀ ਚਾਲ ਚੱਲਣੀ ਹੈ, ਤੇ ਵਿੱਚੋਂ ਆਪਣੀ ਤਾਨਾਸ਼ਾਹੀ ਚਲਾਉਣੀ ਹੈ। ਸੋ ਇਹ ਹਾਲਤ ਹੈ। ਤਾਂ ਫਿਰ ਆਮ ਲੋਕ ਕਿੱਥੇ ਖੜੇ ਨੇ? ਬਾਕੀ ਗੱਲਾਂ ਨਾਲ ਬਹੁਤ ਕੁਝ ਹੋ ਜਾਂਦਾ। ਜਦੋਂ ਡਰਾਫਟਿੰਗ ਹੁੰਦੀ ਹੈ ਪਾਲਿਸੀ ਦੀ, ਉਹਦੇ 'ਚ ਆਮ ਲੋਕਾਂ ਵਾਸਤੇ ਬਹੁਤ ਕੁਝ ਹੁੰਦਾ, ਪਰ ਜਦੋਂ ਪ੍ਰੈਕਟੀਕਲੀ ਗੱਲ ਕਰਨ ਦੀ ਵਾਰੀ ਆਉਂਦੀ ਆ, ਉਦੋਂ ਬਜਟ ਥੁੜ ਜਾਂਦੇ ਨੇ, ਉਦੋਂ ਬੜੇ ਐਸੇ ਕਾਰਨ ਪੈਦਾ ਹੋ ਜਾਂਦੇ ਨੇ ਕਿ ਕੋਈ ਵੀ ਪਲੈਨਿੰਗ ਸਕਸੈਸਫੁਲ ਨਹੀਂ ਹੁੰਦੀ, ਨੇਪਰੇ ਨਹੀਂ ਚੜ੍ਹਦੀ। ਜੋ ਸੋਚ ਕੇ ਸ਼ੁਰੂ ਕਰੋ ਉਸ ਰਿਜ਼ਲਟ ਤੱਕ ਨਹੀਂ ਪਹੁੰਚਦੀ। ਅੱਜ ਤੱਕ ਕਿਹੜੀ ਪਾਲਿਸੀ ਜਿਹੜੀ ਆਪਣੇ ਪੂਰੇ ਰਿਜ਼ਲਟ ਤੱਕ ਪਹੁੰਚੀ ਹੈ? ਸ਼ਾਇਦ ਹੀ ਕੋਈ ਪਹੁੰਚੀ ਹੋਵੇ ਜਦੋਂ ਦੀ ਆਜ਼ਾਦੀ ਮਿਲੀ ਹੈ, ਨਹੀਂ ਤਾਂ ਵਿੱਚੇ ਹੀ ਰੁਲਦੀਆਂ ਪਈਆਂ ਸਕੀਮਾਂ, ਵਿੱਚੇ ਹੀ ਰੁਲਦੀਆਂ ਪਈਆਂ ਪਾਲਿਸੀਆਂ, ਸਭ ਕੁਝ ਵਿੱਚੇ ਲਟਕਦਾ ਪਿਆ। ਹਾਂ, ਜਿਹੜੀਆਂ ਤਿੰਨ ਕਲਾਸਾਂ ਬੈਠੀਆਂ ਨੇ, ਰਾਜਨੀਤੀ ਦੀਆਂ ਖੇਡਾਂ ਖੇਡਣ ਵਾਲੀਆਂ, ਬਿਜ਼ਨਸ ਦੀਆਂ ਖੇਡਣ ਵਾਲੀਆਂ, ਅਫਸਰਸ਼ਾਹੀ ਦੀਆਂ ਖੇਡਾਂ ਖੇਡਣ ਵਾਲੀਆਂ, ਇਹਨਾਂ ਦੇ ਸ਼ੇਕ ਹੈਂਡ ਹੋਏ ਨੇ। ਇਹਨਾਂ ਦੀਆਂ ਪਾਲਿਸੀਆਂ ਜ਼ਰੂਰ ਬੱਲੇ ਬੱਲੇ ਰਹਿੰਦੀਆਂ ਨੇ, ਸਾਰੀਆਂ ਸਕਸੈਸਫੁਲ ਰਹਿੰਦੀਆਂ ਨੇ ਕਿ ਕਿੱਦਾਂ ਸੱਤਾ ਦੇ ਵਿੱਚ ਕਾਬਜ਼ ਰਹਿਣਾ। ਸਰਕਾਰ ਚਲਾਉਣ ਲਈ ਵੈਸੇ ਤਕਰੀਬਨ ਇਹਨਾਂ ਬੰਦਿਆਂ ਦਾ ਯੋਗਦਾਨ ਰਹਿੰਦਾ ਰਿਹਾ। ਇਹ ਸਿਰਫ ਇੰਡੀਆ 'ਚ ਨਹੀਂ, ਇੰਡੀਆ 'ਚ ਨਹੀਂ, ਸਾਰੀ ਦੁਨੀਆ 'ਚ, ਅਮਰੀਕਾ 'ਚ ਵੀ ਇਹ ਹੈਗਾ, ਇੰਗਲੈਂਡ 'ਚ ਵੀ ਹੈਗਾ। ਉੱਥੇ ਵੀ ਜਿਹੜੇ ਆ ਫੀਤਾਸ਼ਾਹੀ ਤੇ ਜਿਹੜੇ ਹਜ਼ਾਰੇਦਾਰੀ ਜਾਂ ਤਾਨਾਸ਼ਾਹੀ ਹੈਗੀ ਆ, ਔਰ ਉਹ ਪੂਰੇ ਰਜਵਾੜਾਸ਼ਾਹੀ ਸ਼ੁਰੂ ਤੋਂ ਚੱਲਦੀ ਰਹੀ ਆ, ਔਰ ਬਾਕੀ ਦੇਸ਼ਾਂ 'ਚ, ਅਮਰੀਕਾ 'ਚ ਖਾਸ ਤੌਰ 'ਤੇ ਚੱਲ ਰਿਹਾ ਕੰਮ। ਔਰ ਇਹਦੇ 'ਚ ਇੰਡੀਆ 'ਚ ਇਸ ਕਰਕੇ ਹੈਗੇ ਕਿ ਇੱਥੇ ਜਿਹੜੇ 4 ਕੁ ਲੋਕ ਨੇ, ਜਿਹੜੇ 4 ਕਾਰਪੋਰੇਟ ਘਰਾਣੇ ਨੇ, ਉਹ ਅੱਜ ਤੋਂ ਨਹੀਂ ਪਹਿਲਾਂ ਤੋਂ ਵੀ ਇੱਦਾਂ ਹੀ ਰਹੇ ਆ। ਔਰ ਉਹ ਅੱਜ ਇਹ ਸਰਕਾਰ ਨਹੀਂ, ਮੌਜੂਦਾ ਸਰਕਾਰ, ਪਿਛਲੀ ਸਰਕਾਰਾਂ ਨਾਲ ਵੀ ਉਹਨਾਂ ਜੁੜੇ ਆ। ਜਿਹੜਾ ਇਹਨਾਂ ਦੀ ਪਲਾਨਿੰਗ ਬਣਦੀਆਂ, ਜਿਹੜੀ ਈਅਰਲੀ ਪਲਾਨਿੰਗ ਬਣਦੀਆਂ, ਸਕੀਮਾਂ ਬਣਦੀਆਂ, ਉਹ ਇਹਨਾਂ ਦੇ ਪੱਖ 'ਚ, ਜਿੱਦਾਂ ਤੁਸੀਂ ਕਿਹਾ, ਇਹਨਾਂ ਦੇ ਪੱਖ 'ਚ ਬਣਦੀਆਂ। ਜਦੋਂ ਆਂਦੇ ਵੀ ਜਿਹੜਾ ਤਾਨਾਸ਼ਾਹੀ ਹੋਇਆ ਜਾਂ ਜਿਹੜੀ ਮੌਜੂਦਾ ਸਰਕਾਰ ਆ, ਉਹਦੇ ਦਾ ਪੁੜ ਚੱਲਦਾ ਨਾ ਚੱਕੀ ਦਾ, ਉਹ 'ਚ ਪਿਸਦਾ ਕੌਣ ਹੈਗਾ? ਆਮ ਆਦਮੀ ਜੀ। ਟੈਕਸ ਉਹਦੇ 'ਤੇ ਰੱਖਿਆ ਜਾਊਗਾ, GST ਉਹ ਦੇ ਰਿਹਾ ਹੈਗਾ। GST ਦਾ ਮਤਲਬ ਉਦੋਂ ਹੁੰਦਾ ਜਦੋਂ ਉਹਨੇ ਮਕਾਨ ਬਣਾ ਰਿਹਾ, ਸੀਮੈਂਟ ਲਿਆ ਰਿਹਾ, ਲੋਹਾ ਲਿਆ ਰਿਹਾ, ਹੈ ਨਾ, ਲੱਕੜ ਲਿਆ ਰਿਹਾ। ਜਿਹਦੇ 'ਚ GST ਲੱਗੂਗੀ, GST ਲੱਗੀ ਤਾਂ ਉਹ ਜਿਹੜਾ ਵੇਚ ਰਿਹਾ ਉਹਨੇ ਕਹਿਣਾ ਵੀ ਦੇਖ, ਜੇ ਤੂੰ ਲੈਣਾ ਵਾ GST ਦਾ ਤੇ ਇੱਥੇ ਆ ਟੈਕਸ ਲੱਗਣਾ, ਤੇ ਦੇਖ ਲੈ ਕਿੱਦਾਂ। ਉਹ ਵਿਚਾਰਾ ਆਂਦਾ ਨਹੀਂ ਯਾਰ, ਮੇਰਾ ਤਾਂ ਫੜਿਆ ਜਾਊ, ਮੈਂ ਤਾਂ ਮਕਾਨ ਬਣਾ ਰਿਹਾ। ਉਹ ਗਰੀਬ ਆ, ਉਹਨੂੰ ਪਤਾ ਇਹ ਤਾਂ ਮੈਂ ਜਦੋਂ ਛੱਤ ਬਣਾ ਲਈ ਸਭ ਕੁਝ, ਜੇ ਤੇ ਉੱਥੇ ਰੇਡ ਹੋਇਆ ਤਾਂ ਮੈਂ ਤਾਂ ਮਾਰਿਆ ਜਾਊਗਾ। ਤੂੰ ਜਿੱਦਾਂ ਵੀ ਹੈਗਾ ਰੇਟ ਲਾ ਕੇ ਮੈਨੂੰ ਬਿੱਲ ਦੇ ਦੇ, ਤੇ ਮੈਂ ਇਹ ਤੋਂ ਦੂਰ ਹੀ ਰਹਿਣਾ। ਕਰਦਾ ਕੌਣ ਹੈਗਾ? ਵੱਡੇ ਘਰਾਣੇ। ਉਹ ਕਰ ਰਹੇ ਆ, ਉਹਨਾਂ ਕੋਲ ਵੱਡੇ ਲਾਰਜ ਸਕੇਲ 'ਤੇ ਕੰਮ ਚੱਲਦੇ ਆ। ਉਹ ਨਸ਼ਾ ਵੀ ਵੇਚਦੇ ਆ, ਉਹ ਇੱਦਾਂ ਦਾ GST ਵੀ ਖਾ ਰਿਹਾ, ਸਾਰਾ ਕੁਝ। ਉਹਨਾਂ ਨਾਲ ਕੋਈ ਉਂਗਲ ਨਹੀਂ ਕਰਦਾ, ਕਿਉਂਕਿ ਜਿਹੜੀ ਸਿਕਿਉਰਿਟੀ ਦੇਣ ਵਾਲੀ ਪੁਲਿਸ ਹੈਗੀ ਜਾਂ ਜਿਹੜੀ ਬਾਹਰ ਆ ਰਹੇ ਆ ਉਹਨਾਂ 'ਤੇ ਰੇਡ ਕਰਨ ਵਾਲੇ, ਤਾਂ ਉਹਨਾਂ ਦੇ ਬੰਦੇ ਹੈਗੇ। ਉਹਨਾਂ ਨੇ ਕੀ ਕਰਨਾ ਹੈਗਾ? ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ। ਡਰ
ਉਸ ਬੰਦੇ ਨੂੰ ਜਿਹੜਾ ਵਿਚਾਰਾ ਦੂਰ ਹੈਗਾ, ਜਿਹੜਾ ਕਾਨੂੰਨ ਦੇ ਨੇੜੇ, ਉਹਨੂੰ ਕਾਹਦਾ ਡਰ ਹੈਗਾ? ਉਹ ਤਾਂ ਬਿਲਕੁਲ ਜਾਣਦਾ ਸਾਰਾ ਕੁਝ। ਆਮ ਲੋਕਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਆਪਣੇ ਫਾਇਦੇ ਲਈ। ਬਸ ਆਹੀ ਹੈ ਸਾਰੀ ਖੇਡ। ਸਾਰੀ ਇਹ ਹੈ ਸਿੱਟਾ। ਇਹ ਸਿੱਟਾ ਤਾਂ ਜਦੋਂ ਕਹਾਣੀ ਸੁਣਾਉਂਦੇ ਆ ਨਾ ਤੇ ਬੱਚਿਆਂ ਦੇ, ਤੇ ਇਹਦਾ ਸਿੱਟਾ ਕੀ ਨਿਕਲਿਆ? ਸਿੱਟਾ ਤਾਂ ਉਹੀ ਨਿਕਲਦਾ ਜਿਹੜਾ ਲੋਕਾਂ ਦੇ ਪੱਖ 'ਚ ਨਾ ਆਵੇ। ਜਿਹੜੀ ਚੀਜ਼, ਜਿਹੜੀ ਪਾਲਿਸੀ ਬਣਨੀ ਆ ਲੋਕਾਂ ਤੋਂ ਦੂਰ ਹੈਗੀ ਆ, ਉਹ ਹੁਣ ਆਂਦੇ ਵੀ ਜਿੱਥੇ ਹੱਥ ਨਹੀਂ ਅੱਪੜਦਾ ਦਾਖ ਨਾ ਅੱਪੜੇ, ਹੈ ਨਾ, ਥੂ ਕੌੜੀ। ਜਿੱਥੋਂ ਉੱਥੋਂ ਤੱਕ ਹੱਥ ਨਹੀਂ ਅੱਪੜੇਗਾ ਥੂ ਕੌੜੀ ਜਾਂਦਾ। ਜਿੱਥੇ ਦੂਰ ਨਹੀਂ ਹੱਥ ਨਹੀਂ ਜਾਂਦਾ, ਜਿੱਥੇ ਦਾਖਾਂ, ਹੈ ਨਾ, ਅੰਗੂਰ ਹੈਗੇ, ਉਹ ਸਾਡੇ ਉਹਨਾਂ ਲੋਕਾਂ ਦਾ ਕਿੱਥੋਂ ਹੱਥ ਪਹੁੰਚਣਾ? ਉਹ ਵਿਚਾਰੇ ਕਹਿੰਦੇ ਠੀਕ ਹੈ, ਵਾਕਿਆ ਹੀ ਮਿੱਠੀ ਹੈ। ਹਾਂ, ਇਹ ਹੈ। ਚਲੋ ਹੁਣ ਆਪਾਂ ਇੱਕ ਮਜ਼ਾਕ ਦੇ ਉੱਤੇ ਗੱਲ ਖਤਮ ਕਰਦੇ ਹਾਂ। ਹਾਂ, ਇੱਕ ਬੰਦੇ ਨੇ ਸਵਾਲ ਪੁੱਛਿਆ ਜੀ, ਕਹਿੰਦਾ ਜੇ ਅੰਬ ਦੇ ਇੱਕ ਦਰਖਤ ਨੂੰ, ਅੰਬ ਦੇ ਦਰਖਤ ਨੂੰ 10 ਸੰਤਰੇ ਲੱਗੇ ਹੋਣ ਤੇ ਉਹਦੇ ਵਿੱਚੋਂ 5 ਅਮਰੂਦ ਤੋੜ ਲਵੋ। ਅੰਬਾਂ ਦੇ ਦਰਖਤ ਨੂੰ 10 ਸੰਤਰੇ ਲੱਗੇ ਹੋਣ, ਉਹਦੇ ਚੋਂ 5 ਅਮਰੂਦ ਤੋੜ ਲਵੋ ਤੇ ਬਾਕੀ ਕੀ ਬਚਿਆ? ਕਹਿੰਦਾ ਜੀ 5 ਕੇਲੇ। 5 ਕੇਲੇ ਬਾਅਦ ਇਹ ਹਾਈਬ੍ਰਿਡ ਜਿਹੜੀ ਹੈ ਨਾ, ਹਾਈਬ੍ਰਿਡ ਕੈਟਾਗਰੀ ਹੈ, ਉਹਦੇ 'ਚ ਸਾਰਾ ਕੁਝ ਲੱਗਦਾ, ਸਭ ਕੁਝ ਲੱਗਦਾ। ਸੋ ਹੁਣ ਚੱਲਿਆ ਜਾਏ ਜੀ। ਜੀ ਬਿਲਕੁਲ ਬਿਲਕੁਲ, ਟਾਈਮ ਹੋ ਗਿਆ ਜੀ। ਠੀਕ ਹੈ ਜੀ, ਇਜਾਜ਼ਤ ਦਿਓ ਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।